किस समय ਦੇ ਵਿੱਚ ਉਹਨੇ ਕੰਮ ਲੈਣਾ ਆ ਤੇ ਜਦੋਂ ਅਸੀਂ ਉਹਦੀ ਇੱਛਾ ਦੇ ਅਨੁਸਾਰ ਉਹਦੇ ਕੰਮ ਕਰਾਂਗੇ ਜ਼ਰੂਰ ਆ ਇੱਕ ਦਿਨ ਉਹ ਕੀਤੇ ਹੋਏ ਕੰਮਾਂ ਦਾ ਅਜ਼ਰ ਵੱਡਾ ਅਜ਼ਰ ਸਾਨੂੰ ਪ੍ਰਾਪਤ ਹੋਵੇਗਾ। ਤੇ ਕਈ ਵਾਰ ਇਨਸਾਨ ਦੇ ਜੀਵਨ ਦੇ ਵਿੱਚ ਇਦਾਂ ਦੀ ਸੋਚ ਆ ਜਾਂਦੀ ਹੈ ਕਿ ਸ਼ਾਇਦ ਮੇਰੇ ਤੋਂ ਬਗੈਰ ਰੱਬ ਦਾ ਕੰਮ ਹੋਣਾ ਨਹੀਂ ਆ। ਇਸੇ ਲਈ ਪ੍ਰਭੂ ਯਿਸੂ ਮਸੀਹ ਨੇ ਇੱਥੇ ਗੱਲ ਕਹਿ ਦਿੱਤੀ, ਕਹਿੰਦਾ ਜੇ ਮਨੁੱਖ ਚੁੱਪ ਕਰ ਜਾਣਗੇ, ਮੇਰੇ ਲਕਸ਼ ਨੂੰ ਪੂਰਾ ਕਰਨ ਤੋਂ ਹਟ ਜਾਣਗੇ, ਮੈਂ ਪੱਥਰਾਂ ਤੋਂ ਕੰਮ ਲੈ ਲਵਾਂਗਾ। ਬਾਈਬਲ ਬਿਆਨ ਕਰਦੀ ਆ ਉਹ ਦੁੱਧ ਚੁੰਗਦੇ ਬੱਚਿਆਂ ਤੋਂ ਵੀ ਆਪਣੀ ਮਹਿਮਾ ਕਰਾਉਣੀ ਜਾਣਦਾ ਆ। ਦੁੱਧ ਚੁੰਗਦੇ ਬੱਚਿਆਂ ਤੋਂ ਆਪਣੀ ਮਹਿਮਾ ਕਰਾਉਣੀ ਜਾਣਦਾ ਆ। ਔਰ ਜੇ ਪਰਮੇਸ਼ਵਰ ਜੰਮਦਿਆਂ ਬੱਚਿਆਂ ਤੋਂ ਆਪਣੀ ਮਹਿਮਾ ਲੈ ਸਕਦਾ ਆ ਤੇ ਧਿਆਨ ਦੇਣਾ, ਅਸੀਂ ਤੁਸੀਂ ਇੱਕ ਐਸੀ ਉਮਰ ਦੇ ਵਿੱਚ ਆ ਜਦ ਸਾਨੂੰ ਪੂਰੀ ਸੋਝੀ ਆ, ਸਾਨੂੰ ਪੂਰੀ ਬੁੱਧ ਆ ਕਿ ਰੱਬ ਸਾਨੂੰ ਇਸਤੇਮਾਲ ਕਰਨਾ ਚਾਹੁੰਦਾ ਆ ਤੇ ਅਸੀਂ ਆਪਣਾ ਆਪ ਉਹਨੂੰ ਇਸਤੇਮਾਲ ਹੋਣ ਦੇ ਲਈ ਦੇ ਦਈਏ। ਤੇ ਜਿੰਨੀ ਮਿਹਨਤ ਪਰਮੇਸ਼ਵਰ ਦੇ ਵਿੱਚ ਕਰ ਸਕੋ ਉਨੀ ਸਾਨੂੰ ਕਰਨ ਦੀ ਜ਼ਰੂਰਤ ਆ। ਉਹਦਾ ਕਾਰਨ ਕਿ ਪਰਮੇਸ਼ਵਰ ਨੇ ਸਾਡੇ ਲਈ ਜੋ ਕੁਝ ਵੀ ਇਸ ਧਰਤੀ ਦੇ ਉੱਤੇ ਰੱਖਿਆ, ਜੋ ਕੁਝ ਵੀ ਉਹ ਸਾਡੇ ਲਈ ਕਰਨਾ ਚਾਹੁੰਦਾ ਆ, ਜੋ ਕੁਝ ਉਹ ਸਾਨੂੰ ਦੇਣਾ ਚਾਹੁੰਦਾ ਆ, ਉਹਦੇ ਲਈ ਉਹ ਸਾਡੀ ਮਿਹਨਤ ਨੂੰ ਦੇਖਣਾ ਚਾਹੁੰਦਾ ਆ ਕਿ ਅਸੀਂ ਕਿੰਨੀ ਮਿਹਨਤ ਕਰਦੇ ਆ। ਤੇ ਪ੍ਰਭੂ ਦੇ ਲਈ ਕੀਤੀ ਮਿਹਨਤ ਹੀ ਸਾਡੀ ਉਹ ਫਾਈਟ ਆ ਜਿਹਦੇ ਦੁਆਰਾ ਅਸੀਂ ਆਪਣੇ ਲਈ ਉਹ ਸਭ ਕੁਝ ਲੈ ਸਕਦੇ ਹਾਂ ਜੋ ਪਰਮੇਸ਼ਰ ਨੇ ਦੇਣ ਦਾ ਵਾਅਦਾ ਕੀਤਾ ਹੋਇਆ। ਕਿਉਂਕਿ ਪ੍ਰਭੂ ਦੇ ਵਿੱਚ ਕੀਤੀ ਹੋਈ ਮਿਹਨਤ ਕਦੀ ਵੀ ਅਕਾਰਥ ਨਹੀਂ ਜਾਂਦੀ। ਪ੍ਰਭੂ ਚ ਕੀਤੀ ਹੋਈ ਮਿਹਨਤ ਕਦੀ ਵੀ ਵਿਅਰਥ ਨਹੀਂ ਹੁੰਦੀ, ਬਸ਼ਰਤੇ ਕਿ ਉਹ ਮਿਹਨਤ ਸਹੀ ਹੋਣੀ ਚਾਹੀਦੀ ਆ। ਉਹ ਮਿਹਨਤ ਸਹੀ ਢੰਗ ਨਾਲ ਕੀਤੀ ਹੋਈ ਹੋਣੀ ਚਾਹੀਦੀ ਆ। ਤੁਹਾਡੀ 10-9 ਦੀ ਕਿਰਤ ਤੁਹਾਡੇ ਲਈ ਬੇਸ਼ੱਕ ਥੋੜੀ ਆ ਲੇਕਿਨ ਤੁਹਾਨੂੰ ਤ੍ਰਿਪਤ ਕਰੇਗੀ। ਤੇ ਤੁਹਾਡੀ ਬੇਈਮਾਨੀ ਦੀ ਕਮਾਈ ਚਾਹੇ ਕਿੰਨੀ ਵੀ ਕਿਉਂ ਨਾ ਹੋਵੇ ਤੁਹਾਨੂੰ ਤਸੱਲੀ ਨਹੀਂ ਹੋਵੇਗੀ, ਤਸੱਲੀ ਨਹੀਂ ਹੋਵੇਗੀ। ਇਸੇ ਤਰ੍ਹਾਂ ਮੇਰੇ ਜੋ ਖੱਬਿਓਂ ਸੱਜਿਓਂ ਕੀਤੀ ਕਮਾਈ ਦਾ ਕੋਈ ਲਾਭ ਨਹੀਂਗਾ। ਜੋ ਕੁਝ ਪਰਮੇਸ਼ਵਰ ਨੇ ਸਾਡੇ ਲਈ ਠਹਿਰਾ ਦਿੱਤਾ ਜ਼ਰੂਰ ਤਾਂ ਕਿ ਅਸੀਂ ਉਹਦੇ ਉੱਤੇ ਸਬਰ ਕਰਕੇ ਉਹਦੇ ਲਈ ਮਿਹਨਤ ਕਰਦੇ ਰਹੀਏ। ਜਦ ਮੈਨੂੰ ਪਰਮੇਸ਼ਵਰ ਨੇ ਸੱਦ ਲਿਆ, ਚੁਣ ਲਿਆ ਤੇ ਮੇਰਾ ਕੰਮ ਆ ਕਿ ਮੈਂ ਪਰਮੇਸ਼ਵਰ 'ਚ ਮਿਹਨਤ ਕਰਾਂ। ਚਾਹੇ ਇੱਕ ਵਿਸ਼ੇ ਦੇ ਲਈ ਮੈਨੂੰ ਰੋਜ਼ ਮਿਹਨਤ ਕਰਨੀ ਪਵੇ ਜ਼ਰੂਰ ਤਾਂ ਕਿ ਮੈਂ ਉਹਦੇ ਵਿੱਚ ਦਿਨ ਭਰ ਲੱਗਾ ਰਵਾਂ, ਸ਼ਾਮ ਵੀ ਲੱਗਾ ਰਵਾਂ ਤੇ ਦੂਏ ਦਿਨ ਵੀ ਲੱਗਾ ਰਵਾਂ। ਕਿਉਂਕਿ ਪ੍ਰਭੂ 'ਚ ਕੀਤੀ ਮਿਹਨਤ ਹਮੇਸ਼ਾ ਫਲ ਲੈ ਕੇ ਆਉਂਦੀ ਆ। ਦੁਨੀਆ 'ਚ ਕੀਤੀ ਮਿਹਨਤ ਹੋ ਸਕਦਾ ਮੇਰੇ ਇਜ਼ੋ ਫੇਲ ਹੋ ਜਾਏ, ਪਰ ਪਰਮੇਸ਼ਰ 'ਚ ਕੀਤੀ ਮਿਹਨਤ ਦਾ ਹਮੇਸ਼ਾ ਅਜ਼ਰ ਹੁੰਦਾ ਆ। ਇਸੇ ਲਈ ਪ੍ਰਭੂ ਦਾ ਦਾਸ ਸੰਤ ਪੌਲਸ ਕੁਰਿੰਥੀਆਂ ਦੀ ਕਿਤਾਬ 'ਚ ਇਸ ਗੱਲ ਨੂੰ ਬਿਆਨ ਕਰਦਾ ਆ। ਪਹਿਲਾ ਕੁਰਿੰਥੀਆਂ 15 ਅਧਿਆਏ ਉਹਦੀ 51 ਆਇਤ ਪੜਾਂਗੇ, ਧਿਆਨ ਦੇ ਨਾਲ ਸੁਣਾਂਗੇ। ਵੇਖੋ ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਜੋ ਅਸੀਂ ਸਭੇ ਨਹੀਂ ਸੋਵਾਂਗੇ। ਪਹਿਲਾ ਕੁਰਿੰਥੀਆਂ 15 ਅਧਿਆਏ ਉਹਦੀ 58 ਆਇਤ। ਸੋ हे ਮੇਰੇ ਪਿਆਰੇ ਭਰਾਵੋ, ਸੋ हे ਮੇਰੇ ਪਿਆਰੇ ਭਰਾਵੋ, ਤੁਸੀਂ ਸਥਿਰ ਅਤੇ ਅਡੋਲ ਹੋਵੋ। ਤੁਸੀਂ ਅਸਥਿਰ ਅਤੇ ਅਡੋਲ ਹੋਵੋ, ਵਿਸ਼ਵਾਸ 'ਚ ਮਜ਼ਬੂਤ ਹੋਵੋ। ਵਿਸ਼ਵਾਸ ਦਾ ਮਤਲਬ ਕਿ ਜੋ ਕੁਝ ਖੁਦਾ ਨੇ ਕਿਹਾ ਅਸੀਂ ਮਜ਼ਬੂਤੀ ਦੇ ਨਾਲ ਉਹ ਕੁਝ ਕਰਨਾ। ਜੋ ਸ਼ਬਦ ਪਰਮੇਸ਼ਵਰ ਨੇ ਸਾਡੇ ਲਈ ਕਹਿ ਦਿੱਤੇ ਉਹਦੇ ਵਿੱਚ ਬਣੇ ਰਹਿਣਾ। ਅਸਥਿਰ ਅਤੇ ਅਡੋਲ, ਪੱਕੇ ਵਿਸ਼ਵਾਸ, ਮਜ਼ਬੂਤ ਨਿਹਚਾ ਦੇ ਵਿੱਚ ਅਸਥਿਰ ਅਤੇ ਅਡੋਲ ਹੋਵੋ। ਪ੍ਰਭੂ ਦੇ ਕੰਮ ਵਿੱਚ ਸਦਾ ਵੱਧਦੇ ਜਾਓ, ਕਿਉਂ ਜੋ ਤੁਸੀਂ ਜਾਣਦੇ ਹੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵਧਦੇ ਜਾਓ, ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ। ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਆ, ਵਿਅਰਥੀ ਨਹੀਂ ਆ। ਬਹੁਤ ਸਾਰੇ ਲੋਕ ਆ ਜਿਹੜੇ ਘੱਟ ਮਿਹਨਤ ਤੋਂ ਬਹੁਤਾ ਵੱਡਾ ਫਲ ਚਾਹੁੰਦੇ ਆ, ਥੋੜੀ ਮਿਹਨਤ ਤੋਂ ਵੱਡਾ ਫਲ ਚਾਹੁੰਦੇ ਆ। ਇੱਥੇ ਬਾਈਬਲ 'ਚ ਲਿਖਿਆ ਗਿਆ ਪ੍ਰਭੂ 'ਚ ਸਦਾ ਵਧਦੇ ਜਾਓ। ਕਿਉਂ ਜੋ ਪ੍ਰਭੂ 'ਚ ਕੀਤੀ ਹੋਈ ਮਿਹਨਤ ਵਿਅਰਥ ਨਹੀਂ ਹੋਵੇਗੀ,
ਪ੍ਰਭੂ 'ਚ ਕੀਤੀ ਹੋਈ ਮਿਹਨਤ ਥੋਥੀ ਨਹੀਂ ਹੋਵੇਗੀ। ਕਈ ਵਾਰ ਅਸੀਂ ਕਿਸੇ ਵਿਸ਼ੇ ਦੇ ਲਈ ਪ੍ਰਾਰਥਨਾ ਕਰਦੇ ਹਾਂ, ਇੱਕ ਪ੍ਰਾਰਥਨਾ, ਦੋ ਪ੍ਰਾਰਥਨਾ, ਤਿੰਨ ਪ੍ਰਾਰਥਨਾ ਤੋਂ ਬਾਅਦ ਸਾਡਾ ਉਹ ਵਿਸ਼ਾ ਪੂਰਾ ਨਹੀਂ ਹੁੰਦਾ, ਅਸੀਂ ਕਮਜ਼ੋਰ ਪੈ ਜਾਂਦੇ ਹਾਂ। ਸ਼ੈਤਾਨ ਦੀ ਯੋਜਨਾ ਆ, ਜਿਸ ਵਿਸ਼ਵਾਸ ਨਾਲ ਤੁਸੀਂ ਉਸ ਪ੍ਰੇਅਰ ਦੇ ਵਿੱਚ ਬੈਠੇ ਆ, ਜਿਸ ਮੇਰੇਜ਼ੋ ਤਾਕਤ ਨਾਲ, ਜਿਸ ਨਿਸ਼ਚਾ ਦੇ ਨਾਲ ਤੁਸੀਂ ਬੈਠੇ ਹੋ, ਸ਼ੈਤਾਨ ਦੀ ਯੋਜਨਾ ਆ ਤੁਸੀਂ ਬੈਠੇ ਰਹੋ ਪਰ ਤੁਹਾਡਾ ਵਿਸ਼ਵਾਸ ਕਮਜ਼ੋਰ ਪੈ ਜਾਏ। ਸੇਮ ਜਿਵੇਂ ਫੌੜੀਆਂ ਦੇ ਨਾਲ ਚੱਲਣ ਵਾਲਾ ਇਨਸਾਨ ਚੋਂ ਫੌੜੀਆਂ ਖਿੱਚ ਲਈਆਂ ਜਾਣ, ਖੋਲੀਆਂ ਜਾਣ, ਤਾਂ ਮੇਰੇਜ਼ੋ ਉਹਦਾ ਚੱਲਣਾ, ਉਹਦੇ ਵੱਧਦੇ ਹੋਏ ਕਦਮ ਜਿਹੜੇ ਰੁਕ ਜਾਣਗੇ। ਏਦਾਂ ਹੀ ਸ਼ੈਤਾਨ ਦੀ ਯੋਜਨਾ ਆ, ਤੁਸੀਂ ਪ੍ਰੇਅਰ ਵੀ ਕਰੋ, ਤੁਸੀਂ ਬੈਠੇ ਵੀ ਰਹੋ, ਲੇਕਿਨ ਤੁਹਾਡਾ ਵਿਸ਼ਵਾਸ ਜਿਹੜਾ ਆ ਖਤਮ ਹੋ ਜਾਏ। ਪਰਮੇਸ਼ਵਰ 'ਚ ਵੱਧਦੇ ਰਹੋ ਪੂਰੀ ਨਿਸ਼ਚਾ ਤੇ ਵਿਸ਼ਵਾਸ ਨਾਲ। ਤੁਹਾਡਾ ਵਿਸ਼ਵਾਸ ਡੋਲਣਾ ਨਹੀਂ ਚਾਹੀਦਾ। ਜਦੋਂ ਤੁਸੀਂ ਵਿਸ਼ਵਾਸ ਦੇ ਨਾਲ, ਅਡੋਲ ਵਿਸ਼ਵਾਸ ਦੇ ਨਾਲ ਵੱਧਦੇ ਜਾਓਗੇ ਤੇ ਪਰਮੇਸ਼ਵਰ 'ਚ ਕੀਤੀ ਹੋਈ ਮਿਹਨਤ ਦਾ ਤੁਹਾਨੂੰ ਵੱਡਾ ਫਲ ਮਿਲੇਗਾ। ਕਿਉਂਕਿ ਬਾਈਬਲ ਬਿਆਨ ਕਰਦੀ, ਸੰਤ ਪੌਲਸ ਨੇ ਖਾਸ ਇਸ ਗੱਲ ਨੂੰ ਬਿਆਨ ਲਿਖ ਦਿੱਤਾ ਕਿ ਪਰਮੇਸ਼ਵਰ ਦੇ ਵਿੱਚ ਤੁਹਾਡੀ ਮਿਹਨਤ ਕਦੀ ਵੀ ਥੋਥੀ ਨਹੀਂ ਹੋਵੇਗੀ। ਕਈ ਲੋਕ ਮਿਹਨਤ ਕਰਨ ਤੋਂ ਬਾਅਦ ਇਹ ਕਹਿ ਦਿੰਦੇ ਕਿ ਮੈਂ ਤਾਂ ਐਵੇਂ ਹੀ ਮਿਹਨਤ ਕੀਤੀ, ਮੈਂ ਤਾਂ ਐਵੇਂ ਹੀ ਆ ਕੰਮ ਕੀਤਾ, ਕਿਉਂਕਿ ਕੰਮ ਤਾਂ ਹੋਣਾ ਨਹੀਂ ਸੀ। ਪਰ ਪਰਮੇਸ਼ਵਰ 'ਚ ਕੀਤੀ ਮਿਹਨਤ ਦਾ ਫਲ ਪਰਮੇਸ਼ਵਰ ਦਿੰਦਾ ਹੀ ਦਿੰਦਾ ਆ। ਪਰਮੇਸ਼ਵਰ ਨੇ ਜੋ ਕੁਝ ਬਾਈਬਲ ਦੇ ਵਿੱਚ ਕਹਿ ਦਿੱਤਾ ਉਹ ਸਾਡੇ ਜੀਵਨ ਦੇ ਲਈ ਆ। ਜਿੱਦਾਂ ਦਾ ਤੁਸੀਂ ਜੀਵਨ ਚਾਹੁੰਦੇ ਹੋ, ਬਾਈਬਲ ਨੂੰ ਪੜ੍ਹੋ, ਬਾਈਬਲ ਦੇ ਵਿੱਚੋਂ ਤੁਹਾਨੂੰ ਜੀਵਨ ਮਿਲੇਗਾ। ਪਰ ਤਦੇ ਜੇ ਤੁਸੀਂ ਬਾਈਬਲ ਦੇ ਵਿਚਲਾ ਜੀਵਨ ਲੈਣਾ ਚਾਹੁੰਦੇ ਹੋ ਤੇ ਬਾਈਬਲ ਦੇ ਅਨੁਸਾਰ ਤੁਰੇ ਰਹੋ, ਬਾਈਬਲ ਦੇ ਅਨੁਸਾਰ ਜੀਵਨ ਨੂੰ ਬਤੀਤ ਕਰੋ ਤੇ ਬਾਈਬਲ ਦੇ ਉੱਤੇ ਪੂਰਾ ਵਿਸ਼ਵਾਸ ਰੱਖੋ ਕਿ ਜੋ ਕੁਝ ਕਿਹਾ ਆ ਮੈਂ ਇਹਦੇ ਵਿੱਚ ਬਣਿਆ ਰਹਿਣਾ, ਕਿਉਂਕਿ ਮੇਰੇ ਬਹੁਤੇ ਘਾਟਿਆਂ ਤੋਂ ਬਾਅਦ ਮੇਰੇ ਬਹੁਤੇ ਵਾਧਿਆਂ ਦੀ ਸ਼ੁਰੂਆਤ ਹੋ ਜਾਣੀ ਹੈ। ਬਹੁਤੀ ਹਾਨੀ ਤੋਂ ਬਾਅਦ ਮੇਰੇ ਬਹੁਤੇ ਲਾਭ ਹੋਣੇ ਸ਼ੁਰੂ ਹੋ ਜਾਣੇ ਆ। ਸੰਸਾਰਕ ਬਹੁਤੀਆਂ ਰੁਕਾਵਟਾਂ ਤੋਂ ਬਾਅਦ ਆਤਮਿਕ ਰੂਪ 'ਚ ਬਹੁਤੇ ਰਸਤੇ ਮੇਰੇ ਲਈ ਖੁੱਲ ਜਾਣੇ ਆ, ਪਰ ਮੈਂ ਬਣਿਆ ਰਹਿਣਾ, ਕਿਉਂਕਿ ਪਰਮੇਸ਼ਵਰ ਨੇ ਮੇਰੇ ਲਈ ਇਹ ਸਭ ਕੁਝ ਲਿਖਿਆ ਆ। ਮੇਰੇ ਲਈ ਪਰਮੇਸ਼ਵਰ ਨੇ, ਮੇਰੇ ਜੀਵਨ ਦੇ ਲਈ ਪਰਮੇਸ਼ਵਰ ਨੇ ਵਾਅਦੇ ਕੀਤੇ ਹੋਏ ਆ। ਜਦੋਂ ਅਸੀਂ ਵਿਸ਼ਵਾਸ ਦੇ ਨਾਲ, ਅਡੋਲ ਵਿਸ਼ਵਾਸ ਦੇ ਨਾਲ, ਸਥਿਰਤਾ ਦੇ ਨਾਲ ਬਣੇ ਰਵਾਂਗੇ, ਵਾਧੇ ਜਾਵਾਂਗੇ, ਜ਼ਰੂਰ ਆ ਕਿ ਇੱਕ ਦਿਨ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਮੇਰੇ ਜੋ ਮਿਲੇਗਾ। ਉਹ ਮਿਹਨਤ ਦਾ ਫਲ ਕੇਵਲ ਤੁਸੀਂ ਨਹੀਂ ਵੇਖੋਗੇ, ਦੁਨੀਆ ਵੀ ਵੇਖੇਗੀ। ਹਾਲੇਲੂਇਆ। ਪਰਮੇਸ਼ਵਰ ਨੇ ਜੋ ਕਹਿ ਦਿੱਤਾ, ਦਾਸ ਦੇ ਵਿੱਚ ਦੀ ਹੋ ਕੇ ਬੋਲ ਦਿੱਤਾ ਤੇ ਚੱਲਣਾ ਤੁਸੀਂ ਆ। ਮਿਹਨਤ ਤੁਸੀਂ ਕਰਨੀ ਆ, ਮਿਹਨਤ ਤੁਸੀਂ ਕਰਨੀ। ਤੁਹਾਨੂੰ ਇੱਕ ਖੇਤ ਦੇ ਦਿੱਤਾ ਜਾਵੇ 10 ਸਾਲ ਦੇ ਲਈ ਕਿ ਇਸ 10 ਸਾਲ ਤੋਂ ਤੁਸੀਂ ਜਿੰਨੀ ਮਿਹਨਤ ਕਰੋਗੇ ਉਹ ਸਾਰੀ ਮਿਹਨਤ ਤੁਹਾਡੀ ਆ। ਉਹ 10 ਸਾਲ ਤੁਹਾਨੂੰ ਅਮੀਰ ਹੋਣ ਦੇ ਲਈ ਆ, ਉਹ 10 ਸਾਲ ਤੁਹਾਡੇ ਤਰੱਕੀ ਦੇ ਆ, ਉਹ 10 ਸਾਲ ਤੁਹਾਡੀ ਉન્નਤੀ ਦੇ ਆ, ਉਹ 10 ਸਾਲ ਤੁਹਾਡੀ ਮੇਰੇ ਜੋ ਬਰਕਤ ਦੇ ਆ। ਪਰ ਤਦੇ ਜੇ ਉਹ ਦਿੱਤੇ ਹੋਏ ਖੇਤ ਵਿੱਚ ਤੁਸੀਂ ਲਗਾਤਾਰ ਬਰੇ ਦੇ ਬਰੇ, ਹਾੜੀ ਸੌਣੀ ਲਗਾਤਾਰ ਮਿਹਨਤ ਕਰਦੇ ਰਹੋਗੇ ਤੇ 10 ਸਾਲ ਦੇ ਵਿੱਚ ਤੁਸੀਂ ਇੱਕ ਉੱਚੀ ਪਦਵੀ ਤੇ, ਤੁਸੀਂ ਇੱਕ ਵੱਡੇ ਛੁਟਕਾਰੇ 'ਚ, ਤੁਸੀਂ ਇੱਕ ਵੱਡੇ ਆਨੰਦ ਛੋਵੋਗੇ। ਤਦੇ ਜੇ ਦਿੱਤਾ ਹੋਇਆ ਖੇਤ ਉਹਨੂੰ ਤੁਸੀਂ ਇਸਤੇਮਾਲ ਕਰੋਗੇ, ਬਾਰ-ਬਾਰ ਮਿਹਨਤ ਕਰੋਗੇ, ਬਾਰ-ਬਾਰ ਉਹ 'ਚ ਬਣੇ ਰਹੋਗੇ। ਤਾਂ ਜੇ ਕਹੀਏ ਕਿ ਖੇਤ ਮਿਲ ਗਿਆ ਤੇ ਹੁਣ ਇਹ ਖੇਤ ਦੇ ਅਸੀਂ ਮਾਲਕ ਬਣ ਗਏ ਆ, ਤਾਂ ਖੇਤ ਸਾਨੂੰ ਕੁਝ ਦਵੇ? ਖੇਤ ਨੇ ਆਪ ਕੁਝ ਨਹੀਂ ਦੇਣਾ, ਕਿਉਂਕਿ ਖੇਤ ਵਿੱਚ ਕੰਮ ਕਰਨਾ ਪੈਣਾ। ਤੇ ਜਿਹੜਾ ਕੰਮ ਨਹੀਂ ਕਰਦਾ ਉਹ 10 ਸਾਲ ਪਹਿਲਾਂ ਵੀ ਗਰੀਬ ਸੀ, 10 ਸਾਲ ਬਾਅਦ ਵੀ ਉਹ ਗਰੀਬ ਰਹੇਗਾ। 10 ਸਾਲ ਪਹਿਲਾਂ ਵੀ ਬਿਮਾਰ ਸੀ, 10 ਸਾਲ ਬਾਅਦ ਵੀ ਬਿਮਾਰ ਰਹੇਗਾ। 10 ਸਾਲ ਪਹਿਲਾਂ ਵੀ ਗੁਲਾਮ ਸੀ, 10 ਸਾਲ ਬਾਅਦ ਵੀ ਗੁਲਾਮ ਰਹੇਗਾ। ਜ਼ਰੂਰਤ ਆ ਕਿ ਅਸੀਂ ਉਸ ਦਿੱਤੇ ਹੋਏ ਖੇਤ 'ਚ ਮਿਹਨਤ ਕਰੀਏ। ਜਿਹਦੇ ਲਿਖਿਆ ਗਿਆ ਕਿ ਤੁਹਾਡੀ ਮਿਹਨਤ ਥੋਥੀ ਨਹੀਂ ਹੋਵੇਗੀ ਜੋ ਤੁਸੀਂ ਉਸ ਖੇਤ ਵਿੱਚ ਕਰੋਗੇ। ਇਸੇ ਤਰ੍ਹਾਂ ਜੋ ਪਰਮੇਸ਼ਵਰ 'ਚ ਤੁਸੀਂ ਮਿਹਨਤ ਕਰੋਗੇ, ਕਦੀ ਵੀ ਉਹ ਮਿਹਨਤ ਅਕਾਰਥ ਨਹੀਂ ਜਾਵੇਗੀ, ਵਿਅਰਥ ਨਹੀਂ ਹੋਵੇਗੀ, ਬਲਕਿ ਤੁਹਾਨੂੰ ਉਸ ਮਿਹਨਤ ਦਾ ਵੱਡਾ ਫਲ ਮਿਲੇਗਾ। ਹਾਲੇਲੂਇਆ, ਵੱਡਾ ਫਲ ਮਿਲੇਗਾ। ਗੱਲ ਆਤਮਕ ਆ ਜੇ ਤੁਸੀਂ ਸਮਝੋ ਤਾਂ। ਜੇ ਤੁਸੀਂ ਸਿਰਫ ਇੱਕ ਕੰਨ ਰਾਹੀਂ ਸੁਣਨੀ ਆ ਤਾਂ ਮੇਰੇ ਜੋ ਦੂਜੇ ਕੰਨ ਰਾਹੀਂ ਕੱਢ ਦੇਣੀ ਆ। ਜਾਣਦੇ ਆ, ਅਸੀਂ
ਜਾਣਦੇ ਆ ਪ੍ਰਭੂ ਦੇ ਵਿੱਚ ਮਿਹਨਤ ਕੀਤੀ ਵਿਅਰਥੀ ਨਹੀਂ ਹੁੰਦੀ, ਪਰ ਮੇਰੇ ਜੋ ਅੱਜ ਬਹੁਤੇ ਲੋਕ ਆ ਜਾਣਦੇ ਇਸ ਵਚਨ ਨੂੰ, ਲੇਕਿਨ ਉਹਨਾਂ ਦੀ ਸਾਰੀ ਮਿਹਨਤ ਵਿਅਰਥ ਆ, ਜੀਵਨ ਉਹਨਾਂ ਦਾ ਵਿਅਰਥਾ ਹੋਇਆ ਪਿਆ, ਆਪਣੇ ਆਪ ਲਈ ਵਿਅਰਥ ਹੋਇਆ ਪਿਆ। ਉਹਦਾ ਕਾਰਨ ਕੀ ਹੈ? ਪ੍ਰਭੂ ਨੇ ਕੀ ਕਿਹਾ? ਮੈਂ ਤੁਹਾਨੂੰ ਦੂਜੀਆਂ ਕੌਮਾਂ ਦੇ ਲਈ ਬਰਕਤ ਦਾ ਕਾਰਨ ਠਹਿਰਾਵਾਂਗਾ। ਜੀਵਨ 'ਚ ਝਾਤ ਮਾਰ ਕੇ ਦੇਖੋ ਕਿ ਅਸੀਂ ਦੂਜੀਆਂ ਕੌਮਾਂ ਦੇ ਦਿਲ ਕੀ, ਅਸੀਂ ਆਪਣੇ ਆਪ ਲਈ ਬਰਕਤ ਦਾ ਕਾਰਨ ਨਹੀਂ ਆ, ਆਪਣੇ ਆਪ ਲਈ ਸ਼ਾਂਤੀ ਦਾ ਕਾਰਨ ਨਹੀਂ, ਆਪਣੇ ਆਪ ਲਈ ਆਨੰਦ ਦਾ ਕਾਰਨ ਨਹੀਂ ਆ, ਪਰ ਸਰਵ ਸ਼ਕਤੀਮਾਨ ਪਰਮੇਸ਼ਰ ਕੀ ਕਹਿ ਰਿਹਾ? ਮੈਂ ਤੈਨੂੰ ਕੌਮਾਂ ਦੇ ਲਈ ਬਰਕਤ, ਆਨੰਦ ਤੇ ਸ਼ਾਂਤੀ ਦਾ ਕਾਰਨ ਬਣਾ ਦਿੱਤਾ ਆ। ਹਾਲੇਲੂਇਆ। ਸਾਨੂੰ ਦੂਜਿਆਂ ਦੇ ਲਈ ਬਰਕਤ ਦਾ ਕਾਰਨ ਠਹਿਰਾਇਆ ਹੈ। ਤੇ ਅੱਜ ਬਹੁਤੇ ਲੋਕ ਇਦਾਂ ਦੇ ਆ ਕਿ ਆਪਣੇ ਆਪ ਲਈ ਹੀ ਬਰਕਤ ਦਾ ਕਾਰਨ ਨਹੀਂ ਆ, ਤੇ ਦੂਜਿਆਂ ਦੀ ਗੱਲ ਤਾਂ ਕੀ ਹੈ, ਪਰਿਵਾਰ ਲਈ ਵੀ ਬਰਕਤ ਦੇ ਆਸ਼ੀਸ਼ ਦਾ ਕਾਰਨ ਨਹੀਂ ਬਣ ਪਾ ਰਹੇ। ਉਹਦਾ ਕਾਰਨ ਅਸੀਂ ਜਾਣ ਲਿਆ ਆ, ਲੇਕਿਨ ਅਸੀਂ ਮਿਹਨਤ ਕਰ ਨਹੀਂ ਰਹੇ। ਆਪਣੇ ਘਰ ਦੇ ਆਨੰਦ ਲਈ, ਆਪਣੇ ਜੀਵਨ ਦੇ ਆਨੰਦ ਲਈ, ਤਰੱਕੀ ਦੇ ਲਈ, ਆਪਣੇ ਘਰ ਦੀ ਸ਼ਾਂਤੀ ਦੇ ਲਈ, ਆਪਣੇ ਜੀਵਨ ਦੀ ਤਰੱਕੀ ਵਾਧੇ ਦੇ ਲਈ ਤੁਸੀਂ ਮਿਹਨਤ ਕਰਨੀ ਆ। ਤੁਸੀਂ ਮਿਹਨਤ ਕਰਨੀ ਆ। ਮਿਹਨਤ ਕਰੋਗੇ ਜ਼ਰੂਰ ਆ ਵੱਡਾ ਫਲ ਪ੍ਰਾਪਤ ਹੋਵੇਗਾ। ਹਾਲੇਲੂਇਆ। ਜਦੋਂ ਅਸੀਂ ਬਾਈਬਲ ਦੇ ਵਿੱਚ ਦੇਖਦੇ ਹਾਂ ਕਿ 3.5 ਸਾਲ ਦਾ ਕਾਲ, ਏਲੀਆ ਦਾ ਸਮਾਂ, ਔਰ ਉਦਾਂ ਦਾ ਕਾਲ ਧਰਤੀ ਤੇ ਪਹਿਲਾਂ ਪਿਆ ਨਹੀਂ ਸੀ। ਪਰਮੇਸ਼ਰ ਨੇ ਇੱਕ ਗੱਲ ਕਹੀ ਏਲੀਆ ਨੂੰ ਕਿ ਤੇਰੇ ਕਹਿਣ ਤੋਂ ਬਗੈਰ ਨਾ ਧਰਤੀ ਉੱਤੇ ਬਾਰਿਸ਼ ਤੇ ਨਾ ਹੀ ਬੂੰਦ ਤਰੇਲ ਪਵੇਗੀ, ਨਾ ਬਾਰਿਸ਼ ਹੋਵੇਗੀ, ਨਾ ਮੈਂ ਤਰੇਲ ਪੈਣ ਦਵਾਂਗਾ। 3.5 ਸਾਲ ਹੋ ਗਏ, ਜਦਕਿ ਏਲੀਆ ਦੇ ਕੋਲ ਅਧਿਕਾਰ ਸੀ। ਏਲੀਆ ਦੇ ਕੋਲ ਅਧਿਕਾਰ ਸੀ ਕਿ ਪਰ ਜਦੋਂ ਵੀ ਉਹ ਕਹਿੰਦਾ ਉਦੋਂ ਹੀ ਬਾਰਿਸ਼ ਪੈ ਸਕਦੀ ਸੀ, ਪਰ 3.5 ਸਾਲ ਉਹਨੇ ਗੱਲ ਕਹੀ ਕਿਉਂ ਨਹੀਂ? ਹਾਲੇਲੂਇਆ। ਇੱਕ ਸਮਾਂ ਹੈ, ਇੱਕ ਸਮਾਂ ਹੈ। ਕਈ ਵਾਰ ਇਨਸਾਨ ਦੇ ਜੀਵਨ 'ਚ ਇਹ ਸੋਚ ਹੁੰਦੀ ਹੈ ਕਿ ਮੈਂ ਫਸਟ ਟਾਈਮ ਚਰਚ ਵਿੱਚ ਗਿਆ ਆ, ਗਈ ਆ, ਪਾਸਟਰ ਮੇਰੇ ਲਈ ਇਹ ਕਹਿ ਦੇਵੇ, ਦਾਸ ਮੇਰੇ ਲਈ ਇਹ ਗੱਲ ਕਹਿ ਦੇਣ, ਫਟਾਫਟ ਕੰਮ ਹੋ ਜਾਏ। ਜੇ ਪਰਮੇਸ਼ਵਰ ਨੇ ਏਲੀਆ ਨੂੰ ਇਹ ਅਧਿਕਾਰ ਦਿੱਤਾ ਕਿ ਤੇਰੀ ਪ੍ਰਾਰਥਨਾ ਤੋਂ ਬਗੈਰ ਨਾ ਧਰਤੀ ਤੇ ਬਾਰਿਸ਼, ਨਾ ਪਾਣੀ ਦੀ ਬੂੰਦ, ਨਾ ਤਰੇਲ ਆਵੇਗੀ, ਮੈਂ ਤੈਨੂੰ ਅਧਿਕਾਰ ਦਿੱਤਾ ਜਦੋਂ ਤੂੰ ਪ੍ਰਾਰਥਨਾ ਕਰੇਗਾ ਉਦੋਂ ਹੀ ਬਾਰਿਸ਼ ਹੋਵੇਗੀ। ਤਾਂ ਮੇਰੇ ਜੋ 3.5 ਸਾਲ ਉਡੀਕਣ ਦੀ ਲੋੜ ਨਹੀਂ ਸੀ, ਪਰ ਏਲੀਆ ਉਡੀਕ ਕਰ ਰਿਹਾ ਸੀ ਇੱਕ ਸਮੇਂ ਦੀ। ਏਲੀਆ ਉਡੀਕ ਕਰ ਰਿਹਾ ਸੀ ਮੇਰੇ ਜੋ ਇੱਕ ਸਮੇਂ ਦੀ, ਕਿ ਉਹ ਸਮਾਂ ਆਵੇਗਾ, ਉਸ ਤੋਂ ਬਾਅਦ ਇਹ ਕੰਮ ਹੋਣਗੇ। ਹਾਲੇਲੂਇਆ। ਇੱਕ ਸਮਾਂ ਆਇਆ, ਬਾਈਬਲ ਦੇ ਵਿੱਚ ਪੜ੍ਹ ਕੇ ਦੇਖਦੇ ਹਾਂ, ਪਹਿਲਾ ਰਾਜਾ 18 ਅਧਿਆਏ ਉਹਦੀ 41 ਆਇਤ। ਤਦ ਏਲੀਆ ਨੇ ਆਹਾਬ ਨੂੰ ਆਖਿਆ, ਚੜ ਜਾ ਅਤੇ ਖਾ ਪੀ, ਕਿਉਂ ਜੋ ਡਾਢੇ ਮੀਂਹ ਦੀ ਆਵਾਜ਼ ਆਈ ਹੈ। ਸੋ ਆਹਾਬ ਤਦ ਏਲੀਆ ਨੇ ਆਹਾਬ ਨੂੰ ਆਖਿਆ, ਚੜ ਜਾ ਅਤੇ ਖਾ ਪੀ, ਕਿਉਂ ਜੋ ਡਾਢੇ ਮੀਂਹ ਦੀ ਆਵਾਜ਼ ਆਈ ਹੈ। ਉਸ ਤੋਂ ਬਾਅਦ 43 ਆਇਤ। ਤਾਂ ਉਸਨੇ ਆਪਣੇ ਬਾਲਕੇ ਨੂੰ ਆਖਿਆ, ਚੜ ਕੇ ਸਮੁੰਦਰ ਵੱਲ ਵੇਖ। ਉਹ ਚੜਿਆ, ਜਦ ਵੇਖਿਆ ਤਾਂ ਆਖਿਆ, ਕੁਝ ਨਹੀਂ ਹੈ। ਫਿਰ ਉਸਨੇ ਆਖਿਆ, 7 ਵਾਰ ਮੁੜ ਜਾ। ਬਸ ਹਾਲੇਲੂਇਆ। ਫਿਰ ਬਾਈਬਲ ਦੇ ਵਿੱਚ ਇਸ ਗੱਲ ਨੂੰ ਬਿਆਨ ਕੀਤਾ, ਤਦ ਏਲੀਆ ਨੇ ਆਪਣੇ ਚੇਲੇ ਨੂੰ ਕਿਹਾ, ਕਹਿੰਦਾ ਚੜ ਕੇ, ਕਿੱਥੇ ਚੜਨਾ ਪਿਆ ਉਹਨੂੰ? ਮੰਜੇ ਤੇ ਚੜ ਕੇ, ਕੁਰਸੀ ਤੇ ਚੜ ਕੇ, ਟੇਬਲ ਤੇ ਚੜ ਕੇ ਦੇਖਣ ਨੂੰ ਕਿਹਾ? ਪਹਾੜ ਤੇ ਚੜ ਕੇ, ਸਮੁੰਦਰ ਵੱਲ ਵੇਖ। ਲਿਖਿਆ ਬਾਈਬਲ ਜਦੋਂ ਉਹਦਾ ਬਾਲਕਾ ਪਹਾੜ ਤੇ ਚੜਿਆ ਤੇ ਉਹਨੇ ਆ ਕੇ ਕਿਹਾ ਕਿ ਕੁਝ ਵੀ ਨਹੀਂ ਆ, ਤੇ ਏਲੀਆ ਨੇ ਉਹਨੂੰ ਕੀ ਕਿਹਾ? ਕਹਿੰਦਾ 7 ਵਾਰੀ ਚੜ ਕੇ ਵਾਪਸ ਆ, 7 ਵਾਰੀ ਚੜ ਕੇ ਐਦਾਂ ਹੀ ਕਰ। ਕਿੰਨੀ ਵਾਰ? 7 ਵਾਰ। ਕੀ ਲੋੜ ਸੀ ਪਰਮੇਸ਼ਰ ਦੇ ਦਾਸ ਏਲੀਆ ਨੂੰ ਇਹ ਕਹਿਣ ਦੀ ਕਿ 7 ਵਾਰੀ? ਜਦ ਕਿ ਅਧਿਕਾਰ, ਸਮਾਂ ਆ ਚੁੱਕਿਆ ਸੀ ਬਰਕਤ ਦਾ, ਸਮਾਂ ਆ ਚੁੱਕਿਆ ਸੀ ਕਾਲ ਦੇ ਟੁੱਟਣ ਦਾ, ਸਮਾਂ ਆ ਚੁੱਕਿਆ ਸੀ ਧਰਤੀ ਤੇ ਇਨਸਾਨ ਦੀ ਅੰਗੂਰੀ ਦੇ ਫੁੱਟਣ ਦਾ, ਖੁਸ਼ੀ ਦੇ ਮਰੇਜ ਤੋਂ ਆਉਣ ਦਾ। ਤੇ ਏਲੀਆ ਇੱਕ ਵਾਰੀ ਚ ਹੀ ਕਹਿ ਸਕਦਾ ਸੀ ਕਿ ਬਾਰਿਸ਼ ਪੈ ਗਈ, ਪਰ ਉਹਨੇ ਕਿਉਂ ਕਿਹਾ? ਕਹਿੰਦਾ 7 ਵਾਰੀ ਚੜ ਜਾ ਤੇ ਮੁੜ ਕੇ ਏਦਾਂ ਹੀ ਕਰ। ਬਾਲਕਾ ਪਹਿਲੀ ਵਾਰ ਪਹਾੜ ਤੇ ਚੜਿਆ, ਵਾਪਸ ਆਇਆ, ਕਹਿੰਦਾ ਕੁਛ ਨਹੀਂ ਆ। ਦੂਜੀ ਵਾਰ ਚੜਿਆ, ਫਿਰ ਆਇਆ, ਕਹਿੰਦਾ ਕੁਛ ਨਹੀਂ ਆ। ਏਲੀਆ ਨੇ ਕੇਵਲ ਇੱਕੋ ਵਾਰੀ ਕਿਹਾ, ਏਲੀਆ ਨੇ ਇੱਥੇ ਉਹਨੂੰ ਇੱਕੋ ਵਾਰੀ ਕਿਹਾ, ਕਹਿੰਦਾ
ਕਿ ਉਸਨੇ ਉਸਨੂੰ ਆਖਿਆ ਕਿ 7 ਵਾਰ ਮੁੜ ਜਾ। ਇੱਕੋ ਵਾਰੀ ਕਹਿਤਾ ਉਹਨੇ, 7 ਵਾਰ ਮੁੜ। ਤੀਜੀ ਵਾਰ ਗਿਆ, ਫਿਰ ਵਾਪਸ ਆਇਆ, ਕੁਛ ਨਹੀਂ ਆ। ਚੌਥੀ ਵਾਰ ਪਹਾੜ ਤੇ ਚੜ ਕੇ ਵੇਖਿਆ, ਬਾਰਿਸ਼ ਬੱਦਲ ਦਾ ਨਾਮੋ ਨਿਸ਼ਾਨ ਨਹੀਂ ਆ। ਪੰਜਵੀਂ ਵਾਰ ਫਿਰ ਪਹਾੜ ਤੇ ਚੜਿਆ, ਵਾਪਸ ਆਇਆ, ਕਹਿੰਦਾ ਕੋਈ ਨਾਮੋ ਨਿਸ਼ਾਨ ਨਹੀਂ ਆ। ਸਿਖਰ ਧੁੱਪ, ਕੋਈ ਨਾਮੋ ਨਿਸ਼ਾਨ ਨਹੀਂ ਆ। ਛੇਵੀਂ ਵਾਰ ਚੜਿਆ ਤੇ ਮੇਰੇ ਜੋ ਫਿਰ ਵਾਪਸ ਆਏ, ਕਹਿੰਦਾ ਕਿ ਕੁਛ ਵੀ ਨਹੀਂ ਆ, ਕੁਛ ਵੀ ਨਹੀਂ ਹੈ। ਅਸੀਂ ਇੱਕ ਵਾਰੀ ਪ੍ਰਾਰਥਨਾ ਕਰਦੇ ਆ, ਹੱਲ ਨਹੀਂ ਹੁੰਦਾਗਾ। 2 ਵਾਰੀ ਫੇਰ ਮਨ ਨੂੰ ਮਾਰਦੇ, ਇੱਕ ਵਾਰੀ ਫੇਰ ਦੇਖ ਲੈਨੇ ਆ, ਹੱਲ ਨਹੀਂ ਹੁੰਦਾਗਾ। 3 ਵਾਰੀ ਪ੍ਰਾਰਥਨਾ ਕਰਦੇ ਇੱਕ ਵਿਸ਼ੇ ਲਈ, ਹੱਲ ਨਹੀਂ ਹੁੰਦਾ। ਚੌਥੀ ਵਾਰ ਅਸੀਂ ਬੈਠਦੇ ਹੀ ਨਹੀਂ ਆ। ਅਸੀਂ ਇੱਕ ਐਤਵਾਰ ਇੱਥੇ ਆ ਗਏ ਆ, ਹੱਲ ਨਹੀਂ ਹੋਇਆ। ਦੂਜੀ ਐਤਵਾਰ ਇੱਥੇ ਆ ਗਏ ਆ, ਹੱਲ ਨਹੀਂ ਹੋਇਆ। ਤੀਜੀ ਵਾਰ ਇੱਥੇ ਆਏ ਆ, ਹੱਲ ਨਹੀਂ ਹੋਇਆ। ਫਿਰ ਚੌਥੀ ਵਾਰ ਕਿਸੇ ਹੋਰ ਪਾਸੇ ਚੱਲ ਜਾਂਦੇ, ਉੱਥੇ ਫਿਰ ਤੁਹਾਡੀ ਸਟਾਰਟਿੰਗ ਹੁੰਦੀ ਆ, ਉੱਥੇ ਫਿਰ ਪਹਿਲੀ ਵਾਰ ਹੁੰਦੀ ਆ। ਉੱਥੇ ਕੀ ਹੁੰਦੀ ਆ? ਫਸਟ ਟਾਈਮ। ਫਿਰ ਦੂਜੀ ਸੰਬਤ ਫੇਰ ਜਾਂਦੇ ਆ, ਫਿਰ ਹੱਲ ਨਹੀਂ ਹੁੰਦਾ। ਫਿਰ ਤੀਜੇ ਸੰਬਤ ਜਾਂਦੇ ਆ, ਫਿਰ ਹੱਲ ਨਹੀਂ ਹੁੰਦਾ। ਕਹਿੰਦੇ ਇੱਥੇ ਵੀ ਗੱਲ ਨਹੀਂ ਬਣੀ। ਫਲਾਣੇ ਥਾਂ ਫੇਸਬੁੱਕ ਤੇ YouTube ਤੇ ਪਾਇਆ ਸੀ, ਉਹ ਪਾਸਟਰ ਤੋਂ ਕੰਮ ਬੜਾ ਹੁੰਦਾ। ਫਿਰ ਅਸੀਂ ਤੀਜੀ ਚਰਚ ਜਾਂਦੇ ਆ, ਫਿਰ ਉੱਥੇ ਜਾਂਦੇ ਆ, ਪਹਿਲੀ ਵਾਰ ਜਾਂਦੇ ਆ। ਉੱਥੇ ਤੁਹਾਡਾ 7ਵੀਂ ਵਾਰੀ ਨਹੀਂ ਲਿਖਿਆ ਜਾਣਾ, ਤੁਸੀਂ ਉੱਥੇ ਪਹਿਲੀ ਵਾਰ ਜਾਓਗੇ, ਫਿਰ ਦੂਜੀ ਵਾਰ ਜਾਓਗੇ। ਕਹਿੰਦੇ ਹੱਲ ਨਹੀਂ ਨਿਕਲਿਆ। ਕਿਉਂਕਿ ਸਾਡੇ ਕੋਲ ਇੱਕ ਐਦਾਂ ਦਾ ਸੁਭਾਅ ਆ ਜਿਹੜਾ ਮਿਹਨਤ ਕਰਨ ਤੋਂ ਮੇਰੇ ਜੋ ਸਾਨੂੰ ਰੋਕਦਾ, ਜਿਹੜਾ ਮਿਹਨਤ ਕਰਨ ਤੋਂ ਰੋਕਦਾ। ਪਰ ਸੰਤ ਪੌਲਸ ਨੇ ਕੀ ਕਿਹਾ? ਪ੍ਰਭੂ ਚ ਕੀਤੀ ਹੋਈ ਤੁਹਾਡੀ ਮਿਹਨਤ ਥੋਥੀ ਨਹੀਂ ਹੋਵੇਗੀ। ਭਗਤੀ ਹੈ ਤਾਂ ਵੱਡੀ ਖੱਟੀ, ਜੇ ਸੰਤੋਖ ਨਾ ਕੀਤੀ ਜਾਵੇ। ਸੰਤੋਖ ਦਾ ਮਤਲਬ ਸਬਰ ਕਰਕੇ ਬੈਠੇ ਰਹੋ। 38 ਸਾਲ ਮੇਰੇ ਅਧਰੰਗੀ ਤਲਾਅ ਦੇ ਕਿਨਾਰੇ ਤੇ ਸੰਤੋਖ ਨਾਲ ਬੈਠਾ ਰਿਹਾ। 7ਵੀਂ ਵਾਰ ਫਿਰ ਚੜਿਆ, ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਪਰਮੇਸ਼ਵਰ ਦੇ ਦਾਸ ਏਲੀਆ ਦੇ ਚੇਲੇ ਨੇ, ਵਿਸ਼ਵਾਸੀ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਕਿ ਪਾਸਟਰ ਜੀ ਮੈਂ ਇੱਕ ਵਾਰੀ ਗਿਆ, ਕੁਛ ਲੱਭਾ ਨਹੀਂ। ਦੂਜੀ ਵਾਰ ਗਿਆ, ਕੁਛ ਲੱਭਾ ਨਹੀਂ। ਤੀਜੀ ਵਾਰ ਗਿਆ, ਕੁਛ ਲੱਭਾ ਨਹੀਂ। ਮੀਂਹ ਪੈਂਦਾ ਨਹੀਂਗਾ, ਧੁੱਪ ਸਿਖਰਦੀ ਆ, ਮੈਨੂੰ ਪਿਆਸ ਲੱਗੀ ਆ, ਨਾ ਪਾਣੀ ਨਾ ਰੋਟੀ, ਤੂੰ ਮੇਰੀਆਂ ਗੇੜੇ ਲਵਾਈ ਜਾਂਦਾ। ਲੇਕਿਨ ਜਦੋਂ 7ਵੀਂ ਵਾਰ ਗਿਆ, ਜਦੋਂ 7ਵੀਂ ਵਾਰ ਗਿਆ, ਪੜ੍ਹੀਏ ਇਹਦੀ ਅਗਲੀ ਆਇਤ ਨੂੰ। ਤਾਂ 7ਵੀਂ ਵਾਰ ਐਉਂ ਹੋਇਆ ਕਿ ਉਹਨੇ ਆਖਿਆ, ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰੋਂ ਉੱਠ ਰਿਹਾ ਹੈ। ਪਰ ਇਹ ਵੇਖ, ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿੰਨਾ ਸਮੁੰਦਰ ਚੋਂ ਉੱਠ ਰਿਹਾ। ਨਾ ਪਹਿਲੀ ਵਾਰ ਉਹ ਬੱਦਲ ਦਿਖਾਈ ਦਿੱਤਾ, ਨਾ ਦੂਜੀ ਵਾਰ ਬੱਦਲ ਦਿਖਾਈ ਦਿੱਤਾ, ਨਾ ਤੀਜੀ ਪ੍ਰੇਰ ਚ ਬੱਦਲ, ਨਾ ਚੌਥੀ ਪ੍ਰੇਰ ਚ ਬੱਦਲ, ਨਾ ਪੰਜਵੀਂ ਪ੍ਰੇਰ ਚ ਬੱਦਲ, ਨਾ ਛੇਵੀਂ ਪ੍ਰੇਰ ਚ ਬੱਦਲ। 7ਵੀਂ ਵਾਰ ਫਿਰ ਗਿਆ। 6 ਵਾਰ ਨਿਰਾਸ਼ਾ ਹੀ ਹੱਥ ਆਈ। 6 ਵਾਰ ਚ ਬੰਦਾ ਹਫ ਗਿਆ ਹੋਣਾ ਆ। ਪਹਾੜ ਤੇ ਚੜਨਾ, ਫਿਰ ਵਾਪਸ ਹੋਣਾ, ਫਿਰ ਚੜਨਾ, ਫਿਰ ਵਾਪਸ ਹੋਣਾ, ਫਿਰ ਚੜਨਾ, ਫਿਰ ਵਾਪਸ ਹੋਣਾ। ਆਸ ਕੋਈ ਨਹੀਂ ਆ। ਜਾਂ ਤੇ ਇਹ 7 ਦਾ ਵੀ 14 ਵਾਰੀ ਜਾਣ ਨੂੰ ਬੰਦਾ ਤਿਆਰ ਹੋ ਜਾਂਦਾ, ਜੇ ਉਹਨੂੰ ਆਸ ਦਿਸਦੀ ਹੋਵੇ। ਜੇ ਉਹਨੂੰ ਆਸ ਦਿਸਦੀ ਹੋਵੇ, 7 ਦਾ ਵੀ 700 ਵਾਰੀ ਜਾਣ ਨੂੰ ਤਿਆਰ ਆ ਕਿ ਲੈ ਜੀ ਆਸ ਆ। ਸਿਰਫ ਉਹ ਪਰਮੇਸ਼ਵਰ ਦੇ ਦਾਸ ਦੇ ਕਹੇ ਦੇ ਅਨੁਸਾਰ ਮਿਹਨਤ ਕਰ ਰਿਹਾ ਸੀ ਕਿ ਮੈਂ ਮਿਹਨਤ ਕਰਨੀ, ਬਸ ਮੇਰਾ ਕੰਮ ਮਿਹਨਤ ਕਰਨਾ ਆ। ਮੇਰਾ ਕੰਮ ਕਿੰਤੂ ਪ੍ਰੰਤੂ ਕਰਨਾ ਨਹੀਂ ਹੈ। ਜਿਹੜਾ ਕਿੰਤੂ ਪ੍ਰੰਤੂ ਕਰਦਾ ਉਹ ਬਾਈਬਲ ਨੂੰ ਰੱਦ ਕਰਦਾ ਆ, ਉਹ ਪਰਮੇਸ਼ਵਰ ਦੀਆਂ ਗੱਲਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਦਾ ਹੈ। ਤੇ ਅੱਜ ਤੱਕ ਕੋਈ ਵੀ ਇਨਸਾਨ ਏਦਾਂ ਦਾ ਨਹੀਂ ਹੈ, ਨਾ ਕੋਈ ਤਾਕਤ ਇੰਨੀ ਜਿਹੜੀ ਪ੍ਰਭੂ ਦੇ ਬਚਨਾਂ ਦੇ ਉੱਤੇ ਕਿੰਤੂ ਪ੍ਰੰਤੂ ਕਰੇ। ਕੀ ਘੁਮਿਆਰ ਮਿੱਟੀ ਘੁਮਿਆਰ ਨੂੰ ਕਹਿ ਸਕਦੇ ਤੂੰ ਮੈਨੂੰ ਕਿਸ ਵਿਧ ਬਣਾਇਆ? ਮਿੱਟੀ ਜਾਂ ਭਾਂਡਾ ਘੁਮਿਆਰ ਨੂੰ ਕਹਿ ਸਕਦਾ ਤੂੰ ਮੈਨੂੰ ਏਦਾਂ ਦਾ ਕਿਉਂ ਬਣਾਇਆ? ਕੀ ਕੋਈ ਇਨਸਾਨ ਕਹਿ ਸਕਦਾ ਪਰਮੇਸ਼ਰ ਨੂੰ ਕਿ ਤੂੰ ਮੇਰੇ ਜੀਵਨ 'ਚ ਏਦਾਂ ਕਿਉਂ ਕੀਤੀ? ਜੇ ਹਾਲਾਤ ਸਾਡੇ ਮਾੜੇ ਆ, ਜੇ ਹਾਲਾਤਾਂ ਦੇ ਵਿੱਚ ਮੇਰੇ ਜੋ ਸੁਧਾਰ ਨਹੀਂ ਹੁੰਦਾ, ਐ ਨਾ ਕਹੋ ਕਿ ਪ੍ਰਭੂ ਤੂੰ ਐ ਕਿਉਂ ਨਹੀਂ ਕਰਦਾ। ਇਸ ਰੂਪ 'ਚ ਭਗਤੀ ਕਰੋ ਕਿ ਪਰਮੇਸ਼ਰ ਇੱਕ ਦਿਨ ਮੇਰੇ ਜੀਵਨ 'ਚ ਕਰੇਗਾ, ਕਿਉਂਕਿ ਪਰਮੇਸ਼ਰ ਨੇ ਮੇਰੇ ਜੀਵਨ ਲਈ ਇੱਕ ਸਮਾਂ ਠਹਿਰਾਇਆ, ਉਹ ਮੇਰੀ ਮਿਹਨਤ ਤੋਂ ਬਾਅਦ ਮੈਨੂੰ ਮਿਲਣਾ। 7ਵੀਂ ਵਾਰ ਉਹਨੇ ਆ ਕੇ ਕਿਹਾ, ਕਹਿੰਦਾ ਕਿ ਮੈਂ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿੰਨਾ ਸਮੁੰਦਰ 'ਚੋਂ ਉੱਠਦਾ ਵੇਖਦਾ ਆ। ਤੇ ਏਲੀਆ ਨੇ ਕੀ ਕਿਹਾ ਸੀ? 7 ਵਾਰ ਪਹਾੜ ਤੇ ਚੜਨ ਤੋਂ ਪਹਿਲਾਂ ਹੀ ਕਹਿੰਦਾ ਮੈਂ ਹੁਣ ਬੱਦਲਾਂ ਦੀ ਗੜਗੜਾਹਟ ਨੂੰ ਤੇ ਬਹੁਤ ਭਾਰੀ ਮੀਂਹ ਦੀ ਆਵਾਜ਼ ਨੂੰ ਸੁਣਦਾ ਆ। ਜਦਕਿ 6 ਵਾਰ ਜਾਣ ਤੋਂ ਬਾਅਦ ਵੀ ਬੱਦਲ ਦਾ ਨਾਮੋ ਨਿਸ਼ਾਨ ਨਹੀਂ ਸੀ। ਇਹ ਆਵਾਜ਼ ਜਿਹੜੀ ਸੀ ਪਰਮੇਸ਼ਰ ਦੇ ਦਾਸ ਨੂੰ ਪਰਮੇਸ਼ਰ ਨੇ ਦੱਸ ਦੇ ਦਿੱਤੀ ਸੀ
ਕਿ ਮੈਂ ਬੱਦਲਾਂ ਦੀ ਗੜਗੜਾਹਟ ਨੂੰ ਸੁਣਦਾ ਪਿਆ, ਮੈਂ ਭਾਰੀ ਮੀਂਹ ਦੀ ਆਵਾਜ਼ ਨੂੰ ਸੁਣਦਾ ਪਿਆ ਆ। ਤੇ ਉਹ ਉਦੋਂ ਹੀ ਹੋਣਾ ਆ ਜੇ ਇਹਨਾਂ ਚੋਂ ਇੱਕ ਜਣਾ ਮਿਹਨਤ ਕਰੇ। ਕਾਲ ਦਾ ਸਮਾਂ ਸਾਰਿਆਂ ਦੇ ਜੀਵਨ 'ਚ, ਕਾਲ ਦਾ ਸਮਾਂ, ਕਾਲ ਦਾ ਮਤਲਬ ਦੁੱਖ, ਪ੍ਰੋਬਲਮਸ, ਬਿਮਾਰੀਆਂ, ਤੰਗੀਆਂ, ਗਰੀਬੀ, ਨਸ਼ਾ, ਬੁਰਾਈ, ਹਰ ਤਰ੍ਹਾਂ ਦੀ ਆਫਤ ਘਰਾਂ ਦੇ ਵਿੱਚ ਆਈ ਹੋਈ ਆ। ਇਹ ਕਾਲ ਨੂੰ ਦਰਸਾਉਂਦੀ ਆ। ਤਾਂ ਮੇਰੇ ਪਰ ਉਹ ਕਾਲ ਉਦੋਂ ਟੁੱਟੇਗਾ ਜਦੋਂ ਅਸੀਂ ਸਹੀ ਢੰਗ ਨਾਲ ਮਿਹਨਤ ਕਰਾਂਗੇ। ਅਸੀਂ ਆਪਣੇ ਵੱਲੋਂ ਗਿਣਤੀ ਨਹੀਂ ਕਰਨੀ ਕਿ ਕਿੰਨੀ ਵਾਰ ਮੈਨੂੰ ਕਰਨ ਦੀ ਲੋੜ ਆ, ਕਿੰਨੀ ਵਾਰ ਮੈਨੂੰ ਮਿਹਨਤ ਕਰਨ ਦੀ ਲੋੜ ਆ। ਮਿਹਨਤ ਕਰਦੇ ਜਾਓ, ਸਮਾਂ ਆਵੇਗਾ ਜਦੋਂ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਬਹੁਤ ਆਏ ਇਤਨਾ ਮਿਲੇਗਾ। ਤੁਸੀਂ ਆਖੋਗੇ ਮੈਂ ਤਾਂ ਇੰਨੀ ਕਿਹਾ ਹੀ ਨਹੀਂ ਸੀ ਜਿੰਨਾ ਮੇਰੇ ਲਈ ਰੱਬ ਨੇ ਕਰ ਦਿੱਤਾ। ਕਹਿੰਦਾ ਮੈਂ ਸਮੁੰਦਰ ਚੋਂ ਇੱਕ ਆਦਮੀ ਦੇ ਹੱਥ ਜਿੰਨਾ ਬੱਦਲ ਉੱਠਦਾ ਵੇਖਦਾ, ਤੇ ਉਸੇ ਇੱਕ ਛੋਟੇ ਜਿਹੇ ਬੱਦਲ ਦੀ ਆਵਾਜ਼ ਹੀ ਮੇਰੇ ਜੋ ਏਲੀਆ ਨੂੰ ਸੁਣਾਈ ਦਿੰਦੀ ਸੀ ਕਿ ਬਹੁਤ ਵੱਡਾ ਹੈ, ਬਹੁਤ ਵੱਡਾ। ਹਾਂਜੀ। ਤਾਂ ਉਸਨੇ ਆਖਿਆ, ਜਾ ਆਹਾਬ ਨੂੰ ਆਖ ਭਈ ਰੱਥ ਜੋੜ ਕੇ ਹੇਠਾਂ ਜਾਓ ਤਾਂ ਜੋ ਮੀਂਹ ਤੁਹਾਨੂੰ ਨਾ ਟਿਕਾਵੇ। ਉਹਨੇ ਆਖਿਆ ਕਿ ਜਾ ਕੇ ਆਹਾਬ ਨੂੰ ਕਹਿ ਆਪਣਾ ਰੱਥ ਜੋੜ ਤੇ ਹੇਠਾਂ ਚਲ ਜਾ, ਕਿਤੇ ਤੈਨੂੰ ਮੀਂਹ ਹੁਣ ਅਟਕਾ ਨਾ ਦਵੇ, ਰੋਕ ਨਾ ਦਵੇ। ਬੱਦਲ ਕਿੰਨਾ ਸੀ? ਆਦਮੀ ਦੇ ਹੱਥ ਦੀ ਤਲੀ ਜਿੰਨਾ। ਤੇ ਆਵਾਜ਼ ਕਿੰਨੀ ਆ ਰਹੀ ਸੀ? ਵੱਡੇ ਕੰਮ, ਵੱਡੇ ਚਮਤਕਾਰ ਤੇ ਮੌਜਦੇ ਦੀ, ਜਿਹੜਾ ਇਸ ਮਿਹਨਤ ਤੋਂ ਬਾਅਦ ਹੋਣਾ ਸੀ। ਕਹਿੰਦਾ ਬੱਦਲਾਂ ਦੀ ਗੜਗੜਾਹਟ ਤੇ ਭਾਰੀ ਮੀਂਹ ਦੀ ਆਵਾਜ਼ ਮੈਂ ਸੁਣਦਾ ਪਿਆ, ਪਰ ਉਹ ਉਦੋਂ ਹੀ ਹੋਵੇਗਾ ਜਦੋਂ ਮਿਹਨਤ ਕਰੋਗੇ। ਜੋ ਕਿਹਾ ਗਿਆ ਆ ਉਹਦਾ ਫਲ ਉਦੋਂ ਆਉਣਾ ਆ। ਏਲੀਆ ਦੇ ਬਾਲਕੇ ਨੇ ਮੇਰੇ ਜੋ 7 ਵਾਰ ਆਪਣੇ ਦਾਸ ਦੇ ਕਹਿਣ ਦੇ ਅਨੁਸਾਰ ਕੀਤਾ, ਤੇ 7ਵੀਂ ਵਾਰ ਇੱਕ ਮੇਰੇ ਜੋ ਛੋਟਾ ਜਿਹਾ ਬੱਦਲ ਸਮੁੰਦਰ ਚੋਂ ਨਿਕਲਿਆ ਆ। ਉਹ ਰੱਬ ਵੱਲੋਂ ਸੀ, ਉਹ ਪਰਮੇਸ਼ਰ ਵੱਲੋਂ ਸੀ। ਕਿਆ ਕਿਤੇ ਸੀ? ਬੱਦਲ ਕਿਤੇ ਉਠਾ ਦਿੱਤਾ ਰੱਬ ਨੇ। ਅਸੀਂ ਕਈ ਵਾਰ ਮਿਹਨਤ ਕਰਦੇ ਹੁੰਦੇ ਆ, ਲੇਕਿਨ ਮੇਰੇ ਜੋ ਉਸ ਮਿਹਨਤ ਦਾ ਅਜ਼ਰ ਨਹੀਂ ਆਉਂਦਾਗਾ। ਉਹਦਾ ਕਾਰਨ ਕੀ ਆ? ਕਿ ਸਾਡਾ ਧਿਆਨ ਪਰਮੇਸ਼ਰ ਦੀ ਗੱਲ ਵੱਲ ਨਹੀਂ, ਉਹਦੇ ਵਚਨ ਵੱਲ ਨਹੀਂ, ਆਪਣੀ ਇੱਛਾ ਦੇ ਵੱਲ ਹੁੰਦਾ ਆ। ਪਰਮੇਸ਼ਰ ਮੇਰੇ ਜੋ ਹੋ ਸਕਦਾ ਸੀ ਜੇ ਉਹਦਾ ਚੇਲਾ ਉੱਥੇ ਕੀ ਬੈਠ ਕੇ ਕਹੀ ਜਾਵੇ ਕਿ ਮੈਂ 10 ਮਿੰਟ ਬਾਅਦ ਲੇਟ ਜਾਵਾਂਗਾ, ਏਲੀਆ ਨੂੰ ਕਿਹੜਾ ਪਤਾ ਲੱਗਣਾ ਉੱਪਰੋਂ ਆਇਆ ਕਿੱਥੋਂ ਆਇਆ। ਦੂਜੀ ਵਾਰ ਫੇਰ ਲੁਕ ਕੇ ਰੁੱਖ ਕੋਲੇ ਖੜਾ ਰਵੇ, ਫਿਰ ਮੁੜ ਕੇ ਏਲੀਆ ਕੋਲ ਚਲ ਜਾਏ। ਅੱਜ ਬਹੁਤ ਸੁਭਾਅ ਇਦਾਂ ਦੇ ਆ ਜਿਹੜੇ ਮੇਰੇ ਜੋ ਦੱਸਦੇ ਤਾਂ ਬਹੁਤ ਆਪਣੀ ਧਾਰਮਿਕਤਾ, ਲੇਕਿਨ ਚੋਰੀਆਂ ਕਰਦੇ ਫਿਰਦੇ ਆ। ਪ੍ਰਾਰਥਨਾ ਤਾਂ ਅਸੀਂ ਬਹੁਤ ਦਿਖਾਉਂਦੇ ਆ ਕਿ ਸਾਡੀ ਬਹੁਤ ਲੰਬੀ ਪ੍ਰਾਰਥਨਾ ਆ, ਬਹੁਤ ਭਗਤੀ ਸਾਡੀ ਵਧੀਆ ਆ, ਲੇਕਿਨ ਉਹਨਾਂ ਦੀ ਪ੍ਰਾਰਥਨਾ ਜ਼ੀਰੋ ਹੋਈ ਹੁੰਦੀ ਆ, ਮਿਹਨਤ ਜ਼ੀਰੋ ਹੁੰਦੀ ਆ। ਫਲ ਬਹੁਤਾ ਚਾਹੁੰਦੇ ਆ, ਫਲ ਬਹੁਤਾ ਚਾਹੁੰਦੇ ਆ। ਕਿਉਂ ਨਹੀਂ ਕਾਲ ਦੇ ਬੰਧਨ ਟੁੱਟਦੇ? ਕਿਉਂਕਿ ਅਸੀਂ ਆਪਣੀ ਸੋਚ, ਆਪਣੀ ਤਾਕਤ ਨਾਲ ਕਾਲ ਦੇ ਬੰਧਨਾਂ ਤੋਂ ਆਜ਼ਾਦ ਹੋਣਾ ਚਾਹੁੰਦੇ ਆ। ਧਿਆਨ ਦਿਓ, ਜੇ ਪਰਮੇਸ਼ਰ ਨੇ ਤੁਹਾਨੂੰ ਸੱਦਿਆ ਆ, ਇਸੇ ਲਈ ਸੱਦਿਆ ਕਿ ਤੁਸੀਂ ਆਪਣੇ ਜੀਵਨ 'ਚ ਲੱਗੇ ਹੋਏ ਕਾਲ ਦੇ ਬੰਧਨ ਕਦੀ ਵੀ ਤੋੜ ਨਹੀਂ ਸਕਦੇ, ਤੁੜਵਾ ਨਹੀਂ ਸਕਦੇ, ਕੇਵਲ ਮੇਰੇ ਤੋਂ ਇਲਾਵਾ। ਇਹ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਕਹਿਣਾ। ਕਹਿੰਦਾ ਆਹਾਬ ਨੂੰ ਕਹਿ ਕੇ ਆਪਣਾ ਰੱਥ ਜੋੜ ਦੇ, ਹੁਣ ਨਿਕਲ ਜਾ ਇੱਥੋਂ, ਕਿਤੇ ਇਹ ਨਾ ਹੋਵੇ ਤੈਨੂੰ ਮੀਂਹ ਅਟਕਾ ਦੇਵੇ, ਮੀਂਹ ਕਰਕੇ ਤੈਨੂੰ ਇੱਥੇ ਰੁਕਣਾ ਪੈ ਜਾਵੇ। ਬੰਦਾ ਅੱਧਾ ਘੰਟਾ, 2 ਘੰਟੇ, 4 ਘੰਟੇ ਤੋਂ ਰੁਕ ਜਾਂਦਾ। ਇਸ ਗੱਲ ਤੋਂ ਅਸੀਂ ਇਹ ਜੱਜਮੈਂਟ ਲਾ ਸਕਦੇ ਹਾਂ ਕਿ ਬਹੁਤੇ ਦਿਨ ਮੀਂਹ ਪੈਣ ਵਾਲਾ ਸੀ, ਇੱਕ ਲੰਬਾ ਸਮਾਂ ਮੀਂਹ ਪੈਣਾ ਸੀ, ਤੇ ਆਹਾਬ ਬਹੁਤਾ ਲੰਬਾ ਸਮਾਂ ਉੱਥੇ ਰਹਿ ਨਹੀਂ ਸਕਦਾ ਸੀ। ਹਾਲੇਲੂਇਆ। ਤੇ ਕਿੱਦਾਂ ਦਾ ਮੀਂਹ? ਹਾਂਜੀ, ਇੰਨੇ ਵਿੱਚ ਇਉਂ ਹੋਇਆ, ਇੰਨੇ ਵਿੱਚ ਇਉਂ ਹੋਇਆ ਕਿ ਆਕਾਸ਼ ਘਟਾ, ਆਕਾਸ਼ ਘਟਾ ਔਰ ਹਵਾ ਨਾਲ ਕਾਲਾ ਹੋ ਗਿਆ, ਹਵਾ ਨਾਲ ਕਾਲਾ ਹੋ ਗਿਆ। ਸਿਰਫ ਬਾਲਕੇ ਨੇ ਮਿਹਨਤ ਕੀਤੀ, ਬਾਲਕੇ ਨੇ ਮਿਹਨਤ ਕੀਤੀ, ਪ੍ਰਭੂ ਦੇ ਦਾਸ ਦੇ ਕਹੇ ਹੋਏ ਸ਼ਬਦਾਂ ਨੂੰ ਫੋਲੋ ਕੀਤਾ। ਜਦ ਏਲੀਆ ਨੇ ਕਹਿ ਹੀ ਦਿੱਤਾ ਤੇ ਮੈਨੂੰ ਬਾਰ-ਬਾਰ ਚੜ੍ਹਨ ਉਤਰਨ ਦੀ ਕੀ ਲੋੜ ਆ? ਜਦ ਕਹਿ ਹੀ ਦਿੱਤਾ ਕਿ ਤੂੰ ਚੰਗਾ ਹੋ ਜਾਏਗਾ, ਜਦ ਕਹਿ ਹੀ ਦਿੱਤਾ ਕਿ ਤੂੰ ਬਾਹਰ ਚਲ ਜਾਏਗਾ, ਜਦ ਕਹਿ ਹੀ ਦਿੱਤਾ ਕਿ ਤੇਰੇ ਘਰ ਬੱਚਾ ਹੋ ਜਾਏਗਾ, ਤਾਂ ਹੁਣ ਮੈਨੂੰ ਮਿਹਨਤ ਕਰਨ ਦੀ ਕੀ ਲੋੜ ਆ? ਸੋਚ ਏਦਾਂ ਦੀ ਹੈ ਲੋਕਾਂ ਦੀ। ਜਦ ਪਤਾ ਕਿ ਏਲੀਆ ਦੇ ਕਹਿਣ ਨਾਲ ਸਭ ਕੁਝ ਹੁੰਦਾ ਆ, ਤੇ ਬਾਲਕੇ ਨੇ ਮਿਹਨਤ ਕੀਤੀ ਉਸ ਗੱਲ ਦੇ ਉੱਤੇ, ਕਿਉਂਕਿ ਏਲੀਆ ਨੂੰ, ਬਾਲਕੇ ਨੂੰ ਪਤਾ ਸੀ, ਚੇਲੇ ਨੂੰ ਪਤਾ ਸੀ
ਕਿ ਪਰਮੇਸ਼ਵਰ ਆਪਣੇ ਦਾਸਾਂ ਦੇ ਮੂੰਹ ਚੋਂ ਨਿਕਲੇ ਹੋਏ ਸ਼ਬਦਾਂ ਨੂੰ ਭੁੰਜੇ ਡਿੱਗਣ ਨਹੀਂ ਦਿੰਦਾ। ਤੇ ਜੇ ਮੇਰੇ ਸਵਾਮੀ ਨੇ ਗੱਲ ਕਹਿਤੀ ਆ ਕਿ ਮੀਂਹ ਆਉਣ ਵਾਲਾ ਆ, ਕਿ ਮੈਂ ਆਵਾਜ਼ ਸੁਣ ਰਿਹਾ, ਉਹ ਕਹਿ ਸਕਦਾ ਸੀ ਕਿ ਸਵਾਮੀ ਜੀ ਹੁਣ ਤੁਸੀਂ ਕਹਿ ਹੀ ਦਿੱਤਾ ਹੈ ਮੀਂਹ ਆਉਣਾ ਹੈ, ਮੈਨੂੰ ਜਾਣ ਦੀ ਕੀ ਲੋੜ ਆ, ਛੱਡੋ ਹੁਣ ਮੈਨੂੰ, ਮੈਂ ਥੱਕੂਗਾ ਐਵੇਂ। ਹੋਰ ਵੀ ਕਈ ਕੰਮ ਆ, ਤੁਹਾਡੀ ਰੋਟੀ ਬਣਾਉਣੀ ਆ, ਬਾਲਣ ਚੁੱਕ ਕੇ ਲਿਆਉਣਾ ਆ, ਆਟਾ ਗੁੰਨਣਾ ਆ, ਤੁਹਾਡੇ ਲਈ ਕਈ ਕੰਮ ਕਰਨੇ ਆ, ਤੁਹਾਡਾ ਕਮਰਾ ਸਜਾਉਣਾ ਆ, ਸਾਫ਼ ਕਰਨਾ ਆ, ਵਿਹੜਾ ਦੇਖਣਾ ਆ, ਆਲਾ ਦੁਆਲਾ ਦੇਖਣਾ ਆ, ਸੰਸਾਰ ਦੇਖਣਾ ਆ। ਇਹ ਸਰੀਰਕ ਬੰਦੇ ਦੀਆਂ ਸੋਚਾਂ, ਪਰ ਇਹ ਬੰਦਾ ਆਤਮਿਕ ਸੀ। ਇਸੇ ਲਈ ਮੇਰੇ ਜੋ ਏਲੀਆ ਦੇ ਕਹਿਣ ਨਾਲ 7 ਵਾਰੀ ਪਹਾੜ ਤੇ ਚੜਿਆ ਤਾਂ 7 ਵਾਰੀ ਥੱਲੇ ਆਇਆ। ਉਹਦੀ ਕੀਤੀ ਹੋਈ ਮਿਹਨਤ ਅਕਾਰਥ ਨਹੀਂ ਗਈ, ਵਿਅਰਥ ਨਹੀਂ ਗਈ। ਉਹ ਲਗਾਤਾਰ ਕੰਟੀਨਿਊ ਜੋ ਉਹਨੇ ਕਿਹਾ ਉਹ ਕਰਦਾ ਗਿਆ। ਤੇ ਲਿਖਿਆ 7ਵੀਂ ਵਾਰ ਆ ਕੇ ਜਦੋਂ ਉਹਨੂੰ ਦੱਸਿਆ, ਤਦੇ ਹੀ ਕਹਿੰਦਾ ਉਸੇ ਵਕਤ ਇੱਕ ਗੱਲ ਕਿਹਾ ਕਿ ਅਹਾਬ ਨੂੰ ਕਿਹਾ ਰੱਥ ਜੋੜਦਾ ਹੇਠਾਂ ਉਤਰ ਜਾ। ਕਹਿੰਦਾ ਉਸੇ ਵਕਤ ਆਕਾਸ਼ ਕਾਲੀਆਂ ਘਟਾਵਾਂ ਦੇ ਨਾਲ ਕਾਲਾ ਹੋ ਗਿਆ। ਜਦੋਂ ਕਾਲਾ ਹੋਇਆ ਤੇ ਬਾਰਿਸ਼ ਧਰਤੀ ਤੇ ਉਤਰੀ ਆਈ। ਬਾਰਿਸ਼ ਬਰਕਤ ਨੂੰ ਦਰਸਾਉਂਦੀ ਆ, ਬਾਰਿਸ਼ ਵਾਧੇ ਨੂੰ ਦਰਸਾਉਂਦੀ ਆ, ਬਾਰਿਸ਼ ਸ਼ੁਰੂਆਤ ਨੂੰ ਦਰਸਾਉਂਦੀ ਆ। ਜਦੋਂ ਬਾਰਿਸ਼ ਹੁੰਦੀ ਹੈ ਨਾ, ਜੇਠ ਹਾੜ ਤੋਂ ਬਾਅਦ ਜਦੋਂ ਬਾਰਿਸ਼ਾਂ ਹੁੰਦੀਆਂ ਤਾਂ ਮੇਰੇ ਤੋਂ ਨਵਾਂ ਘਾਹ ਪੁੰਗਰਦਾ, ਨਵੀਂ ਅੰਗੂਰੀ ਹੁੰਦੀ ਆ, ਨਵੀਂ ਅੰਗੂਰੀ ਹੁੰਦੀ ਆ। ਬਾਰਿਸ਼ ਸ਼ੁਰੂਆਤ ਨੂੰ ਦਰਸਾਉਂਦੀ ਆ। ਤੇ ਇਹ ਇੱਕ ਲੰਬੇ ਕਾਲ ਤੋਂ ਬਾਅਦ ਕੀਤੀ ਹੋਈ ਮਿਹਨਤ ਦਾ ਵੱਡਾ ਅਜ਼ਰ ਇਸੇ ਲਈ ਸੀ ਕਿ ਪ੍ਰਭੂ ਦਾ ਦਾਸ ਪੌਲਸ ਨਵੇਂ ਨੇਮ ਚ ਇਸੇ ਗੱਲ ਨੂੰ ਕਹਿ ਰਿਹਾ ਦੇਖ ਕੇ, ਕਹਿੰਦਾ ਤੁਹਾਡੀ ਮਿਹਨਤ ਜੋ ਤੁਸੀਂ ਪ੍ਰਭੂ ਚ ਕੀਤੀ ਕਦੇ ਵੀ ਥੋਥੀ ਨਹੀਂ ਹੋਵੇਗੀ। ਔਰ ਸਾਡਾ ਕੰਮ ਆ ਪਰਮੇਸ਼ਵਰ ਦੇ ਵਿੱਚ ਮਿਹਨਤ ਕਰਦੇ ਰਹਿਣਾ, ਸਾਡਾ ਕੰਮ ਆ ਪਰਮੇਸ਼ਵਰ ਦੇ ਵਿੱਚ ਬਣੇ ਰਹਿਣਾ, ਸਾਡਾ ਕੰਮ ਆ ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰਨਾ। ਤੇ ਜੇ ਆਖੋ ਕਿ ਮਿਹਨਤ ਕੋਈ ਹੋਰ ਕਰੇ ਤੇ ਫਲ ਅਸੀਂ ਖਾਵਾਂਗੇ, ਕਦੀ ਹੋ ਨਹੀਂ ਸਕਦਾ। ਇਹ ਕਦੀ ਵੀ ਹੋ ਨਹੀਂ ਸਕਦਾ। ਹਰੇਕ ਨੇ ਜਿੱਦਾਂ ਦਾ ਫਲ ਪਰਮੇਸ਼ਵਰ ਤੋਂ ਚਾਹੁੰਦਾ ਆ, ਉਦਾਂ ਦੀ ਉਹ ਮਿਹਨਤ ਕਰੇ। ਜਿੱਦਾਂ ਦਾ ਜੀਵਨ ਪਰਮੇਸ਼ਵਰ ਤੋਂ ਤੁਸੀਂ ਚਾਹੁੰਦੇ ਹੋ, ਉਦਾਂ ਦੀ ਮਿਹਨਤ ਕਰੋ। ਮਿਹਨਤ ਕੀਤਿਓਂ ਹੀ ਫਲ ਮਿਲਣਾ ਆ। ਤੇ ਤੁਹਾਡੀ ਪਰਮੇਸ਼ਵਰ 'ਚ ਕੀਤੀ ਮਿਹਨਤ ਕਦੇ ਵੀ ਵਿਅਰਥ ਨਹੀਂ ਹੋਵੇਗੀ, ਥੋਥੀ ਨਹੀਂ ਜਾਵੇਗੀ। ਤੁਹਾਡੀਆਂ ਪ੍ਰਾਰਥਨਾਵਾਂ, ਤੁਹਾਡੇ ਸਬਤ, ਤੁਹਾਡੀ ਫਾਸਟਿੰਗ, ਤੁਹਾਡੇ ਧੰਨਵਾਦ ਦੇ ਬਲੀਦਾਨ, ਤੁਹਾਡੇ ਚੜਾਵੇ, ਜੋ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਕੀਤੇ ਆ, ਆਪਣਾ ਅਸਲ ਭਗਤੀ ਦਾ ਫਰਜ਼ ਸਮਝ ਕੇ, ਤਾਂ ਮੇਰੇ ਜੋ ਇੱਕ ਦਿਨ ਤੁਹਾਨੂੰ ਉਹਦਾ ਵੱਡਾ ਅਜ਼ਰ ਮਿਲੇਗਾ। ਉਸ ਅਜ਼ਰ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਕੋਈ ਰੋਕ ਵੀ ਨਹੀਂ ਸਕੇਗਾ। ਸਿਰਫ ਇਹ ਦੋ ਇਨਸਾਨ ਜਿਨ੍ਹਾਂ ਨੂੰ ਪਤਾ ਸੀ ਕਿ ਹੁਣ ਬਾਰਿਸ਼ ਹੋਣੀ ਆ, ਤੇ ਬਾਰਿਸ਼ ਨੂੰ ਮੇਰੇ ਜੋ ਕੋਈ ਰੋਕ ਵੀ ਨਹੀਂ ਸਕਿਆ। ਯਾਕੂਬ ਤੇ ਯਹੋਨਾ ਦੀ ਮਾਤਾ ਭਾਵ ਜਬਦੀ ਦੀ ਪਤਨੀ ਆਪਣੇ ਦੋਨਾਂ ਪੁੱਤਰਾਂ ਨੂੰ ਲੈ ਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਂਦੀ ਆ। ਔਰ ਯਿਸੂ ਨੂੰ ਕਹਿੰਦੀ, ਹੈ ਪ੍ਰਭੂ ਮੈਂ ਚਾਹੁੰਦੀ ਜਦ ਤੂੰ ਆਪਣੀ ਬਾਦਸ਼ਾਹਤ ਵਿੱਚ ਜਾਵੇਂ, ਮੇਰਾ ਇੱਕ ਪੁੱਤਰ ਤੇਰੇ ਸੱਜੇ ਇੱਕ ਤੇਰੇ ਖੱਬੇ ਬੈਠੇ। ਤੇ ਯਿਸੂ ਮਸੀਹ ਨੇ ਇਨਕਾਰ ਕਰ ਦਿੱਤਾ। ਯਿਸੂ ਮਸੀਹ ਨੇ ਇਨਕਾਰ ਕਰ ਦਿੱਤਾ। ਕਹਿੰਦਾ ਇਹ ਕੰਮ ਮੈਂ ਨਹੀਂ ਕਰ ਸਕਦਾ। ਤੁਸੀਂ ਮੇਰਾ ਪਿਆਲਾ ਪੀ ਸਕਦੇ ਆ, ਤੁਹਾਡੇ ਲਈ ਔਖਾ ਨਹੀਂ ਆ, ਤੁਸੀਂ ਦੁੱਖ ਝੱਲ ਸਕਦੇ ਆ। ਜਿਹੜੇ ਦੁੱਖ ਮੈਂ ਝੱਲਣੇ ਆ ਸਲੀਬ ਲਈ, ਜਿਹੜੇ ਦੁੱਖ ਮੈਂ ਝੱਲਣੇ ਆ ਮਾਫੀ ਲਈ, ਜਿਹੜੇ ਦੁੱਖ ਮੈਂ ਮੁਕਤੀ ਲਈ ਝੱਲਣੇ ਆ, ਹਾਂ ਯਾਕੂਬ ਤੇ ਯਹੋਨਾ ਇਹ ਦੋਨੇ ਝੱਲ ਸਕਦੇ ਆ। ਮੇਰੀ ਥਾਂ ਇਹ ਦੁੱਖ ਝੱਲ ਸਕਦੇ ਆ, ਪਰ ਸੱਜੇ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ। ਕਹਿੰਦਾ ਪਿਤਾ ਦਾ ਕੰਮ, ਪਿਤਾ ਦਾ ਕੰਮ। ਕੀ ਦੱਸ ਰਿਹਾ ਆ? ਜਬਦੀ ਦੀ ਪਤਨੀ ਭਾਵ ਯਾਕੂਬ ਤੇ ਯਹੋਨਾ ਦੀ ਮਾਤਾ ਚਾਹੁੰਦੀ ਸੀ ਕਿ ਬਿਨਾਂ ਮਿਹਨਤ ਤੋਂ ਹੀ ਇਹ ਦੋਨੇ ਜਣੇ ਇੱਕ ਚੰਗਾ ਜੀਵਨ ਲੈ ਲੈਣ। ਬਿਨਾਂ ਮਿਹਨਤ ਤੋਂ ਹੀ ਮੇਰੀ ਸਿਫਾਰਿਸ਼ ਦੇ ਨਾਲ। ਕਈ ਵਾਰੀ ਸਿਫਾਰਿਸ਼ਾਂ ਲੈ ਕੇ ਆਉਂਦੇ ਅਸੀਂ, ਕਈ ਵਾਰੀ ਸਿਫਾਰਿਸ਼ਾਂ ਲੈ ਕੇ ਆਉਂਦੇ ਆ। ਪਾਸਟਰ ਜੀ ਮੇਰੀ ਮਾਸੀ ਦਾ ਮੁੰਡਾ ਆਇਆ ਅੱਜ, ਮੇਰੀ ਮਾਮੇ ਦਾ ਮੁੰਡਾ ਆਇਆ ਅੱਜ, ਪਾਸਟਰ ਜੀ ਮੇਰੀ ਮਾਸੀ ਆਈ ਅੱਜ, ਪਾਸਟਰ ਮੇਰਾ ਉਹ ਆਇਆ। ਹੁੰਦੀ ਸਿਫਾਰਿਸ਼ ਨਹੀਂ। ਨੇਚਾ ਤੁਹਾਡੀ ਹੈ, ਵਿਸ਼ਵਾਸ ਤੁਹਾਡਾ ਆ, ਕੰਮ ਫਿਰ ਹੋ ਜਾਂਦਾ। ਹਾਲੇਲੂਇਆ।
ਇੱਥੇ ਯਾਕੂਬ ਤੇ ਯਹੋਨਾ ਨੂੰ ਲੈ ਕੇ ਆਈ ਆ, ਪਰ ਉੱਥੇ ਕੀ ਕਿਹਾ ਆ? ਕਹਿੰਦਾ ਕਿ ਇਹ ਕੰਮ ਮੇਰਾ ਨਹੀਂ ਆ, ਤੁਸੀਂ ਮੇਰੀ ਖਾਤਰ ਦੁੱਖ ਝੱਲੋਗੇ, ਲੇਕਿਨ ਸੱਜੇ ਤੇ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ, ਬਲਕਿ ਪਿਤਾ ਦਾ ਕੰਮ ਆ। ਤੇ ਪਿਤਾ ਉਦੋਂ ਹੀ ਕੰਮ ਕਰੇਗਾ ਜਦੋਂ ਤੁਸੀਂ ਮਿਹਨਤ ਕਰੋਗੇ। ਅਸੀਂ ਜੀਵਨ ਦਾ ਆਨੰਦ ਤਾਂ ਸਾਰੇ ਚਾਹੁੰਦੇ ਆ, ਜੀਵਨ ਦਾ ਸੁੱਖ ਤਾਂ ਸਾਰੇ ਚਾਹੁੰਦੇ ਆ, ਪਰ ਜੀਵਨ ਦੇ ਆਨੰਦ ਤੇ ਸੁੱਖ ਦੇ ਲਈ ਮਿਹਨਤ ਵੀ ਕਰਨੀ ਪੈਣੀ ਆ। ਖੇਤ ਵਿੱਚ ਬਿਨਾਂ ਮਿਹਨਤ ਕੀਤੇ ਤੁਸੀਂ ਕਦੀ ਵੀ ਚੰਗਾ ਫਲ ਨਹੀਂ ਲੈ ਸਕਦੇ। ਕਿਸੇ ਵੀ ਫੀਲਡ ਵਿੱਚ, ਸੰਸਾਰਕ ਰੂਪ ਦੇ ਵਿੱਚ ਚਲੇ ਜਾਓ, ਤੁਸੀਂ ਬਿਨਾਂ ਮਿਹਨਤ ਤੋਂ ਕਦੀ ਵੀ ਕੁਝ ਨਾ ਕਮਾ ਸਕਦੇ, ਨਾ ਕੁਝ ਪਾ ਸਕਦੇ, ਨਾ ਹਾਸਲ ਕਰ ਸਕਦੇ। ਜੇ ਤੁਸੀਂ ਮਿਹਨਤ ਕਰੋਗੇ ਤਾਂ ਮੇਰੇ ਇਜ਼ੋ ਤੁਸੀਂ ਜ਼ਰੂਰ ਆ ਵੱਡਾ ਫਲ ਪਾਓਗੇ, ਵੱਡਾ ਆਨੰਦ ਪਾਓਗੇ, ਔਰ ਮੇਰੇ ਇਜ਼ੋ ਤੁਹਾਡਾ ਨਾਮ ਉਹ ਪਦਵੀ ਉੱਚੀ ਹੋਵੇਗੀ। ਹੁਣ ਯਾਕੂਬ ਤੇ ਯਹੋਨਾ ਦੇ ਲਈ ਮਾਤਾ ਇਹ ਚਾਹੁੰਦੀ ਸੀ ਕਿ ਇਹ ਇੱਕ ਚੰਗਾ ਰੁਤਬਾ ਪਾਲਣ, ਪਰ ਯਿਸੂ ਮਸੀਹ ਨੇ ਨਾ ਕਰ ਦਿੱਤੀ। ਯਿਸੂ ਮਸੀਹ ਨੇ ਨਾ ਕਰ ਦਿੱਤੀ, ਕਹਿੰਦਾ ਨਹੀਂ, ਏਦਾਂ ਹੋ ਨਹੀਂ ਸਕਦਾ। ਪਰ ਯਿਸੂ ਮਸੀਹ ਨੇ ਇਸ ਤੋਂ ਪਹਿਲਾਂ ਇਹ ਗੱਲ ਕਹੀ ਸੀ ਨਾ 12 ਨੂੰ। ਇਸ ਤੋਂ ਪਹਿਲਾਂ, ਇਹ ਗੱਲ ਕਰਨ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਨੇ ਗੱਲ ਕਹੀ ਸੀ, ਜਦੋਂ ਪਤਰਸ ਨੇ ਕਿਹਾ ਕਿ ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਚੱਲੇ, ਤੂੰ ਸਾਨੂੰ ਕੀ ਦੇਂਗਾ? ਉਹਨੇ ਕਹਿੰਦਾ 100 ਗੁਣਾ ਇਸ ਧਰਤੀ ਉੱਤੇ ਅਨੰਤ ਜੀਵਨ ਮੇਰੇ ਰਾਜ ਦੇ ਵਿੱਚ ਹੋਵੇਗਾ। ਤੁਸੀਂ 12 ਸਿੰਘਾਸਨਾਂ ਤੇ ਬੈਠੋਗੇ ਤੇ 12 ਗੋਤਾਂ ਦਾ ਤੁਸੀਂ ਨਿਆਂ ਕਰੋਗੇ। ਕੀ ਕਿਹਾ ਪ੍ਰਭੂ ਯਿਸੂ ਮਸੀਹ ਨੇ? ਕਹਿੰਦਾ ਤੁਸੀਂ 12 ਸਿੰਘਾਸਨਾਂ ਤੇ ਬੈਠੋਗੇ, ਪਦਵੀ ਦਿੱਤੀ, ਫਿਰ ਅਧਿਕਾਰ ਦਿੱਤਾ। ਕਹਿੰਦਾ ਤੁਸੀਂ 12 ਗੋਤਾਂ ਦਾ ਨਿਆਂ ਵੀ ਕਰੋਗੇ। ਇਹ ਦੋ ਚੀਜ਼ਾਂ ਪਰਮੇਸ਼ਰ ਨੇ, ਪ੍ਰਭੂ ਯਿਸੂ ਮਸੀਹ ਨੇ ਇਹਨਾਂ ਚੇਲਿਆਂ ਨੂੰ ਪਹਿਲਾਂ ਹੀ ਕਹਿ ਦਿੱਤੀਆਂ। ਮਤੀ ਦੀ ਅੰਜੀਲ 19 ਅਧਿਆਏ ਉਹਦੀ 27 ਤੇ 28 ਆਇਤ ਪੜ੍ਹੀਏ। ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ, ਤਦ ਪਤਰਸ ਨੇ ਯਿਸੂ ਨੂੰ ਉੱਤਰ ਦਿੱਤਾ, ਵੇਖ ਅਸੀਂ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ। ਅਸੀਂ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ, ਫਿਰ ਸਾਨੂੰ ਕੀ ਲੱਭੂ? ਜੀ। ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜਦ ਮਨੁੱਖ ਦਾ ਪੁੱਤਰ ਨਵੀਂ ਸ੍ਰਿਸ਼ਟ ਵਿੱਚ ਆਪਣੇ ਤੇਜ ਦੇ ਸਿੰਘਾਸਨ ਉੱਤੇ ਬੈਠੇਗਾ, ਤਦ ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ 12 ਸਿੰਘਾਸਨਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੀਆਂ 12 ਗੋਤਾਂ ਦਾ ਨਿਆਂ ਕਰੋਗੇ। ਮੇਰੇ ਪਿੱਛੇ ਜੇ ਤੁਸੀਂ ਚੱਲ ਪਏ ਆ ਤੇ ਤੁਸੀਂ 12 ਸਿੰਘਾਸਨਾਂ ਤੇ ਬੈਠੋਗੇ ਤੇ ਇਜ਼ਰਾਈਲ ਦੇ 12 ਗੋਤਾਂ ਦਾ ਤੁਸੀਂ ਨਿਆਂ ਕਰੋਗੇ। ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ, ਪਦਵੀਆਂ ਸੁਣਨ ਤੋਂ ਬਾਅਦ, ਅਧਿਕਾਰ ਸੁਣਨ ਤੋਂ ਬਾਅਦ ਮਾਤਾ ਸਿਫਾਰਿਸ਼ ਲੈ ਕੇ ਆ ਗਈ ਆ। ਤੇ ਯਿਸੂ ਮਸੀਹ ਜਿਹਨੇ ਇਹਨਾਂ 12 ਨੂੰ ਚੁਣਿਆ, ਜਿਹਨੇ ਇਹਨਾਂ ਦੋਨਾਂ ਸਕੇ ਭਰਾਵਾਂ ਨੂੰ ਚੁਣਿਆ, ਉਹਨਾਂ ਨੇ ਸਾਫ਼ ਕਹਿਤਾ ਕਿ ਪਿਤਾ ਨੇ ਬਿਠਾਉਣਾ ਆ ਤੇ ਉਹਦੇ ਬੈਠਣ, ਉਹਦੇ ਆਨੰਦ ਨੂੰ ਪੂਰਾ ਕਰਨ ਲਈ ਜ਼ਰੂਰੀ ਆ ਕਿ ਤੁਸੀਂ ਸਭ ਕੁਝ ਛੱਡ ਕੇ ਮੇਰੇ ਪਿੱਛੇ ਆ ਜਾਓ। ਔਰ ਇਹਨਾਂ ਦੋਨਾਂ ਨੇ ਯਿਸੂ ਮਸੀਹ ਦੇ ਪਿੱਛੇ ਆਪਣਾ ਜੀਵਨ ਦਿੱਤਾ, ਉਹਦੇ ਪਿੱਛੇ ਚੱਲੇ। ਮਾਤਾ ਨੇ ਤਾਂ ਕੇਵਲ ਕਿਹਾ ਸੀ ਸਵਰਗ ਦੇ ਵਿੱਚ ਬੈਠਣ ਦੀ ਗੱਲ ਕੀਤੀ ਸੀ ਕਿ ਜਦੋਂ ਤੂੰ ਸਵਰਗ ਵਿੱਚ ਜਾਵੇਂ, ਮੇਰਾ ਇੱਕ ਪੁੱਤਰ ਤੇਰੇ ਸੱਜੇ, ਮੇਰਾ ਇਹ ਦੂਜਾ ਪੁੱਤਰ ਤੇਰੇ ਖੱਬੇ ਹੋਣਾ ਚਾਹੀਦਾ। ਇਹ ਤਾਂ ਸਵਰਗ ਦੀ ਗੱਲ ਕੀਤੀ, ਇਹ ਸਵਰਗ ਦੀ ਗੱਲ ਕੀਤੀ। ਲੇਕਿਨ ਪਰਮੇਸ਼ਵਰ ਸਵਰਗ ਦੇ ਨਾਲ ਨਾਲ ਧਰਤੀ ਉੱਤੇ ਵੀ ਕਿਰਪਾ ਕਰਨੀ ਚਾਹੁੰਦਾ ਆ, ਧਰਤੀ ਉੱਤੇ ਵੀ ਰਹਿੰਦਿਆਂ ਦਇਆ ਕਰਨੀ ਚਾਹੁੰਦਾ ਆ। ਇਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਵਚਨ ਨੂੰ ਸੁਣਿਆ ਤੇ ਸਭ ਕੁਝ ਛੱਡ ਕੇ ਉਹਦੇ ਪਿੱਛੇ ਚੱਲ ਪਏ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਮੇਰੇ ਤੋਂ ਪਿੱਛੇ ਚੱਲਦੇ ਇਹਨਾਂ ਦੇ ਜੀਵਨ ਨੂੰ ਪੜ੍ਹਦੇ ਆ, ਹਰ ਥਾਂ ਦੇ ਉੱਤੇ 12 ਚੇਲੇ, 12 ਚੋਂ 11 ਚੇਲੇ ਨਾਲ ਰਹਿੰਦੇ ਸੀ, ਪਰ ਉਹਨਾਂ 11 ਚੋਂ ਖਾਸ ਕਿਹੜੇ ਗਿਣੇ ਗਏ? 3 ਚੇਲੇ, ਪਤਰਸ, ਯਾਕੂਬ ਤੇ ਯਹੋਨਾ। ਯਿਸੂ ਮਸੀਹ ਨਹੀਂ ਚਾਹੁੰਦਾ ਸੀ ਇਕੱਲਾ ਸਵਰਗ ਦੇ ਵਿੱਚ ਇਹਨਾਂ ਨੂੰ ਅਧਿਕਾਰ ਮਿਲੇ, ਉਹ ਚਾਹੁੰਦਾ ਸੀ ਧਰਤੀ ਉੱਤੇ ਵੀ ਤੁਹਾਨੂੰ ਪਦਵੀ ਮਿਲੇ। ਔਰ ਇਹਨਾਂ ਨੇ ਮਿਹਨਤ ਕੀਤੀ, ਇਹ ਪ੍ਰਭੂ ਦੇ ਪਿੱਛੇ ਚੱਲੇ, ਬਹੁਤ ਕੁਝ ਤਿਆਗਿਆ, ਬਹੁਤ ਕੁਝ ਛੱਡਿਆ। ਤੇ ਉਸ ਤੋਂ ਬਾਅਦ ਮੇਰੇ ਇਸ ਤੋਂ ਬਾਈਬਲ ਬਿਆਨ ਕਰਦੀ, ਪੜ੍ਹ ਕੇ ਦੇਖੀਏ ਮਰਕਸ ਦੀ ਅੰਜੀਲ 9 ਅਧਿਆਏ ਉਹਦੀ 2 ਆਇਤ ਪੜ੍ਹੀਏ। ਜਦੋਂ ਪ੍ਰਭੂ ਯਿਸੂ ਮਸੀਹ ਇੱਕ ਪਹਾੜ ਉੱਤੇ ਗਿਆ, ਆਪਣੇ ਸਾਰਿਆਂ ਚੇਲਿਆਂ ਚੋਂ, 12 ਚੇਲਿਆਂ ਚੋਂ 3 ਚੇਲੇ ਉਹਨੇ ਨਾਲ ਖੜੇ, ਤਾਂ ਕਿ ਇੱਕ ਵੱਡੇ ਭੇਦ ਦੀ ਗੱਲ ਪਤਾ ਲੱਗ ਸਕੇ। ਯਿਸੂ ਨੂੰ ਪਤਾ ਸੀ ਹੁਣ ਮੇਰਾ ਰੁਤਬਾ, ਮੇਰਾ
ਜਲਾਲ ਜਿਹੜਾ ਮੇਰਾ ਰੂਪ ਜਿਹੜਾ ਉਹ ਬਦਲਣਾ ਆ। ਹੁਣ ਮੇਰੇ ਨਾਲ ਪਿਤਾ ਨੇ ਗੱਲ ਕਰਨੀ ਆ, ਪਿਤਾ ਦਾ ਪ੍ਰਤਾਪ ਮੇਰੇ ਉੱਤੇ ਉਤਰਨਾ ਆ। ਤੇ ਯਿਸੂ ਮਸੀਹ ਨੇ ਉਸ ਵਕਤ ਮੇਰੇ ਜੋ ਆਪਣੇ 3 ਚੇਲਿਆਂ ਦਾ ਚੁਣਾਵ ਕੀਤਾ ਜਿਹੜੇ ਯਿਸੂ ਮਸੀਹ ਦੇ ਨਾਲ ਰਹਿੰਦੇ ਸੀ। ਹਾਂਜੀ। 6 ਦਿਨਾਂ ਪਿੱਛੋਂ ਯਿਸੂ ਨੇ ਪਤਰਸ ਅਤੇ ਯਾਕੂਬ ਅਤੇ ਯਹੂਨਾ ਨੂੰ ਨਾਲ ਲਿਆ ਅਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਨਿਰਾਲੇ ਵਿੱਚ ਅਲੱਗ ਲੈ ਗਿਆ ਅਤੇ ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਔਰ ਉਹਦੇ ਕੱਪੜੇ ਚਮਕਣ ਲੱਗੇ ਔਰ ਅਜਿਹੇ ਡਾਢੇ ਚਿੱਟੇ ਹੋ ਗਏ ਕਿ ਜਗਤ ਵਿੱਚ ਕੋਈ ਸ਼ਿੰਬਾ ਉਹ ਜਿਹਾ ਚਿੱਟੇ ਨਹੀਂ ਕਰ ਸਕਦਾ। ਅਤੇ ਏਲੀਆ ਮੂਸਾ ਦੇ ਨਾਲ ਉਹਨਾਂ ਨੂੰ ਵਿਖਾਈ ਦਿੱਤਾ ਔਰ ਉਹ ਯਿਸੂ ਨਾਲ ਗੱਲਾਂ ਕਰਦੇ ਸਨ। ਬਸ ਹਾਲੇਲੂਇਆ। ਮਾਤਾ ਤਾਂ ਕੇਵਲ ਸਵਰਗ ਦੀ ਗੱਲ ਕਰਦੀ ਪਈ ਆ, ਤੇ ਇੱਥੇ ਮੇਰੇ ਜੋ ਪਰਮੇਸ਼ਰ ਧਰਤੀ ਉੱਤੇ ਵੀ ਕਿਰਪਾ ਕਰਨੀ ਚਾਹੁੰਦਾ ਹੈ, ਆਪਣੇ ਜਲਾਲ ਨੂੰ ਦਿਖਾਉਣਾ ਚਾਹੁੰਦਾ ਹੈ। ਇਹਨਾਂ ਨੇ ਮਿਹਨਤ ਕੀਤੀ ਦੋਨਾਂ ਭਰਾਵਾਂ ਨੇ, ਤੇ ਪਰਮੇਸ਼ਰ ਚ ਕੀਤੀ ਹੋਈ ਮਿਹਨਤ ਦਾ ਅਜ਼ਰ ਉਹਨਾਂ ਦੇ ਉੱਤੇ ਆਇਆ। ਉਹਨਾਂ ਦੀ ਮਿਹਨਤ ਅਕਾਰਥ ਨਹੀਂ ਗਈ, ਬਿਥੋਥੀ ਨਹੀਂ ਗਈ। ਉਹਨਾਂ ਦਾ ਪਰਿਵਾਰ ਨੂੰ ਛੱਡਣਾ, ਉਹਨਾਂ ਦਾ ਪ੍ਰਭੂ ਦੇ ਪਿੱਛੇ ਚੱਲਣਾ ਵਿਅਰਥ ਨਹੀਂ ਗਿਆ। ਹੁਣ 12 ਦੇ ਵਿੱਚੋਂ 3 ਚੁਣ ਲਏ ਔਰ ਤਿੰਨਾਂ ਨੂੰ ਮੇਰੇ ਜੋ ਆਪਣੇ ਨਾਲ ਪਹਾੜ ਤੇ ਲੈ ਕੇ ਗਿਆ, ਜਿੱਥੇ ਯਿਸੂ ਮਸੀਹ ਦਾ ਰੂਪ ਬਦਲ ਗਿਆ, ਜਿੱਥੇ ਯਿਸੂ ਮਸੀਹ ਦਾ ਰੂਪ ਬਦਲ ਗਿਆ। ਇੱਕ ਵੱਡਾ ਪ੍ਰਕਾਸ਼, ਇੱਕ ਵੱਡਾ ਪ੍ਰਤਾਪ ਜਿਹਨੇ ਮੇਰੇ ਨੂੰ ਘੇਰ ਲਿਆ। ਤੇ ਇਹਨਾਂ ਤਿੰਨਾਂ ਨੇ ਵੇਖਿਆ ਮੂਸਾ ਤੇ ਏਲੀਆ ਦੇ ਨਾਲ ਗੱਲਾਂ ਕਰਦੇ ਪਏ ਆ। ਮੂਸਾ ਤੇ ਏਲੀਆ ਦੋਨੇ ਵਿਖਿਆ ਯਿਸੂ ਨਾਲ ਕੀ ਕਰਦੇ ਆ, ਗੱਲਾਂ ਕਰਦੇ ਪਏ ਆ। ਖੁਦਾ ਦਿਖਾਉਣਾ ਚਾਹੁੰਦਾ ਸੀ। ਜਿਹੜੇ ਹਜ਼ਾਰਾਂ ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ, ਪਰਮੇਸ਼ਵਰ ਯਿਸੂ ਮਸੀਹ ਆਪਣੇ ਇਹਨਾਂ ਚੇਲਿਆਂ ਨੂੰ ਉਹਨਾਂ ਦੇ ਚਿਹਰੇ ਦਿਖਾਉਣਾ ਚਾਹੁੰਦਾ ਸੀ ਕਿ ਇਹ ਲੋਕ ਸੀ ਜਿਨ੍ਹਾਂ ਨੂੰ ਮੈਂ ਪਹਿਲਾਂ ਇਸਤੇਮਾਲ ਕੀਤਾ ਆ। ਇਹ ਉਹ ਜਿਹਦੇ ਦੁਆਰਾ ਸ਼ਰਾ ਧਰਤੀ ਤੇ ਆਈ, ਇਹ ਉਹ ਜਿਹੜਾ ਪਰਮੇਸ਼ਰ ਦੇ ਸਹੀ ਢੰਗ ਨਾਲ ਚੱਲਿਆ ਤੇ ਜਿਉਂਦਾ ਹੀ ਉਠਾਇਆ ਗਿਆ। ਹਾਲੇਲੂਇਆ। ਮਿਹਨਤ ਪਰਮੇਸ਼ਰ ਦੇ ਵਿੱਚ ਕੀਤੀ ਮਿਹਨਤ ਕਦੀ ਵੀ ਥੋਥੀ ਨਹੀਂ ਹੋਵੇਗੀ। ਤੁਹਾਡਾ ਕੋਈ ਕੰਮ ਫਸ ਗਿਆ, ਤੁਸੀਂ ਕਿਤੇ ਫਸ ਗਏ ਆ, ਤੁਹਾਡੀ ਜ਼ਿੰਦਗੀ 'ਚ ਕੋਈ ਰੁਕਾਵਟ ਆ ਗਈ ਹੈ, ਕੋਈ ਪਰੇਸ਼ਾਨੀ ਆ ਗਈ ਹੈ, ਕੋਈ ਹਾਲਾਤ ਤੁਹਾਡੇ ਬਦਲਦੇ ਨਹੀਂ ਪਏ, ਉਹਦੇ ਲਈ ਤੁਸੀਂ ਮਿਹਨਤ ਵਿੱਚ ਬਣੇ ਰਹੋ। ਮਿਹਨਤ ਵਿੱਚ ਢਿੱਲੇ ਨਾ ਪਵੋ, ਲਗਾਤਾਰ ਪ੍ਰਭੂ ਦੇ ਵਿੱਚ ਬਣੇ ਰਹੋ, ਪ੍ਰਾਰਥਨਾ ਦੇ ਵਿੱਚ ਬਣੇ ਰਹੋ। ਜਦੋਂ ਬਣੇ ਰਹੋਗੇ ਜ਼ਰੂਰ ਆ ਕੇ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਉੱਤੇ ਹੋਵੇਗੀ। ਤੁਹਾਡੀ ਕੀਤੀ ਹੋਈ ਮਿਹਨਤ ਤੁਹਾਨੂੰ ਅਜ਼ਰ ਦਵਾਵੇਗੀ, ਤੁਹਾਨੂੰ ਫਲ ਦਵਾਵੇਗੀ। ਤੇ ਧੰਨ ਉਹ ਆ ਜਿਹੜੇ ਅਜ਼ਰ ਤੋਂ ਬਗੈਰ, ਫਲ ਤੋਂ ਬਗੈਰ ਖੁਦਾ ਦੀ ਭਗਤੀ ਕਰਦੇ ਆ। ਤੇ ਅਜ਼ਰ ਤੇ ਫਲ ਤੋਂ ਬਗੈਰ ਬਿਨਾਂ ਆਸ ਕੀਤਿਓ ਜਿਹੜਾ ਮੇਰੇ ਜੋ ਭਗਤੀ ਕਰਦਾ ਆ ਉਹਨੂੰ ਵੱਡਾ ਫਲ ਮਿਲਦਾ। ਉਹਦੇ ਲਈ ਪਰਮੇਸ਼ਰ ਨੇ ਸੰਤ ਯਸ਼ਾਇਆ ਵਿੱਚ ਦੀ ਕਿਹਾ ਕਿ ਤੂੰ ਪਿੱਤਲ ਦੀ ਆਸ ਰੱਖੇਗਾ, ਸੋਨਾ ਦਵਾਂਗਾ। ਇਹ ਦੋ ਜ਼ਿੰਦਗੀਆਂ ਦੀ ਗੱਲ ਹੈ, ਜ਼ਿੰਦਗੀਆਂ ਦੀ ਕੀਮਤ ਦੀ ਗੱਲ ਹੈ। ਇਹ ਦੋ ਜ਼ਿੰਦਗੀਆਂ, ਪਿੱਤਲ ਤੇ ਸੋਨਾ, ਦੋ ਜ਼ਿੰਦਗੀਆਂ ਨੂੰ ਦਰਸਾਉਂਦਾ ਹੈ। ਸੋਨਾ ਤੇ ਪਿੱਤਲ ਦੋ ਕੀਮਤਾਂ ਨੂੰ ਦਰਸਾਉਂਦਾ ਆ ਕਿ ਤੁਹਾਡੀ ਕੀਮਤ, ਤੁਸੀਂ ਆਪਣੀ ਨਜ਼ਰ ਦੇ ਵਿੱਚ ਤੁਹਾਡੀ ਕੀਮਤ ਇਹ ਹੋਵੇਗੀ, ਲੇਕਿਨ ਮੈਂ ਤੁਹਾਨੂੰ ਸੋਨੇ ਵਰਗੀ ਕੀਮਤ ਦੱਸਾਂਗਾ। ਹਾਲੇਲੂਇਆ। ਕਿਉਂਕਿ ਜਦੋਂ ਬਾਈਬਲ ਨੂੰ ਦੇਖਦੇ ਹਾਂ ਅਸੀਂ, ਪੁਰਾਣਾ ਨਿਯਮ ਉਤਪਤੀ ਕਿਤਾਬ ਜਦੋਂ ਦੇਖਦੇ ਹਾਂ, ਪਰਮੇਸ਼ਵਰ ਨੇ ਆਦਮ ਨੂੰ ਸੋਨੇ ਵਰਗਾ ਬਣਾਇਆ। ਪਰਮੇਸ਼ਵਰ ਨੇ ਆਦਮ ਨੂੰ ਸੋਨੇ ਵਰਗਾ ਬਣਾਇਆ, ਲੇਕਿਨ ਇਨਸਾਨ ਨੇ ਪਾਪ ਕਰਕੇ ਆਪਣੇ ਆਪ ਨੂੰ ਪਿੱਤਲ ਵਰਗਾ ਬਣਾ ਲਿਆ। ਪਿੱਤਲ ਤੇ ਸੋਨੇ 'ਚ ਖੂਬੀ ਇਹ ਹੁੰਦੀ ਆ ਕਿ ਦੇਖਣ ਨੂੰ ਇੱਕੋ ਜਿਹੇ ਹੁੰਦੇ ਆ, ਪਰ ਕੀਮਤ ਤੋਂ ਪਤਾ ਲੱਗਦਾ ਆ। ਹਾਲੇਲੂਇਆ। ਕੀਮਤ। ਬੱਚੇ ਨੂੰ ਸ਼ਾਂਤ ਕਰਾਓ, ਤੁਹਾਡੇ ਨੇੜੇ ਤੇੜੇ ਡਿਸਟਰਬ ਹੋ ਰਹੇ ਆ। ਹਾਲੇਲੂਇਆ। ਵਲੰਟੀਅਰ ਹੈ ਨਹੀਂ ਇੱਥੇ ਕੋਈ ਵੀ? ਵਲੰਟੀਅਰ ਦੇ ਕੰਨਾਂ 'ਚ ਨਾ ਸਿੱਕਾ ਪਾ ਕੇ ਬਹਿ ਜਾਂਦੇ ਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੁਝ ਵੀ ਕੀ ਹੋ ਰਿਹਾ ਲਾਗੇ ਛਾਗੇ। ਹਾਲੇਲੂਇਆ। ਜਦੋਂ ਜੈਰਸ ਦੀ ਬੇਟੀ ਮਰੀ ਤੇ ਬਾਈਬਲ ਦੇ ਵਿੱਚ ਮੇਰੇ ਜੋ ਅਸੀਂ ਜਦੋਂ ਪੜ੍ਹਦੇ ਆ ਉੱਥੇ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ। ਜਦੋਂ ਜੈਰਸ ਯਿਸੂ ਮਸੀਹ ਨੂੰ ਆਪਣੇ ਘਰ ਲੈ ਕੇ ਗਿਆ, ਲਿਖਿਆ ਗਿਆ ਬਾਈਬਲ ਦੇ ਵਿੱਚੋਂ ਜਿਸ ਕਮਰੇ ਦੇ ਵਿੱਚ ਬੇਟੀ ਦੀ ਲੋਥ ਪਈ ਸੀ, ਉਸ ਕਮਰੇ ਦੇ ਵਿੱਚ ਬਹੁਤ ਸਾਰੇ ਸਾਕ ਸੰਬੰਧੀ ਰਿਸ਼ਤੇਦਾਰ ਆ ਕੇ ਰੋਂਦੇ ਪਏ ਸੀ। ਪ੍ਰਭੂ ਯਿਸੂ ਮਸੀਹ ਨੇ ਸਾਰਿਆਂ ਨੂੰ ਉਸ ਕਮਰੇ ਚੋਂ ਬਾਹਰ ਕੱਢਿਆ ਤੇ ਆਪਣੇ ਨਾਲ ਕੇਵਲ 12 ਚੋਂ 3 ਚੇਲੇ ਖੜੇ। ਉਹ 3 ਚੇਲੇ ਕਿਹੜੇ ਸੀ? ਯਾਕੂਬ, ਯਹੋਨਾ ਤੇ ਪਤਰਸ। ਉਹ ਦੋ ਜਿਨ੍ਹਾਂ ਦੀ ਮਾਤਾ ਇਹ ਚਾਹੁੰਦੀ ਸੀ ਕਿ ਬਿਨਾਂ ਮਿਹਨਤ ਤੋਂ ਹੀ ਇਹ ਸੁਰਗ ਚਲ ਜਾਣ,
ਪਰ ਯਿਸੂ ਮਸੀਹ ਕਹਿੰਦਾ ਮਿਹਨਤ ਕਰਨ, ਇਕੱਲੇ ਸਵਰਗ ਦੇ ਉੱਤੇ ਨਹੀਂ, ਸਵਰਗ ਵਿੱਚ ਨਹੀਂ, ਇਸ ਧਰਤੀ ਉੱਤੇ ਵੀ ਮੈਂ ਇਹਨਾਂ ਦੇ ਉੱਤੇ ਆਪਣੀ ਕਿਰਪਾ ਨੂੰ ਦਿਖਾਵਾਂਗਾ। ਇਕੱਲਾ ਸਵਰਗ ਦੇ ਵਿੱਚ ਜਾਣ ਤੋਂ ਬਾਅਦ ਹੀ ਸਵਰਗ ਦੀ ਤਾਕਤ ਨੂੰ, ਸਵਰਗ ਦੇ ਆਨੰਦ ਨੂੰ ਨਹੀਂ ਲੈਣਗੇ, ਇਸ ਧਰਤੀ ਉੱਤੇ ਵੀ ਉਸ ਆਨੰਦ ਨੂੰ ਲੈਣਗੇ। ਇਕੱਲਾ ਸਵਰਗ ਵਿੱਚ ਮੇਰੇ ਨਾਲ ਸੱਜੇ ਖੱਬੇ ਨਹੀਂ ਬਹਿਣਗੇ, ਇਸ ਧਰਤੀ ਉੱਤੇ ਰਹਿੰਦਿਆਂ ਵੀ ਇਹ ਮੇਰੇ ਨਾਲ ਰਹਿਣਗੇ। ਹਾਲੇਲੂਇਆ। ਉਸੇ ਮਿਹਨਤ ਦਾ ਅਜ਼ਰ, ਇਸੇ ਮਿਹਨਤ ਦਾ ਅਜ਼ਰ ਕਿ ਮਾਤਾ ਚਾਹੁੰਦੀ ਸੀ ਸਵਰਗ ਵਿੱਚ ਹੀ ਯਿਸੂ ਮਸੀਹ ਦੇ ਨੇੜੇ ਤੇੜੇ ਰਹਿਣ, ਪਰ ਪ੍ਰਭੂ ਕਹਿੰਦਾ ਧਰਤੀ ਤੇ ਵੀ ਮੇਰੇ ਨੇੜੇ ਤੇੜੇ ਹੀ ਰਹਿਣਗੇ, ਪਰ ਜ਼ਰੂਰ ਤਾਂ ਮਿਹਨਤ ਕਰਨਗੇ ਕਿ ਉਹਨਾਂ ਦਾ ਚੱਲਣਾ ਵਿਅਰਥਾ ਨਹੀਂ ਹੋਇਆ, ਉਹਨਾਂ ਦਾ ਪ੍ਰਭੂ ਦੇ ਵਿੱਚ ਚੱਲਣਾ ਥੋਥਾ ਨਹੀਂ ਰਿਹਾ, ਬਲਕਿ ਵੱਡੀ ਕਿਰਪਾ ਵਾਲਾ ਸੀ, ਵੱਡੀ ਦਇਆ ਵਾਲਾ ਸੀ। ਅੱਜ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਆ ਕਿ ਮੇਰੀ ਪ੍ਰਾਰਥਨਾ ਦਾ ਉੱਤਰ ਨਹੀਂ ਆ ਰਿਹਾ। ਅੱਜ ਨਿਰਾਸ਼ ਹੋਣ ਦੀ, ਹਾਰਨ ਦੀ ਜ਼ਰੂਰਤ ਨਹੀਂ ਆ ਤੇ ਕਿਰਪਾ ਨਹੀਂ ਆ ਰਹੀ, ਦਇਆ ਨਹੀਂ ਆ ਰਹੀ। ਦਇਆ ਤੁਹਾਡੀ ਤਿਆਰ ਆ, ਕਿਰਪਾ ਤੁਹਾਡੀ ਤਿਆਰ ਆ, ਕਿਉਂਕਿ ਇਹ ਕਿਰਪਾ ਤੇ ਇਹ ਦਇਆ 2022 ਸਾਲ ਪਹਿਲਾਂ ਪਰਮੇਸ਼ਵਰ ਨੇ ਤੁਹਾਡੇ ਲਈ ਰੱਖ ਦਿੱਤੀ ਹੈ। ਜਦੋਂ ਪ੍ਰਭੂ ਯਿਸੂ ਮਸੀਹ ਨੇ ਸਲੀਬ ਉੱਤੇ ਆਪਣੀ ਜਾਨ ਦਿੱਤੀ, ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ, ਉਦੋਂ ਜਾਂ ਹੁਣ, ਤੇ ਸਮਝ ਲਓ ਕਿ ਸਾਡੀ ਕਿਰਪਾ ਜਿਹੜੀ ਹੈ ਪ੍ਰਭੂ ਦੇ ਵੱਲੋਂ ਆ, ਸਾਡੀ ਦਇਆ ਜੋ ਸਵਰਗੋਂ ਆ, ਉਹ ਤਿਆਰ ਆ। ਸਿਰਫ ਉਹਨੂੰ ਅਸੀਂ ਮਿਹਨਤ ਕਰਕੇ ਪ੍ਰਾਪਤ ਕਰ ਸਕਦੇ ਹਾਂ। ਮੌਤ ਵਰਗੀਆਂ ਬਿਮਾਰੀਆਂ ਸਾਡੇ ਨੇੜੇ ਘੁੰਮਦੀਆਂ, ਕਾਲ ਤੇ ਹਨੇਰਾ ਮੌਤ ਦਾ ਸਾਇਆ ਘੁੰਮਦਾ, ਲੇਕਿਨ ਸਾਡੀ ਮਿਹਨਤ ਨਹੀਂ ਆ। ਹਾਰੇ ਹੋਏ ਆ, ਸਾਡਾ ਵਿਸ਼ਵਾਸ ਇਨਸਾਨ ਤੇ ਆ, ਹਾਰੇ ਹੋਏ ਆ, ਸਾਡਾ ਭਰੋਸਾ ਇਨਸਾਨ ਦੇ ਉੱਤੇ ਆ, ਜਿਹੜਾ ਲਾਸਟ ਵਿੱਚ ਤੁਹਾਨੂੰ ਪੂਰੀ ਤਰ੍ਹਾਂ ਲੁੱਟ ਕੇ ਕਹਿ ਦੇਗਾ ਕਿ ਸੇਵਾ ਕਰ ਲਓ, ਬਸ ਹੋਰ ਕਿਤੇ ਖੜਨ ਦੀ ਲੋੜ ਨਹੀਂ ਆ, ਪੈਸਾ ਨਾ ਖਰਾਬ ਕਰੋ। ਉਹਨੂੰ ਪਤਾ ਮੇਰੀ ਕੋਠੀ ਬਣ ਗਈ, ਹੁਣ ਡਾਕਟਰ ਨੂੰ ਪਤਾ ਆ ਕਿ ਮੇਰਾ ਸਰ ਗਿਆ ਆ, ਹੁਣ ਇਹਨਾਂ ਨੂੰ ਹੁਣ ਕਹਿ ਦਿੰਨੇ ਆ ਕਿਤੇ ਹੋਰ ਨਾ ਲੈ ਕੇ ਜਾਓ, ਘਰੇ ਹੀ ਲੈ ਜਾਓ ਮੇਰੇ। ਜੋ ਉਧਰ ਮਿਹਨਤ ਕਰਨ ਦੀ ਬਜਾਏ ਖੁਦਾ 'ਚ ਮਿਹਨਤ ਕਰਕੇ ਦੇਖੋ ਖੁਦਾ ਕੰਮ ਕਰਦਾ ਕਿ ਨਹੀਂ ਕਰਦਾ। ਬੰਦਾ ਬੰਦੇ ਨੂੰ ਜਵਾਬ ਦੇ ਦੇਗਾ, ਲੇਕਿਨ ਖੁਦਾ ਕਦੀ ਵੀ ਆਪਣੇ ਬੰਦੇ ਨੂੰ ਜਵਾਬ ਨਹੀਂ ਦਿੰਦਾ। ਹਾਲੇਲੂਇਆ, ਹਾਲੇਲੂਇਆ। ਧਿਆਨ ਦਿਓ ਪਰਮੇਸ਼ਵਰ ਦੇ ਵਚਨ ਦੇ ਵੱਲ ਕਿ ਪਰਮੇਸ਼ਵਰ 'ਚ ਮਿਹਨਤ ਕਰੋ। ਇੱਕ ਵਾਰੀ ਕੀਤੀ ਪ੍ਰਾਰਥਨਾ, ਰਾਤ ਨੂੰ ਕਿਸੇ ਵਿਸ਼ੇ ਲਈ ਪ੍ਰਾਰਥਨਾ ਕਰਦੇ, ਸਵੇਰੇ ਫੋਨ ਕਰ ਦਿੰਦੇ ਆ, ਸਵੇਰੇ 6 ਵਜੇ ਉੱਠ ਕੇ ਪਾਸਟਰ ਜੀ ਮੇਰਾ ਕੰਮ ਨਹੀਂ ਹੋਇਆ। ਮਿਹਨਤ ਕਰੋ ਦੂਜੀ ਵਾਰ, ਮਿਹਨਤ ਕਰੋ ਤੀਜੀ ਵਾਰ। ਪਹਿਲੇ ਹਲ ਵਾਏ ਜਾਂਦੇ ਸੀ, ਇੱਕੋ ਵਾਰੀ ਵਾਹ ਕੇ ਤੋਂ ਬੀਜ ਦਿੱਤਾ ਜਾਂਦਾ ਸੀ, ਕਿਉਂਕਿ ਨਾ ਬੋਲਦਾ 'ਚ ਇੰਨੀ ਤਾਕਤ ਹੁੰਦੀ ਸੀ, ਨਾ ਬੰਦਿਆਂ 'ਚ ਇੰਨੀ ਤਾਕਤ ਹੁੰਦੀ ਸੀ ਕਿ ਉਹ ਤਿੰਨ ਵਾਰੀ ਤੇਰ ਪਾਉਣ ਖੇਤ ਵਿੱਚ। ਇੱਕ ਵਾਰੀ ਹੀ ਬਾਕੀ ਬੀਜ ਦਿੰਦੇ ਸੀ। ਤੇ ਹੁਣ ਟਰੈਕਟਰ ਬਹੁਤ ਫਾਸਟ ਚੱਲਦਾ ਕੰਮ, ਤੇ ਹੁਣ ਤੇਰ ਪਾਉਂਦੇ ਤਦ ਵੀ ਕਹਿੰਦੇ ਫਸਲ ਘੱਟ ਆ। ਮਿਹਨਤ ਕਰਦੇ ਰਹਿੰਦੇ ਉਹਨੂੰ ਪਤਾ ਕਿ ਜਦੋਂ ਮਿਹਨਤ ਕਰਾਂਗੇ ਜ਼ਰੂਰ ਫਲ ਆਵੇਗਾ, ਤੇ ਪਰਮੇਸ਼ਵਰ 'ਚ ਕੀਤੀ ਮਿਹਨਤ ਜ਼ਰੂਰ ਫਲ ਲੈ ਕੇ ਆਵੇਗੀ। ਅਸੀਂ ਨਹੀਂ ਸੋਚਿਆ ਸੀ ਕਦੀ ਕਿ ਸਾਡੇ ਜੀਵਨ 'ਚ ਆਸ਼ੀਸ਼ ਹੋਵੇਗੀ, ਪਰ ਅਸੀਂ ਮਿਹਨਤ ਕਰਨੋਂ ਪਿੱਛੇ ਨਹੀਂ ਹਟੇ, ਮਿਹਨਤ ਕਰਨੋਂ ਪਿੱਛੇ ਨਹੀਂ ਹਟੇ। ਚਾਹੇ ਤੰਗੀਆਂ 'ਚ, ਚਾਹੇ ਮੁਸ਼ਕਲਾਂ 'ਚ, ਚਾਹੇ ਪਰੇਸ਼ਾਨੀਆਂ 'ਚ, ਆਪਣੀ ਮਿਹਨਤ ਨੂੰ ਅਡੋਲ ਰੱਖਿਆ, ਸਥਿਰ ਰੱਖਿਆ, ਬਣਾਈ ਰੱਖਿਆ। ਕਿ ਜ਼ਿੰਦਗੀ ਦੇ ਹਾਲਾਤ ਜਿਹੜੇ ਸਾਨੂੰ ਸਿਖਾਉਂਦੇ ਆ, ਪ੍ਰੋਬਲਮਸ, ਹਾਲਾਤ, ਜਿੰਨੇ ਮਾੜੇ ਹਾਲਾਤ ਹੁੰਦੇ ਆ, ਇਹ ਸਾਡੇ ਤੋਂ ਸਾਨੂੰ ਮਿਹਨਤ ਕਰਨਾ ਸਿਖਾਉਂਦੇ ਆ। ਇੱਕ ਵਿਸ਼ਵਾਸੀ ਆਪਣੇ ਹਾਲਾਤਾਂ ਦੇ ਅੱਗੇ ਮਿਹਨਤ ਵਿੱਚ ਵਾਧਾ, ਆਤਮਿਕ ਮਿਹਨਤ ਵਿੱਚ ਵਾਧਾ, ਨਾ ਕਿ ਸਰੀਰਕ ਦੌੜ ਦੇ ਵਿੱਚ। ਇੱਕੋ ਹੀ ਸਮਾਂ ਹੁੰਦਾ ਹੈ ਜਦੋਂ ਤੁਹਾਡੇ ਜੀਵਨ 'ਚ ਕੋਈ ਮੁਸ਼ਕਲ ਆ ਗਈ ਆ, ਕੋਈ ਪਰੇਸ਼ਾਨੀ ਆ ਗਈ ਆ, ਉਸ ਵੇਲੇ ਇਹ ਨਾ ਸੋਚੋ ਕਿ ਪ੍ਰਭੂ ਤੋਂ ਚੱਲਦਿਆਂ ਮੇਰੇ ਜ਼ਿੰਦਗੀ 'ਚ ਮੁਸ਼ਕਲ ਕਿਉਂ ਆਈ ਆ, ਪ੍ਰਭੂ ਤੋਂ ਚੱਲਦਿਆਂ ਇਹ ਪਰੇਸ਼ਾਨੀ ਕਿਉਂ ਆਈ ਆ। ਇਹ ਐਦਾਂ ਹੋਣੀ ਨਹੀਂ ਚਾਹੀਦੀ। ਤੁਸੀਂ ਪਰਮੇਸ਼ਵਰ ਦੇ ਅੱਗੇ ਕਿੰਤੂ ਪ੍ਰੰਤੂ ਕਰਨ ਵਾਲੇ ਬਣ ਜਾਂਦੇ ਆ, ਤੇ ਜਿਹੜੇ ਕਿੰਤੂ ਪ੍ਰੰਤੂ ਕਰਦੇ ਆ, ਖੁਦਾ ਮੇਰੇ ਜੋ ਉਹਨਾਂ ਦੇ ਜੀਵਨ 'ਚੋਂ ਅਲੱਗ ਹੋ ਜਾਂਦਾ। ਹਾਲੇਲੂਇਆ। ਕੋਈ ਵੀ ਮੁਸ਼ਕਲ, ਕੋਈ ਵੀ ਪਰੇਸ਼ਾਨੀ ਆ, ਇੱਕ ਸੰਸਾਰਿਕ ਬੰਦੇ ਵਾਸਤੇ ਕਿੰਤੂ ਪ੍ਰੰਤੂ ਦਾ ਸਬਬ ਹੋ ਸਕਦੀ, ਲੇਕਿਨ ਆਤਮਿਕ ਬੰਦੇ ਵਾਸਤੇ ਮਿਹਨਤ ਤੇ ਤਰੱਕੀ ਦਾ ਕਾਰਨ ਹੁੰਦੀ ਆ। ਕਿ ਉਹ ਮੁਸ਼ਕਲ ਨੂੰ ਮੈਂ ਕਿਵੇਂ ਪਾਰ ਕਰਨਾ ਆ, ਮੁਸ਼ਕਲ ਤੋਂ ਕਿਵੇਂ ਮੈਂ ਆਜ਼ਾਦ ਹੋਣਾ ਆ, ਔਰ ਮੈਂ ਕਿੰਨੀ ਮਿਹਨਤ ਕਰਨੀ ਇਸ ਮੁਸ਼ਕਲ ਦੇ ਲਈ, ਮੈਂ ਫਾਈਟ ਕਰਨੀ ਇਸ ਮੁਸ਼ਕਲ ਦੇ ਨਾਲ। ਉਹ ਇੱਕ ਵਾਰੀ ਜੁੱਧ, ਫਿਰ ਦੂਜੀ ਵਾਰ ਉਸੇ ਮੁਸ਼ਕਲ ਨਾਲ ਜੁੱਧ, ਫਿਰ ਤੀਜੀ ਵਾਰ ਫਾਈਟ, ਫਿਰ ਚੌਥੀ ਵਾਰ ਫਾਈਟ, ਫਿਰ ਪੰਜਵੀਂ ਵਾਰ ਫਾਈਟ, ਫਿਰ ਛੇਵੀਂ ਵਾਰ ਫਾਈਟ, ਫਿਰ ਸੱਤਵੀਂ ਵਾਰ ਜ਼ਰੂਰ ਆ ਜਿੱਤ ਦਾ ਸਿਹਰਾ ਤੁਹਾਡੇ ਸਿਰ ਤੇ ਹੋਵੇਗਾ। ਹਾਲੇਲੂਇਆ। ਸੱਤਵੀਂ ਵਾਰ ਪਹੁੰਚਣ ਤੱਕ ਤੋਂ ਪਹਿਲਾਂ ਸ਼ੈਤਾਨ ਬੰਦੇ ਨੂੰ ਕਮਜ਼ੋਰ ਪਾ ਦਿੰਦਾ, ਯਾਰ ਨਹੀਂ ਕੰਮ ਹੋਣਾ, ਮੈਂ ਮਿਹਨਤ ਕਰਕੇ ਦੇਖ ਲਈ।
मैं बहुत मेहनत करके वेख ली। कई लोग इदां दे जिन्हां कोल बंजर जमीनां आ, कलर सोर वाली जमीन है जिथे कुछ नहीं पैदा हुंदा, पर ओदी उस जमीन की रजिस्ट्री उस बंदे दे नाम हुंदी। कदी इदां होया कि जे तुहाडे कोल तुहाडी प्रॉपर्टी च कुछ हिस्सा जमीन दा कलर आ, कलर वाला है जिथे कुछ नहीं पैदा हुंदा, की तुसी ओ जमीन की रजिस्ट्री किसी होर दे नाम ते किसी गरीब दे नाम ते करा दिंदे आ? ਤੁਹਾਡਾ ਬੱਚਾ ਅਣਆਗਿਆਕਾਰ ਆ, ਤੁਹਾਨੂੰ ਥਾਣਿਆਂ ਦਰਬਾਰਾਂ 'ਚ ਘਮਾਉਂਦਾ ਆ, ਕੀ ਤੁਸੀਂ ਉਹ ਬੱਚਾ ਕਿਸੇ ਨੂੰ ਗੋਦ ਦੇ ਦਿੰਦੇ ਆ? ਮਾੜੀ ਚੀਜ਼ ਵੀ ਤੁਸੀਂ ਆਪਣੇ ਕੋਲ ਰੱਖਦੇ ਆ ਕਿ ਮਾੜੀ ਚੀਜ਼ ਇੱਕ ਦਿਨ ਸੁਧਰ ਜਾਏਗੀ, ਠੀਕ ਹੋ ਜਾਏਗੀ, ਉਹਦੇ ਲਈ ਮਿਹਨਤ ਕਰਦੇ ਰਹਿੰਦੇ। ਐਦਾਂ ਹੀ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਉਹਨੂੰ ਕਿਸੇ ਨੂੰ ਨਾ ਦਿਓ। ਉਹ ਹਾਲਾਤ ਪਰਮੇਸ਼ਰ ਦੇ ਵੱਲੋਂ ਤੁਹਾਡੀ ਤਰੱਕੀ ਦੇ ਲਈ ਆ, ਤੁਹਾਡੀ ਮਿਹਨਤ ਲਈ ਆ, ਕਿਉਂਕਿ ਪਰਮੇਸ਼ਰ ਤੁਹਾਡੇ ਤੋਂ ਇੱਕ ਲੈਵਲ ਦੀ ਮਿਹਨਤ ਚਾਹੁੰਦਾ ਹੈ। ਜਦੋਂ ਤੁਸੀਂ ਉਸ ਲੈਵਲ ਦੀ ਮਿਹਨਤ ਕਰੋਗੇ, ਜ਼ਰੂਰ ਆ ਖੁਦਾ ਤੁਹਾਡੇ ਜੀਵਨ 'ਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਅਸੀਂ ਲੈਵਲ ਤੇ ਪਹੁੰਚਣ ਤੋਂ ਪਹਿਲਾਂ ਹੀ ਚਾਹੁੰਦੇ ਆ ਕਿ ਸਾਡੇ ਉੱਤੇ ਕਿਰਪਾ ਹੋਣੀ ਸ਼ੁਰੂ ਹੋ ਜਾਏ, ਸਾਡੇ ਉੱਤੇ ਦਇਆ ਹੋਣੀ ਸ਼ੁਰੂ ਹੋ ਜਾਏ, ਨਹੀਂ ਹੋਵੇਗੀ। ਪ੍ਰੋਬਲਮ ਸਾਡੇ ਲੈਵਲ ਨੂੰ ਮੇਰੇ ਜੋ ਮੇਨਟੇਨ ਕਰਕੇ ਰੱਖਦੀ ਹੈ। कोई भी प्रॉब्लम आ तुहाडे जीवन च, और उस प्रॉब्लम तो आजाद होने लिए मैं एक मेहनत करांगा। जो मेहनत करांगा, भगती करांगा, प्रार्थना करांगा। जो प्रार्थना नाल काम नहीं बनता, दूसरे दिन मैं फास्टिंग विच जाके करांगा। जो उन्हां भी काम नहीं बनता, मैं चाहता कि मैं 42 घंटे फास्टिंग विच जावांगा। जे उहदे नाल भी काम नहीं बनदागा, मैं 72 घंटे की प्रार्थना चल जावांगा। उतों भी काम नहीं बनदागा, तो मैं पूरे 7 दिन के फास्टिंग विच चल जावांगा, क्योंकि मैनू परमेश्वर मेहनत वाला देखना चाहता। मैं मेहनत करता देखना चाहता परमेश्वर मेरे वो चाहता मेहनत कर। तो जो मैं मेहनत करांगा, मैनू पता कि मैं उस प्रॉब्लम चों आजाद हो जाना। जो मैं उस प्रॉब्लम तो आजाद होंदा आ, तो मैनू इहदा महसूस पता लग जाता है, मैं इस चीज तो मेरे वाकफ हो जाना कि 7 दिन की फास्टिंग दे नाल जे मैं इस प्रॉब्लम तो आजाद होया आ। हुण चाहे इस तो वड्डी भी प्रॉब्लम आ जाए, मैं 14 दिन की फास्टिंग नाल जित प्राप्त कर लवांगा। जो उस तो वड्डी कोई प्रॉब्लम आ जाए, मैनू पता आ मैं 21 दिन की फास्टिंग दे नाल आजाद हो जाऊंगा। मैनू पता है कि उस तो वड्डी आ गई आ, तो मैं 28 दिन की फास्टिंग तो आजाद हो जावांगा। जो उस तो वड्डी प्रॉब्लम मैनू पता कि मैं 40 दिन के फास्ट विच जावांगा, तो मैं आजाद होवांगा, क्योंकि मैनू तजर्बा हो जाता है। तो फिर मेरे जो जे मैनू प्रॉब्लम दे नाल लड़न और जितन का तजर्बा हुंदा आ, इत्थे एक गल ध्यान रखनी आ, जदों मैनू मेरे जो तजर्बा हो जाता है कि मेरी ये प्रॉब्लम कितनी मेहनत नाल सॉल्व हो जानी आ, प्रॉब्लम ने मेरे कोल आउणा ही बंद कर देना, क्योंकि उन्हें पता है कि इहदे कोल सारे हल आ। ये मेहनत करने वाला आ, ये चलण वाला आ, ये कमजोर पैण वाला नहीं आ, क्योंकि इस बंदे नूं ये पता है कि मेरी मेहनत फल लेके आवेगी। मैं जिद्दी मर्जी प्रॉब्लम पड़ के अगे खड़ा हो जावां, खड़ी हो जावां, पर इस बंदे ने मैनू हराउणा ही हराउणा आ। इन्हों हारण नालों चंगा इहदी जिंदगी चों आडे ही हो जावां। हालेलुया। 3 बार प्रभु यीशु मसीह नूं शैतान ने परताया। हर गल दे विच प्रभु यीशु मसीह ने उत्तर दिता उन्होंने, और उस शैतान नूं पता लग गया कि मैं इत्ते जित नहीं प्राप्त कर सकता। उन्हें पता सी मैं यीशु नूं हरा नहीं सकता। हुण क्यों? मैं भुख वालों भी देख लिया, मैं सलीबी मौत के कष्ट वालों भी देख लिया कि तू एडी पातशाही वास्ते इन्ना कष्ट झलना, इन्नियां मुश्किलां झलणियां, चंगा नहीं कि तू मेरे अगे झुक तो मैं तैनूं धरती दा धन देवांगा। कहंदा नहीं होया। ते ओ प्रॉब्लम जिहड़ी बन के आया सी, ओ उतों अड हो गई। लिखिया उसे वेले स्वर्गों दूत आके यीशु दी टहल लग पे कर। दुश्मन जोधे तो डरता है, जिहड़ा 24 घंटे बार्डर के उत्ते रफल लैके खड़ा है, दुश्मन उतों डरता है। जिहड़ा शॉपिंग करन तुरिया बैग गल च पा के, दुश्मन पाकिस्तान उतों नहीं डरता। ते साडे हालात इदां दे अज विश्वासियां दे, युद्ध करने वाले जोधे नहीं आ, प्रार्थना करने वाले जोधे नहीं आ, हारे हुए जोधे आ कि हर गल च निराशा, हर गल दे विच नेगेटिविटी, हर गल दे विच मेरे जो असीं हार जाने आ। तो मेरे जो शैतान कहंदा तां हारे हुए लोग आ, पर मेरा यीशु कहंदा तुसीं जित्ते हुए लोग आ। हालेलुया। तुसीं जित्ते हुए लोग आ। ते जित उदों ही मिलनी है जदों असीं मेहनत करांगे, ते मेहनत दा फल हमेशा परमेश्वर वालों चोखा हुंदा आ, वधिया हुंदा आ। जो किया गया
ਉਸ ਨੂੰ ਇੱਕ ਵਾਰੀ ਨਹੀਂ, ਦੂਜੀ ਵਾਰ ਗੱਲ ਨਹੀਂ ਬਣੀ, ਤੀਜੀ ਵਾਰ ਗੱਲ ਨਹੀਂ ਬਣੀ, ਚੌਥੀ ਵਾਰ ਗੱਲ ਨਹੀਂ ਬਣੀ, ਤਾਂ ਮੇਰੇ ਜੋ ਕੰਟੀਨਿਊ ਲੱਗੇ ਰਹੋ, ਬਣੇ ਰਹੋ। ਇੱਕ ਸਮਾਂ ਆਵੇਗਾ ਤੁਹਾਡੀ ਇੱਛਾ ਪੂਰੀ ਹੋਣੀ ਸ਼ੁਰੂ ਹੋ ਜਾਏਗੀ। ਇੱਕ ਵਿਅਕਤੀ ਜਿਹਦੇ ਘਰ ਦੇ ਵਿੱਚ ਰਾਤ ਦੇ ਵੇਲੇ ਰਿਸ਼ਤੇਦਾਰ ਆ ਗਿਆ, ਕੋਈ ਗੈਸਟ ਆ ਗਿਆ, ਉਹਦੇ ਘਰ ਦੇ ਵਿੱਚ ਕੁਝ ਵੀ ਰੀਤਾ ਪੱਕਾ ਨਹੀਂ ਸੀ। ਉਹ ਰਾਤ ਦੇ ਵੇਲੇ ਗੁਆਂਢੀਆਂ ਦੇ ਘਰ ਦੇ ਵਿੱਚ ਗਿਆ, ਉਹਦਾ ਦਰਵਾਜ਼ਾ ਖੜਕਾਇਆ ਕਿ ਜਿਹਦੇ ਕੋਲ ਕੁਝ ਰੀਤਾ ਪੱਕਾ ਹੈ, ਕੁਝ ਰੋਟੀ ਹੈ ਤਾਂ ਮੈਨੂੰ ਰੋਟੀ ਦੇ, ਕਿਉਂਕਿ ਮੇਰੇ ਘਰ ਮਹਿਮਾਨ ਆ ਗਏ ਆ। ਜਿਹਦੇ ਘਰ ਦਾ ਦਰਵਾਜ਼ਾ ਖੜਕਾਇਆ, ਬਾਈਬਲ 'ਚ ਰੀਅਲ ਸਟੋਰੀ ਆ, ਜਦੋਂ ਜਿਹਦੇ ਘਰ ਦਰਵਾਜ਼ਾ ਖੜਕਾਇਆ ਉਸ ਇਨਸਾਨ ਨੇ ਅੰਦਰੋਂ ਆਵਾਜ਼ ਦਿੱਤੀ। ਕਿਉਂ ਆਵਾਜ਼ ਦਿੱਤੀ? ਕਹਿੰਦਾ ਮੇਰੇ ਘਰ ਕੁਝ ਵੀ ਰੀਤਾ ਪੱਕਾ ਨਹੀਂ ਆ। ਕਿਉਂ? ਕਿਉਂਕਿ ਉਹ ਆਪਣੇ ਬਾਲਕਾਂ ਦੇ ਨਾਲ ਬਿਸਤਰ ਤੇ ਲੇਟਿਆ ਹੋਇਆ ਸੀ, ਆਰਾਮ ਕਰ ਰਿਹਾ ਸੀ। ਉਹ ਉੱਠਣਾ ਨਹੀਂ ਚਾਹੁੰਦਾ ਸੀ। ਉਹ ਆਪਣਾ ਆਨੰਦ, ਆਪਣੇ ਬਾਲਕਾਂ ਦਾ ਆਨੰਦ ਖਰਾਬ ਕਰਨਾ ਨਹੀਂ ਚਾਹੁੰਦਾ ਸੀ। ਇਸ ਲਈ ਉਹਨੇ ਅੰਦਰ ਲੇਟੇ ਹੋਏ ਨੇ ਕਹਿ ਦਿੱਤਾ, ਕਹਿੰਦਾ ਕਿ ਹੈ ਨਹੀਂ ਕੁਝ ਵੀ, ਇੱਥੋਂ ਚਲਾ ਜਾ। ਉਹ ਗਿਆ ਵਾਪਸ, ਫਿਰ ਵਾਪਸ ਆਇਆ, ਫਿਰ ਦਰਵਾਜ਼ਾ ਖੜਕਾਇਆ, ਕੁਝ ਰੀਤਾ ਪੱਕਾ ਹੈ ਤਾਂ ਮੈਨੂੰ ਦਿਓ, ਮੇਰੇ ਘਰ 'ਚ ਗੈਸਟ ਆਏ ਆ। ਅੰਦਰੋਂ ਆਵਾਜ਼ ਆਈ ਹੈ, ਕਹਿੰਦਾ ਕੁਝ ਵੀ ਰੀਤਾ ਪੱਕਾ ਨਹੀਂ। ਕਿਉਂ? ਕਿਉਂਕਿ ਉਹ ਉੱਠ ਕੇ ਆਪਣਾ ਆਨੰਦ, ਆਪਣੇ ਬਾਲਕਾਂ ਦਾ ਆਨੰਦ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਫਿਰ ਉਹ ਬੰਦਾ ਘਰ ਗਿਆ, ਫਿਰ ਵਾਪਸ ਆਇਆ। ਉਹਨੇ ਦਰਵਾਜ਼ਾ ਖੜਕਾਇਆ, ਫਿਰ ਮੰਗ ਕੀਤੀ ਭੋਜਨ ਦੀ। ਮੇਰੇ ਤੋਂ ਭੋਜਨ ਦੀ ਮੰਗ ਕਰਨ ਤੋਂ ਬਾਅਦ ਜਿਹੜਾ ਅੰਦਰ ਲੇਟਿਆ ਹੋਇਆ ਸੀ, ਉਹ ਕਹਿੰਦਾ ਇਹਨੇ ਬਾਰ-ਬਾਰ ਮੇਰੇ ਤੇ ਮੇਰੇ ਬਾਲਕਾਂ ਦਾ ਆਨੰਦ ਖਰਾਬ ਕਰਨਾ, ਕਿਉਂ ਨਾ ਮੈਂ ਇਹਦੀ ਇੱਛਾ ਪੂਰੀ ਕਰ ਦਵਾਂ, ਤਾਂ ਕਿ ਆਪਣੇ ਘਰ, ਮੈਂ ਆਪਣੇ ਘਰ ਆਪਣੇ ਬਾਲਕਾਂ ਦੇ ਨਾਲ ਆਨੰਦਿਤ ਹੋਵਾਂ। ਉਹ ਉੱਠਿਆ, ਉੱਠ ਕੇ ਉਹਨੂੰ ਜਿੰਨੀ ਰੋਟੀ ਦੀ ਜ਼ਰੂਰਤ ਸੀ, ਦਰਵਾਜ਼ਾ ਖੋਲਿਆ, ਉਹਨੂੰ ਰੋਟੀ ਦੇ ਦਿੱਤੀ। ਮੇਰੇ ਜੋ ਵਾਪਸ ਚਲਾ ਗਿਆ। ਇਹ ਆਪਣੇ ਆਨੰਦ ਵਿੱਚ ਮੰਗਣ ਵਾਲਾ ਬਾਰ-ਬਾਰ ਮਿਹਨਤ ਕਰ ਰਿਹਾ ਸੀ, ਬਾਰ-ਬਾਰ ਮੇਰੇ ਜੋ ਮਿਹਨਤ ਕਰ ਰਿਹਾ ਸੀ, ਬਾਰ-ਬਾਰ ਮਿਹਨਤ ਕਰ ਰਿਹਾ ਸੀ, ਆਪਣੇ ਪਰਿਵਾਰ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਉਹ ਫਾਈਟ ਕਰ ਰਿਹਾ ਸੀ, ਮਿਹਨਤ ਕਰ ਰਿਹਾ ਸੀ। ਆਪਣੇ ਆਏ ਹੋਏ ਰਿਸ਼ਤੇਦਾਰਾਂ ਦੀ ਮੇਰੇ ਜੋ ਇੱਛਾ ਨੂੰ ਪੂਰਾ ਕਰਨ ਦੇ ਲਈ ਉਹਦੀ ਇੱਕ ਫਾਈਟ ਸੀ। ਜੇ ਇੱਕ ਵਾਰੀ ਇੱਛਾ ਪੂਰੀ ਨਹੀਂ ਹੋਈ, ਉਹ ਸ਼ਰਮਿੰਦਾ ਹੋ ਕੇ ਘਰ ਨਹੀਂ ਆ ਕੇ ਬਹਿ ਗਿਆ। ਫਿਰ ਗਿਆ ਵਾਪਸ, ਕਹਿੰਦਾ ਮੈਂ ਜਾਵਾਂਗਾ, ਫਿਰ ਮੰਗਾਂਗਾ। ਫਿਰ ਗਿਆ ਉਹਦੇ ਘਰ ਦੇ ਵਿੱਚ, ਉਹ ਵਾਪਸ ਫਿਰ ਸ਼ਰਮਿੰਦਗੀ ਨਾਲ ਆਇਆ। ਉਹ ਫਿਰ ਉੱਠਿਆ ਬਲ ਦੇ ਨਾਲ, ਕਹਿੰਦਾ ਮੈਂ ਫਿਰ ਜਾਵਾਂਗਾ, ਕਿਉਂਕਿ ਉਹਨੂੰ ਵਿਸ਼ਵਾਸ ਸੀ ਕਿ ਉਸ ਘਰ ਚੋਂ ਮਿਲ ਜਾਣਾ ਆ। ਐਦਾਂ ਹੀ ਜੇ ਤੁਹਾਡਾ ਵਿਸ਼ਵਾਸ ਹੈ ਪਰਮੇਸ਼ਰ ਦੇ ਵਿੱਚ, ਤੇ ਫਿਰ ਬਣੇ ਰਹੋ, ਲਗਾਤਾਰ ਬਣੇ ਰਹੋ। ਜ਼ਰੂਰ ਆ ਖੁਦਾ ਉੱਠੇਗਾ, ਤੁਹਾਡੇ ਲਈ ਜ਼ਮੀਨ ਤੇ ਆਸਮਾਨ ਨੂੰ ਹਿਲਾ ਦੇਗਾ। ਹਾਲੇਲੂਇਆ। ਉਹ ਤੁਹਾਡੇ ਲਈ ਜ਼ਮੀਨ ਤੇ ਆਸਮਾਨ ਨੂੰ ਹਿਲਾ ਦੇਗਾ, ਪਰ ਜੇ ਤੁਸੀਂ ਸਹੀ ਢੰਗ ਨਾਲ ਮਿਹਨਤ ਕਰੋ। ਹਾਲੇਲੂਇਆ। ਕਿੰਨੇ ਸਮਝ ਰਹੇ ਆ? ਹੱਥ ਖੜਾ ਕਰੋ ਜਿੰਨੇ ਸਮਝ ਰਹੇ ਆ। ਹੁਣ ਜਿਹਨਾਂ ਦੇ ਹੱਥ ਥੱਲੇ ਆ, ਉਹਦਾ ਮਤਲਬ ਸਮਝੇ ਨਹੀਂ ਅਜੇ ਤੱਕ। ਜਿਹਨਾਂ ਦੇ ਹੱਥ ਥੱਲੇ ਆ, ਸਮਝੇ ਨਹੀਂ ਆ। ਹਾਲੇਲੂਇਆ। ਜੋਰ ਨਾਲ ਤਾੜੀ ਮਾਰ ਕੇ ਪ੍ਰਭੂ ਦੀ ਮਹਿਮਾ ਲਈ। ਆਮੀਨ। ਹੁਣ ਜਿਨ੍ਹਾਂ ਦੇ ਹੱਥ ਥੱਲੇ ਸੀ, ਉਹਨਾਂ ਨੇ ਵੀ ਤਾੜੀ ਮਾਰੀ ਆ। ਨਹੀਂ, ਉਹਨਾਂ ਨੇ ਵੀ ਤਾੜੀ ਮਾਰੀ ਆ। ਕੀ ਲਾਭ ਹੋਇਆ? ਸਮਝ ਤੁਹਾਨੂੰ ਆਈ ਨਹੀਂ। ਤਾੜੀ ਕਾਹਦੀ ਮਾਰੀ ਤੁਸੀਂ? ਤਾੜੀ ਤਾਂ ਉਹਨਾਂ ਨੇ ਮਾਰੀ ਜਿਹਨਾਂ ਨੂੰ ਸਮਝ ਆਈ ਆ। ਪ੍ਰਭੂ ਦੀ ਮਹਿਮਾ ਉਹਨਾਂ ਨੇ ਕੀਤੀ ਹੈ ਜਿਨ੍ਹਾਂ ਨੂੰ ਸਮਝ ਆਈ ਹੈ। ਤੇ ਜਿਨ੍ਹਾਂ ਨੂੰ ਸਮਝ ਨਹੀਂ ਆਈ, ਉਹ ਵੀ ਪ੍ਰਭੂ ਦੀ ਮਹਿਮਾ ਕਰਨ ਦੀ ਕੋਸ਼ਿਸ਼ ਕਰਦੇ, ਕੋਈ ਲਾਭ ਨਹੀਂ ਹੈ। ਪ੍ਰਭੂ ਨੂੰ ਸਮਝੇ ਤੋਂ ਬਗੈਰ ਉਹਦੀ ਮਹਿਮਾ ਨਹੀਂ ਕੀਤੀ ਜਾ ਸਕਦੀ। ਹਾਲੇਲੂਇਆ। ਨਮਾਨ ਦੇ ਜੀਵਨ ਨੂੰ ਪੜ੍ਹ ਕੇ ਦੇਖਦੇ ਹਾਂ, ਇੱਕ ਚੰਗਾ ਸੂਰਮਾ, ਇੱਕ ਚੰਗਾ ਯੋਧਾ, ਇੱਕ ਚੰਗਾ ਸਿਪਾਹੀ, ਤੇ ਬਹੁਤ ਸਾਰੇ ਯੁੱਧ ਆਪਣੇ ਰਾਜੇ ਦੇ ਲਈ ਉਹਨੇ ਜਿੱਤੇ, ਪਰ ਸੀ ਉਹ ਕੋੜੀ। ਤੇ ਬਾਈਬਲ ਪੁਰਾਣਾ ਨੇਮ ਇਹ ਵੀ ਬਿਆਨ ਕਰਦਾ ਆ ਕਿ ਕੋੜੀ ਨੂੰ ਨਗਰ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਕੋੜੀ ਨੂੰ ਨਗਰ 'ਚ ਰਹਿਣ ਦੀ ਇਜਾਜ਼ਤ ਨਹੀਂ ਹੁੰਦੀ ਸੀ। ਨਗਰ ਤੋਂ ਕੁਝ ਬਿੱਥ ਤੇ ਵੱਖਰੇ ਰੱਖਿਆ ਜਾਂਦਾ ਸੀ। ਨਾ ਉਹਦੇ ਕੋਲ ਕੋਈ ਜਾ ਸਕਦਾ ਸੀ, ਨਾ ਉਹ ਪਿੰਡ 'ਚ ਵੜ ਸਕਦਾ ਸੀ। ਇਹ ਉਸ ਸਮੇਂ ਦੀ ਗੱਲ ਹੈ। ਪਰ ਇਹ ਬੰਦਾ ਰਾਜੇ ਦਾ ਇੰਨਾ ਹਰਮਨ ਪਿਆਰਾ ਸੀ ਕਿ ਇਹਨੂੰ ਉੱਥੇ ਜਗ੍ਹਾ ਦੇ ਦਿੱਤੀ ਸੀ ਰਹਿਣ ਨੂੰ। ਉਹਨੂੰ ਪਤਾ ਲੱਗਾ ਕਿ ਜੇ ਇਜ਼ਰਾਈਲ ਦਾ ਬਾਦਸ਼ਾਹ ਇੱਥੇ ਹੁੰਦਾ, ਅਲੀਸ਼ਾ, ਤੇ ਜ਼ਰੂਰ ਆ ਕੇ ਉਹ ਇਹਦੇ ਤੇ ਕਿਰਪਾ ਕਰਦਾ, ਪ੍ਰਾਰਥਨਾ ਕਰਦਾ, ਤੇ ਉਹ ਇੱਕ ਕੋੜ ਤੋਂ ਆਜ਼ਾਦ ਹੋ ਜਾਂਦਾ। ਸਿਫਾਰਿਸ਼ ਗਈ, ਨਾਲ ਗਿਆ,
ਸੁਨੇਹਾ ਮਿਲ ਗਿਆ, ਕਹਿੰਦਾ ਕਿ ਜਾ ਕੇ ਜਰਦਨ 'ਚ 7 ਚੁੱਭੀਆਂ ਮਾਰ ਲਾ। ਕਿੰਨੀਆਂ? 7 ਚੁੱਭੀਆਂ। ਜਦ ਪਤਾ ਕਿ ਜਰਦਨ ਨਦੀ 'ਚ ਚੁੱਭੀ ਮਾਰਨ ਦੇ ਨਾਲ, ਡੁਬਕੀ ਲਾਉਣ ਦੇ ਨਾਲ ਚੰਗਾ ਹੋ ਹੀ ਜਾਣਾ ਹੈ, ਤੇ ਫਿਰ ਪਹਿਲੀ ਚੁੱਭੀ 'ਚ ਕਿਉਂ ਨਹੀਂ ਚੰਗਾ ਹੁੰਦਾ? ਪਹਿਲੀ ਡੁਬਕੀ 'ਚ ਕਿਉਂ ਨਹੀਂ ਚੰਗਾ ਹੁੰਦਾ? ਗੱਲ ਮਿਹਨਤ ਦੀ ਆ ਕਿ ਕੀ ਰੱਬ ਦੇ ਲਈ ਬੰਦਾ ਮਿਹਨਤ ਕਰਦਾ ਕਿ ਨਹੀਂ ਕਰਦਾ, ਰੱਬ ਦੇ ਪਿੱਛੇ ਚੱਲਦਾ ਕਿ ਨਹੀਂ ਚੱਲਦਾ, ਪ੍ਰਭੂ ਦੇ ਪਿੱਛੇ ਚੱਲਦਾ ਕਿ ਨਹੀਂ ਚੱਲਦਾ। ਦੂਸਰਾ ਰਾਜਿਆਂ 5 ਅਧਿਆਏ ਉਹਦੀ 14 ਆਇਤ ਤੋਂ ਪੜਾਂਗੇ। ਤਦ ਪਰਮੇਸ਼ਵਰ ਦੇ ਜਨ ਦੇ ਆਖੇ ਅਨੁਸਾਰ ਉਹਨੇ ਜਰਦਨ ਵਿੱਚ ਉਤਰ ਕੇ 7 ਚੁੱਭੀਆਂ ਮਾਰੀਆਂ। ਤਦ ਪਰਮੇਸ਼ਵਰ ਦੇ ਜਨ ਦੇ ਕਹਿਣ ਦੇ ਅਨੁਸਾਰ ਉਹਨੇ ਜਰਦਨ ਦੇ ਵਿੱਚ ਕਿੰਨੀਆਂ ਚੁੱਭੀਆਂ ਮਾਰੀਆਂ? 7 ਚੁੱਭੀਆਂ। ਤੇ 7 ਚੁੱਭੀਆਂ ਤੋਂ ਪਹਿਲਾਂ ਕੀ ਕਹਿੰਦਾ ਸੀ ਆਪਣੇ ਟੈਲੂਏ ਨੂੰ? ਕਹਿੰਦਾ ਮੇਰੇ ਦੇਸ਼ ਦੀਆਂ ਵਧੀਆ ਨਦੀਆਂ, ਸੁੰਦਰ ਨਦੀਆਂ ਤੇ ਵੱਡੀਆਂ ਨਦੀਆਂ, ਮੈਂ ਇੱਥੇ ਹੀ ਨਹਾ ਸਕਦਾ ਆ। ਮੈਂ ਕੋਈ ਛੋਟਾ ਮੋਟਾ ਇਨਸਾਨ ਥੋੜੀ ਆ। ਪਰਮੇਸ਼ਵਰ ਦੇ ਅੱਗੇ ਨਾ ਗਰੀਬ ਨਾ ਅਮੀਰ, ਪਰਮੇਸ਼ਵਰ ਦੇ ਅੱਗੇ ਨਾ ਪੜਿਆ ਲਿਖਿਆ ਨਾ ਅਨਪੜ੍ਹ, ਪਰਮੇਸ਼ਵਰ ਦੇ ਅੱਗੇ ਆਗਿਆਕਾਰ ਦੀ ਜ਼ਰੂਰਤ ਆ। ਪਰਮੇਸ਼ਵਰ ਦੇ ਅੱਗੇ ਆਗਿਆਕਾਰਤਾ ਦੀ ਜ਼ਰੂਰਤ ਆ ਕਿ ਆਗਿਆਕਾਰੀ ਹੋਵੇ। ਮੇਰੀ ਜੇਬ ਦਾ ਹਜ਼ਾਰਾਂ ਤੇ ਲੱਖਾਂ ਰੁਪਈਆ, ਮੇਰੇ ਤੋਂ ਜੇਬ ਦਾ ATM ਕੰਮ ਨਹੀਂ ਕਰਨਾ ਪਰਮੇਸ਼ਵਰ ਦੇ ਅੱਗੇ। ਮੇਰੀ ਗਰੀਬੀ ਨੇ ਤਰਸ ਨਹੀਂ ਮਗਾਉਣਾ ਪਰਮੇਸ਼ਵਰ ਦਾ ਮੇਰੇ ਉੱਤੇ। ਮੇਰੇ ਦੁੱਖ ਨੇ ਮੇਰੇ ਤੇ ਤਰਸ ਨਹੀਂ ਦਿਵਾਉਣਾਗਾ ਪਰਮੇਸ਼ਵਰ ਦੇ ਅੱਗੇ ਕਿ ਪਰਮੇਸ਼ਵਰ ਕਹੇ ਜੀ ਮੇਰਾ ਬੱਚਾ ਬਹੁਤ ਦੁਖੀ ਆ। ਨਹੀਂ, ਧਿਆਨ ਦਿਓ, ਇਹ ਕਲੀਅਰ ਆ, ਇਹ ਇੱਥੇ ਕਲੀਅਰ ਆ। ਕੋਈ ਬਿਮਾਰੀ ਦੀ ਅਵਸਥਾ 'ਚ ਪ੍ਰਭੂ ਦੇ ਅੱਗੇ ਰੋ ਰੋ ਕੇ ਕਹੇ ਕਿ ਪ੍ਰਭੂ ਮੈਂ ਤਾਂ ਕਿੰਨਾ ਦੁਖੀ ਆ, ਦੇਖ ਮੈਂ ਤਾਂ ਰੋਂਦਾ ਰਹਿਣਾ, ਮੈਂ ਤਾਂ ਰੋਂਦੀ ਰਹਿੰਦੀ ਆ, ਤੂੰ ਕਿਰਪਾ ਕਰ। ਨਹੀਂ ਹੁੰਦੀ ਕਿਰਪਾ। ਜੇ ਕੋਈ ਕਹੇ ਕਿ ਮੈਂ ਪ੍ਰਭੂ ਬਹੁਤ ਗਰੀਬ ਹਾਂ, ਮੇਰੇ ਤੋਂ ਤਾਂ ਇੱਥੇ ਆਉਣ ਲਈ ਕਿਰਾਇਆ ਵੀ ਹੈ ਨਹੀਂ ਸੀ, ਪਰਮੇਸ਼ਵਰ ਦੇ ਲੱਗੇ ਕੋਈ ਮਾਇਨਾ ਨਹੀਂ ਇਹਨਾਂ ਗੱਲਾਂ ਦੇ। ਜੇ ਕਹੇ ਕਿ ਪ੍ਰਭੂ ਦੇਖ ਮੈਂ ਕਿੰਨਾ ਅਮੀਰ ਹਾਂ, ਮੈਂ ਤੇਰੇ ਅੱਗੇ ਇੱਦਾਂ ਆਊਂਗਾ, ਮੈਂ ਤੇਰੇ ਉੱਦਾਂ ਆਊਂਗਾ, ਨਹੀਂ, ਪਰਮੇਸ਼ਵਰ ਕੇ ਕੁਛ ਨਹੀਂ ਚੱਲਣਾ। ਪਰਮੇਸ਼ਵਰ ਦੇ ਅੱਗੇ ਜੇ ਚੱਲਣਾ ਹੈ ਤਾਂ ਸਿਰਫ ਆਗਿਆਕਾਰੀ ਤੇ ਅਧੀਨਗੀ, ਹੁਕਮਾਂ ਨੂੰ ਮੰਨਣਾ। ਆਦਮ ਕੋਈ ਛੋਟੀ ਮੋਟੀ ਹਸਤੀ ਨਹੀਂ ਬਣਾਇਆ ਸੀ ਪਰਮੇਸ਼ਵਰ ਨੇ। ਅੱਜ ਮਨੁੱਖ ਆਪਣੇ ਘਰ ਦੇ ਵਿੱਚ ਹੀ ਰਾਜਾ ਨਹੀਂ ਆ। ਧਿਆਨ ਦੇ ਕੇ ਦੇਖੋ, ਅੱਜ ਇੱਕ ਪਿਤਾ ਆਪਣੇ ਬੱਚਿਆਂ ਦੇ ਵੀ ਰਾਜ ਨਹੀਂ ਕਰ ਪਾ ਰਿਹਾ। ਬਾਪ ਕਹਿੰਦਾ ਸੱਜੇ ਪਾਸੇ ਜਾਣ ਨੂੰ ਤਾਂ ਬੇਟਾ ਮੇਰੇ ਤੋਂ ਖੱਬੇ ਪਾਸੇ ਜਾਂਦਾ। ਪਤੀ ਕਹਿੰਦਾ ਸੱਜੇ ਪਾਸੇ ਜਾਣ ਨੂੰ ਤਾਂ ਪਤਾ ਨਹੀਂ ਖੱਬੇ ਪਾਸੇ ਜਾਂਦੀ ਆ। ਪਤਨੀ ਕਹੇ ਸੱਜੇ ਪਾਸੇ ਜਾਣ ਨੂੰ ਤਾਂ ਪਤੀ ਖੱਬੇ ਪਾਸੇ ਜਾਂਦਾ। ਕਹਿਣ ਦਾ ਮਤਲਬ ਅਸੀਂ ਆਪਣੇ ਜੀਵਨ ਸਾਥੀ ਦੀ ਜ਼ਿੰਦਗੀ 'ਚ ਨਹੀਂ ਰਾਜ ਕਰ ਪਾ ਰਹੇ। ਕਿਉਂ? ਕੋਈ ਕਮੀ ਹੋਏਗੀ ਤਦੇ ਨਹੀਂ ਰਾਜ ਕਰ ਰਹੇ। ਤੇ ਆਦਮ ਕਿੱਦਾਂ ਦਾ ਸੀ? ਪਰਮੇਸ਼ਵਰ ਨੇ ਧਰਤੀ ਦੇ ਉੱਤੇ ਉਹਨੂੰ ਰਾਜਾ ਬਣਾਇਆ ਸੀ, ਧਰਤੀ ਉੱਤੇ, ਕਿਸੇ ਇੱਕ ਦੇਸ਼ ਉੱਤੇ ਨਹੀਂ। ਇੱਕ ਦੇਸ਼ ਉੱਤੇ ਨਹੀਂ। ਪਰਮੇਸ਼ਵਰ ਨੇ ਕੀ ਬਣਾਇਆ ਸੀ ਉਹਨੂੰ? ਪਰਮੇਸ਼ਵਰ ਨੇ ਆਦਮੀ ਨੂੰ ਧਰਤੀ ਤੇ ਰਾਜਾ ਬਣਾਇਆ ਸੀ। ਹਰ ਇੱਕ ਜੰਗਲੀ ਜਾਨਵਰ ਉੱਤੇ, ਹਰ ਇੱਕ ਪਾਣੀ 'ਚ ਰਹਿਣ ਵਾਲੇ ਜਲ ਜੰਤੂ, ਆਕਾਸ਼ ਤੇ ਉੱਡਣ ਵਾਲੇ ਪਰਿੰਦਿਆਂ ਤੇ, ਜਾਨਵਰਾਂ ਤੇ, ਬੜੇ ਬੜੇ ਮੇਰੇ ਜੋ ਜਾਨਵਰਾਂ ਤੇ, ਖੂੰਖਾਰ ਜਾਨਵਰਾਂ ਤੇ, ਸ੍ਰਿਸ਼ਟੀ ਦੀ ਹਰ ਇੱਕ ਚੀਜ਼ ਦੇ ਉੱਤੇ ਲਿਖਿਆ ਕਿ ਤੂੰ ਰਾਜ ਕਰ। ਰਾਜਾ ਬਣਾਇਆ। ਉਹ ਛੋਟੀ ਮੋਟੀ ਹਸਤੀ ਨਹੀਂ ਸੀ। ਫਿਰੌਨ ਨੇ ਯੂਸਫ ਨੂੰ ਛੋਟੀ ਮੋਟੀ ਹਸਤੀ ਨਹੀਂ ਦਿੱਤੀ ਸੀ। ਕਹਿੰਦਾ ਦੂਜੇ ਦਰਜੇ ਦੇ ਸਿੰਘਾਸਨ ਉੱਤੇ, ਦੂਜੇ ਦਰਜੇ ਦੇ ਰੱਥ ਉੱਤੇ ਬਿਠਾ ਦਿੱਤਾ ਗਿਆ। ਤੇ ਕਿਹਾ ਕੀ ਸੀ? ਕਹਿੰਦਾ ਮੇਰੀ ਰੋਟੀ ਤੋਂ ਇਲਾਵਾ ਮੇਰੀ ਰਈਅਤ ਉੱਤੇ ਤੇਰਾ ਹੁਕਮ ਚੱਲੇਗਾ। ਮੀਨਸ ਉਹਨੇ ਰੋਟੀ ਦਾ ਅਧਿਕਾਰ ਆਪਣੇ ਕੋਲ ਰੱਖਿਆ ਕਿ ਮੈਂ ਰੋਟੀ ਆਪਣੀ ਮਨਪਸੰਦ ਦੀ ਖਾਣੀ ਆ, ਬਾਕੀ ਸਾਰੀਆਂ ਗੱਲਾਂ ਤੇਰੀਆਂ ਪੂਰੀਆਂ ਹੋਣਗੀਆਂ। ਅਧਿਕਾਰ ਦੇ ਦਿੱਤਾ। ਸਿਰਫ ਕਿੰਨਾ ਕਹਿ ਸਕਦੇ ਅਸੀਂ? 19-21 ਦਾ ਫਰਕ ਸੀ। ਸਿਰਫ ਰੋਟੀ ਦਾ ਅਧਿਕਾਰ ਰਾਜੇ ਨੇ ਆਪਣੇ ਕੋਲ ਰੱਖਿਆ ਸੀ, ਬਾਕੀ ਸਾਰਾ ਮੇਰੇ ਯੂਸਫ ਨੂੰ ਦੇ ਦਿੱਤਾ। ਤੇ ਪਰਮੇਸ਼ਵਰ ਨੇ ਕੇਵਲ ਸਵਰਗ ਦਾ ਅਧਿਕਾਰ ਆਪਣੇ ਕੋਲ ਰੱਖਿਆ। ਪਰਮੇਸ਼ਵਰ ਨੇ ਆਦਮ ਨੂੰ ਇੰਨਾ ਰਿਚ ਬਣਾ ਦਿੱਤਾ ਆ, ਇੰਨਾ ਅਮੀਰ ਬਣਾ ਦਿੱਤਾ ਕਿ ਸਾਰਾ ਅਧਿਕਾਰ ਹੀ ਉਹਨੂੰ ਦੇ ਦਿੱਤਾ। ਪਰ ਜਦੋਂ ਉਹਦੇ ਵਿੱਚ ਅਣਆਗਿਆਕਾਰੀ ਆ ਗਈ, ਸਾਰੇ ਅਧਿਕਾਰਾਂ ਤੋਂ ਹੱਥ ਧੋ ਬੈਠਾ। ਕਿਉਂਕਿ ਉਹਨੇ ਮਿਹਨਤ ਨਹੀਂ ਕੀਤੀ, ਸਹੀ ਢੰਗ ਨਾਲ ਮਿਹਨਤ ਨਹੀਂ ਕੀਤੀ। ਪਰਮੇਸ਼ਵਰ ਅੱਗੇ ਅਮੀਰੀ ਗਰੀਬੀ ਕੁਛ ਨਹੀਂ ਚੱਲਦਾ। ਪਰਮੇਸ਼ਵਰ ਅੱਗੇ ਸਿਰਫ ਆਗਿਆਕਾਰੀ ਚੱਲਦੀ ਆ। ਤੇ ਆਗਿਆਕਾਰੀ 'ਚ ਰਹਿ ਕੇ ਕੀਤੀ ਮਿਹਨਤ ਹਮੇਸ਼ਾ ਫਲ ਲੈ ਕੇ ਆਉਂਦੀ ਆ। ਇਹ ਮਨੁੱਖ ਕਹਿੰਦਾ
ਕਿ ਮੈਂ ਇੱਕ ਵੱਡੀ ਪਦਵੀ ਵਾਲਾ ਰਾਜੇ ਦੀ ਚਿੱਠੀ ਲਿਖ ਗਿਆ ਤੇ ਦਾਸ ਨੇ ਕੀ ਕਹਿ ਦਿੱਤਾ, ਜਾ ਕੇ ਜਰਦਨ ਦੇ ਵਿੱਚ 7 ਚੁੱਭੀਆਂ ਮਾਰ। ਮੈਂ ਤਾਂ ਆਪਣੇ ਦੇਸ਼ ਦੀਆਂ ਨਦੀਆਂ ਦੇਖ ਕਿੰਨੀਆਂ ਵਧੀਆ ਆ, ਕਿੰਨੀਆਂ ਸੁੰਦਰ ਆ, ਕਿੰਨੀਆਂ ਸਾਫ਼ ਆ, ਮੈਂ ਉੱਥੇ ਕਿਉਂ ਜਾਵਾਂ। ਅੜ ਗਿਆ ਸੀਗਾ ਕੋੜ। ਟੈਲੂਏ ਨੇ ਕਿਹਾ ਜੇ ਤੈਨੂੰ ਕੋਈ ਹੋਰ ਉੱਥੇ ਕੋਈ ਧਰਮ ਕਰਮ ਕਰਨ ਨੂੰ ਕਹਿੰਦਾ ਤੂੰ ਕਰਨਾ ਸੀ, ਇੱਕ ਵਾਰ ਜਾ ਕੇ ਤੂੰ ਪਰਮੇਸ਼ਰ ਦੇ ਜਨ ਦੇ ਕਹਿਣ ਦੇ ਅਨੁਸਾਰ ਚੁੱਭੀਆਂ ਤਾਂ ਮਾਰ ਕੇ ਦੇਖ ਲੈ। ਉਹਨੂੰ ਪਤਾ ਸੀ ਇਹ ਗੱਲ ਤਾਂ ਪੱਕੀ ਆ ਕਿ ਜੋ ਕਿਹਾ ਆ ਉਹ ਹੋਣਾ ਆ, ਕਿ 7 ਚੁੱਭੀਆਂ ਮਾਰ ਤੂੰ ਆਜ਼ਾਦ ਹੋ ਜਾਏਗਾ। ਇਹ ਤਾਂ ਗੱਲ ਕਹਿ ਦਿੱਤੀ ਤੇ ਤੁਹਾਨੂੰ ਵੀ ਕਹਿ ਦਿੱਤਾ ਪਰਮੇਸ਼ਵਰ ਨੇ ਕਿ ਜੇ ਸਹੀ ਢੰਗ ਨਾਲ ਤੁਸੀਂ ਤੌਬਾ ਕਰੋਗੇ, ਤੁਸੀਂ ਪਾਪ ਨੂੰ ਛੱਡੋਗੇ, ਪਾਪਾਂ ਦੀ ਮਾਫੀ ਪਾਓਗੇ, ਸਵਰਗੋਂ ਸੁੱਖ ਦੇ ਦਿਨ ਆਉਣਗੇ। ਇਹ ਤਾਂ ਲਿਖ ਦਿੱਤਾ, ਇਹ ਤਾਂ ਪੱਕਾ ਕਹਿ ਦਿੱਤਾ ਕਿ ਤੂੰ ਸਾਫ਼ ਹੋ ਜਾਏਗਾ, ਪਰ 7 ਚੁੱਭੀਆਂ ਮਾਰ ਲੈ। ਹੁਣ ਉਹ ਅੜ ਗਿਆ ਚੁੱਭੀਆਂ ਮਾਰਨ ਤੋਂ, ਚੁੱਭੀਆਂ ਮਾਰਨ ਤੋਂ ਅੜ ਗਿਆ। ਟੈਲੂਏ ਨੇ ਕਿਹਾ ਇੱਕ ਵਾਰ ਰੱਬ ਦੇ ਜਨ ਦੇ ਕਹੇ ਦੇ ਅਨੁਸਾਰ ਕਰਕੇ ਵੇਖ। ਲਿਖਿਆ ਤਦ ਨਮਾਨ ਜਰਦਨ ਨਦੀ ਦੇ ਵਿੱਚ ਗਿਆ। ਹਾਂਜੀ, ਫਿਰ ਉਹਦੀ ਦੇਹ ਨਿੱਕੇ ਬਾਲਕ ਦੀ ਸ਼ੁਰੂ ਪੂਰੀ ਆਈ। ਉਹਨੇ ਜਰਦਨ ਵਿੱਚ ਉਤਰ ਕੇ 7 ਚੁੱਭੀਆਂ ਮਾਰੀਆਂ। ਉਹਨੇ ਜਰਦਨ ਵਿੱਚ ਉਤਰ ਕੇ 7 ਚੁੱਭੀਆਂ ਮਾਰੀਆਂ। ਫਿਰ ਉਹਦੀ ਦੇਹ ਨਿੱਕੇ ਬਾਲਕ ਦੀ ਦੇਹ ਵਰਗੀ ਸਾਫ਼, ਨਿੱਕੇ ਬਾਲਕ ਦੀ ਦੇਹ ਵਾਂਗ ਸਾਫ਼ ਹੋ ਗਈ। ਹਾਲੇਲੂਇਆ। ਜਿਸ ਪਾਣੀ 'ਚ ਉਤਰਨ ਦੇ ਨਾਲ 7ਵੀਂ ਚੁੱਭੀ 'ਚੋਂ ਚੰਗਾ ਹੋਇਆ, ਪਹਿਲੀ ਚੁੱਭੀ 'ਚ ਕਿਉਂ ਨਹੀਂ ਚੰਗਾ ਹੋਇਆ? ਦੂਜੀ 'ਚ ਕਿਉਂ ਨਹੀਂ ਹੋਇਆ? ਤੀਜੀ 'ਚ ਕਿਉਂ ਨਹੀਂ ਹੋਇਆ? ਚੌਥੀ 'ਚ ਕਿਉਂ ਨਹੀਂ ਹੋਇਆ? ਪੰਜਵੀਂ 'ਚ ਕਿਉਂ ਨਹੀਂ ਹੋਇਆ? ਛੇਵੀਂ 'ਚ ਕਿਉਂ ਨਹੀਂ ਹੋਇਆ? ਕਿਉਂਕਿ ਪਰਮੇਸ਼ਰ ਉਤੋਂ ਮਿਹਨਤ ਚਾਹੁੰਦਾ ਸੀ। ਲਾਹੇ ਦੀ ਤਾਂ ਕੋਈ ਵੀ ਇੱਕ ਚੁੱਭੀ ਮਾਰਨ ਨੂੰ ਤਿਆਰ ਆ, ਲਾਲਚ ਦੀ ਤਾਂ ਕੋਈ ਵੀ 10 ਮਿੰਟ ਪ੍ਰਾਰਥਨਾ ਕਰਨ ਨੂੰ ਤਿਆਰ ਆ, ਲਾਹੇ ਦੀ ਤਾਂ ਕੋਈ ਵੀ ਇੱਕ ਦਿਨ ਦਾ ਵਰਤ ਰੱਖਣ ਨੂੰ ਤਿਆਰ ਆ। ਪਰ ਫਾਈਟ ਜਿੱਤਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਫਾਈਟ ਜਿੱਤਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਜਦੋਂ ਦਾਊਦ ਨੇ ਗਲਿਆਤ ਨੂੰ ਮਾਰਿਆ, ਉਹਦਾ ਯੁੱਧ ਦਾ ਕੋਈ ਵੀ ਐਕਸਪੀਰੀਅੰਸ ਨਹੀਂ ਸੀ, ਫਾਈਟ ਦਾ ਕੋਈ ਵੀ ਐਕਸਪੀਰੀਅੰਸ ਉਹਨੂੰ ਨਹੀਂ ਸੀ। ਇੱਥੋਂ ਤੱਕ ਕਿ ਜਦੋਂ ਯੁੱਧ ਦੇ ਵਸਤਰ ਉਹਨੂੰ ਪਵਾਏ, ਕਹਿੰਦਾ ਉਹ ਇੱਕ ਕਦਮ ਵੀ ਅੱਗੇ ਨਹੀਂ ਵੱਧ ਸਕਿਆ। ਇੱਕ ਕਦਮ ਵੀ ਅੱਗੇ ਜਾ ਕੇ ਉਹਨੇ ਗੋਪੀਏ 'ਚ ਪੱਥਰ ਰੱਖਿਆ, ਘੁਮਾ ਕੇ ਮਾਰਿਆ, ਉਹ ਮਰ ਗਿਆ, ਗੋਲਿਆਤ ਮਰ ਗਿਆ। ਪਰ ਪਰਮੇਸ਼ਵਰ ਨੇ ਉਹਨੂੰ ਸ਼ਾਊਲ ਦੇ ਕੋਲ ਰੱਖ ਕੇ ਫਾਈਟ ਕਰਨੀ ਸਿਖਾਈ, ਫਾਈਟ ਕਰਨੀ ਸਿਖਾਈ। ਪਰਮੇਸ਼ਰ ਜਦੋਂ ਗੋਲਿਆਤ ਨੂੰ ਮਾਰਿਆ ਗਿਆ, ਪਰਮੇਸ਼ਰ ਉਦੋਂ ਹੀ ਦਾਊਦ ਨੂੰ ਖੜਾ ਕਰ ਸਕਦਾ ਸੀ, ਪਰ ਪਰਮੇਸ਼ਰ ਦਾਊਦ ਨੂੰ ਲੜਨਾ ਸਿਖਾਉਣਾ ਚਾਹੁੰਦਾ ਸੀ। ਜੇ ਲੜਨਾ ਸਿਖਾਇਆ ਤੇ ਇਸੇ ਲਈ ਬੜੇ ਬੜੇ ਰਾਜਿਆਂ ਨਾਲ ਜੰਗ ਲੜੀ ਆ, ਯੁੱਧ ਕੀਤੇ ਆ, ਫਾਈਟ ਕੀਤੀ ਆ, ਤੇ ਕਿਸੇ ਵੀ ਫਾਈਟ ਦੇ ਵਿੱਚ ਦਾਊਦ ਫੇ ਹਾਰਿਆ ਨਹੀਂ। ਉਹਨੇ ਮਿਹਨਤ ਕਰਨੀ ਸਿੱਖ ਲਈ ਤੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਅੱਜ ਜੇ ਸਾਡੇ 'ਚ ਘਾਟ ਆ ਤਾਂ ਮਿਹਨਤ ਦੀ ਘਾਟ ਆ, ਪਰਮੇਸ਼ਰ ਦੇ ਕੰਮ ਕਰਨ 'ਚ ਮਿਹਨਤ ਦੀ ਘਾਟ ਆ। ਅਸੀਂ ਦੁਨਿਆਵੀ ਮਿਹਨਤ ਕਰਨ ਨੂੰ ਤਾਂ ਮੇਰੇ ਤੋਂ ਹੱਡ ਭੰਨਵੀਂ ਮਿਹਨਤ ਕਰ ਲੈਨੇ ਆ, ਜ਼ੋਰ ਮਾਰ ਲੈਨੇ ਆ। ਇਹ ਕੰਮ 4 ਬੰਦਿਆਂ ਤੋਂ ਨਹੀਂ ਹੋਣਾ ਸੀ, ਜਿਹੜਾ ਕੰਮ ਮੈਂ ਜ਼ੋਰ ਮਾਰ ਕੇ ਇੱਕ ਦਿਨ ਦੇ ਵਿੱਚ ਕਰ ਦਿੱਤਾ, ਇਕੱਲੇ ਨੇ ਕਰ ਦਿੱਤਾ। ਤੇ ਪ੍ਰਾਰਥਨਾ ਦੇ ਵਿੱਚ ਸਾਡੇ ਹੱਥ ਖੜੇ ਹੋ ਜਾਂਦੇ, ਸਾਡੇ ਤੋਂ ਇਹ ਕਿੱਥੋਂ ਹੋਣੀ ਆ, ਇਹ ਨਹੀਂ ਕਰ ਸਕਦੇ। ਤੇ ਫਲ ਦੀ ਆਸ ਵੱਡੀ ਰੱਖਦੇ ਆ ਕਿ ਫਲ ਸਾਨੂੰ ਵੱਡਾ ਮਿਲੇ। ਫਲ ਤਦੇ ਹੀ ਵੱਡਾ ਹੋਵੇਗਾ, ਤਦੇ ਹੀ ਵੱਡਾ ਮਿਲੇਗਾ ਜਦੋਂ ਫਾਈਟ ਵੱਡੀ ਹੋਵੇਗੀ। ਨਾ ਪਹਿਲੀ ਚੁੱਭੀ 'ਚ ਆਨੰਦ, ਨਾ ਦੂਜੀ ਚੁੱਭੀ 'ਚ ਕੁਝ ਮਿਲਿਆ, ਨਾ ਤੀਜੀ ਚੁੱਭੀ, ਜਦ ਕਿ ਉਹਨੂੰ ਇਹ ਪਤਾ ਸੀ ਕਿ ਇਸੇ ਜਰਦਨ 'ਚ ਮੈਂ ਚੰਗਾ ਹੋਣਾ ਆ, ਕਿਉਂਕਿ ਮੈਨੂੰ ਕਹਿ ਦਿੱਤਾ ਗਿਆ। ਤੇ 7 ਦੀ ਕੀ ਲੋੜ ਸੀ? ਪਹਿਲੀ ਚੁੱਭੀ 'ਚ ਚੰਗਾ ਹੋ ਜਾਣਾ ਚਾਹੀਦਾ ਸੀ, ਪਹਿਲੀ 'ਚ ਹੀ ਚੰਗਾ ਹੋ ਜਾਣਾ ਚਾਹੀਦਾ ਸੀ। ਜੇ ਪਤਾ ਆ ਕਿ ਇੱਥੇ ਹੀ ਚੰਗਾ ਹੋਣਾ ਆ ਤੇ ਪਹਿਲੀ 'ਚ ਚੁੱਭੀ 'ਚ ਹੀ ਚੰਗਾ ਹੋ ਜਾਣਾ ਚਾਹੀਦਾ ਸੀ। ਪਰਮੇਸ਼ਵਰ 6 ਵਾਰ ਉਤੋਂ ਮਿਹਨਤ ਕਰਾਉਣੀ ਚਾਹੁੰਦਾ ਸੀ, 7ਵੀਂ ਵਾਰ ਇੱਕ ਵਾਰ ਸਫਲ ਨਹੀਂ ਹੋਏ, ਮਿਹਨਤ ਕਰੋ। ਦੂਜੀ ਵਾਰ ਵੀ ਸਫਲਤਾ ਨਹੀਂ ਮਿਲੀ, ਤਦ ਵੀ ਮਿਹਨਤ 'ਚ ਬਣੇ ਰਹੋ। ਤੀਜੀ ਵਾਰ ਨਹੀਂ ਸਫਲਤਾ ਮਿਲੀ, ਤਦ ਵੀ ਮਿਹਨਤ ਕਰੀ ਜਾਓ। ਚੌਥੀ ਵਾਰ ਨਹੀਂ ਮਿਲੀ, ਤਦ ਵੀ ਮਿਹਨਤ ਕਰੀ ਜਾਓ, ਮਿਹਨਤ ਕਰੀ ਜਾਓ ਕਿ ਇੱਕ ਸਮਾਂ ਆਵੇਗਾ ਜ਼ਰੂਰ ਆ, ਖੁਦਾ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰੇਗਾ। ਇੱਕ ਵਾਰ ਵਿਦੇਸ਼ ਦੇ ਕਾਗਜ਼ ਕੈਂਸਲ ਹੋ ਗਏ, ਅਸੀਂ ਦੂਜੀ ਵਾਰ ਫੱਟ ਲਾ ਦਿੰਨੇ ਆ ਕਿ ਹੋਊਗਾ ਹੀ।
ਦੂਏ ਦਿਨ ਹੀ ਥੋੜੋ ਜਵਾਬ ਮਿਲ ਜਾਂਦਾ, ਦੂਏ ਦਿਨ ਹੀ ਥੋੜੋ ਅਸੀਂ ਡਿਸੀਜਨ ਲੈ ਲੈਂਦੇ ਆ। ਜਦੋਂ ਦੂਈ ਵਾਰ ਵੀ ਨਹੀਂ ਗੱਲ ਬਣਦੀ, ਅਸੀਂ ਫਿਰ ਤੀਜਾ ਏਜੰਟ ਫੜਦੇ ਆ ਕਿ ਚਲੋ ਜੀ ਉੱਥੋਂ ਦੇਖਦੇ ਆ, ਸ਼ਾਇਦ ਉਧਰੋਂ ਕੋਈ ਗੱਲ ਬਣ ਜਾਏ। ਨਹੀਂ ਗੱਲ ਬਣੀ, ਚੌਥੀ ਵਾਰ ਫਿਰ ਇੱਕ ਵਕੀਲ ਨਾਲ ਗੱਲ ਕਰਦੇ ਆ, ਜੀ ਦੱਸੋ ਫਾਈਲ ਨੂੰ ਕੀ ਗੱਲ ਹੈਗੀ ਆ, ਕੀ ਪ੍ਰੋਬਲਮ ਆ ਰਹੀ ਆ। ਸਾਰੀਆਂ ਗੱਲਾਂ ਉਹਦੇ ਥਰੂ ਕਰਵਾ ਕੇ ਫਿਰ ਫਾਈਲ ਲਾਉਂਦੇ ਅਸੀਂ। ਲੱਗੇ ਰਹਿੰਦੇ ਆ, ਫਿਰ ਜਾ ਕੇ ਕਿਤੇ ਮਿਹਨਤ ਬਣ ਹੁੰਦੀ ਆ, ਉਹਦਾ ਫਲ ਹੁੰਦਾ। ਲੈ ਜੀ ਰੱਬ ਨੇ ਕੰਮ ਕਰ ਦਿੱਤਾ। ਫਿਰ ਕੀ ਕਹਿੰਦੇ, ਰੱਬ ਨੇ ਕੰਮ ਕਰ ਦਿੱਤਾ। ਤੁਸੀਂ ਯਤਨ ਕਰਨਾ ਛੱਡਿਆ ਨਹੀਂ, ਇਸੇ ਲਈ ਤੁਹਾਡੇ ਯਤਨ ਨੇ ਤੁਹਾਨੂੰ ਸਫਲ ਕੀਤਾ। ਤੇ ਜੇ ਯਤਨ ਕਰਨਾ ਹੀ ਨਹੀਂ ਤਾਂ ਸਫਲਤਾ ਮਿਲਣੀ ਕਿੱਥੋਂ ਆ? ਜੇ ਯਤਨ ਕੀਤਾ ਹੀ ਨਹੀਂ ਤੇ ਸਫਲਤਾ ਮਿਲਣੀ ਕਿੱਥੋਂ ਆ? ਪਹਿਲਾ ਕੁਰਿੰਥੀਆਂ 15 ਅਧਿਆਇ ਫਿਰ 58 ਆਇਤ ਨੂੰ ਪੜ੍ਹੀਏ ਜਲਦੀ ਦੇ ਨਾਲ। ਇੱਥੇ ਵੀ ਮੈਂ ਵਾਪਸ ਆਉਣਾ ਆ ਨਮਾਨ ਦੇ ਉੱਤੇ। ਪਹਿਲਾ ਕੁਰਿੰਥੀਆਂ 15 ਅਧਿਆਇ 58 ਆਇਤ। ਸੋ हे ਮੇਰੇ ਪਿਆਰੇ ਭਰਾਵੋ, ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵੱਧਦੇ ਜਾਓ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ। ਤੁਸੀਂ ਸਥਿਰ ਅਤੇ ਅਡੋਲ ਹੋਵੋ। ਹਾਰੋ ਨਾ ਇਸ ਗੱਲ ਦੇ ਵਿੱਚ ਕਿ ਮੇਰੀ ਮਿਹਨਤ ਦਾ ਫਲ ਨਹੀਂ ਮਿਲਿਆ, ਇਹ ਕੰਮ ਨਹੀਂ ਹੋਇਆ। ਗੜਦੀ ਵਾਲਾ ਤੋਂ ਕੋਈ ਫੈਮਿਲੀ ਨਵੀਂ ਆਈ ਸੀ ਬੁੱਧਵਾਰ ਦੇ ਦਿਨ ਚ, ਆਏ ਅੱਜ? ਗੜਦੀ ਵਾਲਾ ਤੋਂ ਆਏ ਅੱਜ? ਨਹੀਂ ਆਏ? ਹਾਲੇਲੂਇਆ। ਮੈਂ ਫਿਰ ਬਚਨ ਚ ਚੱਲਦਾ ਹਾਂ। ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਅਸਥਿਰ ਅਤੇ ਅਡੋਲ ਹੋਵੋ। ਡੋਲੋ ਨਾ ਕਿਸੇ ਵੀ ਗੱਲ ਚ। ਕਾਲ ਦਾ ਸਮਾਂ ਏਲੀਆ ਨੂੰ ਪਰਮੇਸ਼ਵਰ ਨੇ ਇੱਕ ਵਿਜ਼ਨ ਦੇ ਦਿੱਤਾ ਕਿ ਚੱਲ ਉੱਠ ਸ਼ਾਰਫਤ ਦੇ ਵਿੱਚ। ਉਸ ਤੋਂ ਪਹਿਲਾਂ ਉਹਨੂੰ ਕਿਹਾ ਗਿਆ ਕਿ ਤੂੰ ਜਰਦਨ ਦੇ ਸਾਹਮਣੇ ਕਰੀਦ ਦੇ ਨਾਲੇ ਦੇ ਵਿੱਚ ਆਪਣੇ ਆਪ ਨੂੰ ਲੁਕੋ। ਕਾਲ ਦਾ ਸਮਾਂ ਸੀ। ਏਲੀਆ ਉੱਠਿਆ, ਮਿਹਨਤ ਕੀਤੀ, ਆਪਣੇ ਆਪ ਨੂੰ ਨਾਲੇ ਵਿੱਚ ਛੁਪਾਇਆ। ਕਾਵਾਂ ਦੇ ਹੱਥੀ ਪਰਮੇਸ਼ਰ ਭੋਜਨ ਭੇਜਦਾ ਸੀ ਦੋਨੇ ਟਾਈਮ। ਔਰ ਉਸ ਤੋਂ ਬਾਅਦ ਬਾਈਬਲ 'ਚ ਲਿਖਿਆ ਗਿਆ ਕਿ ਕਾਲ ਦੇ ਜ਼ੋਰ ਕਰਕੇ ਉਸ ਨਾਲੇ ਦਾ ਪਾਣੀ ਸੁੱਕ ਗਿਆ ਜਿੱਥੋਂ ਪੀਂਦਾ ਸੀ। ਉੱਥੋਂ ਉੱਠਿਆ ਤੇ ਸਾਰਫਤ ਸ਼ਹਿਰ 'ਚ ਭੇਜ ਦਿੱਤਾ ਗਿਆ। ਉਹ ਵਾਪਸ ਨਹੀਂ ਮੁੜਿਆ ਕਿ ਜਿੱਥੇ ਨਾਲੇ 'ਚ ਪਾਣੀ ਮੁੱਕ ਗਿਆ, ਮੈਨੂੰ ਇੱਥੇ ਪਾਣੀ ਨਹੀਂ ਮਿਲਦਾ ਤੇ ਮੈਂ ਹੁਣ ਸਾਰਫਤ ਸ਼ਹਿਰ 'ਚ ਇੱਕ ਵਿਧਵਾ ਦੇ ਘਰ 'ਚ ਜਾਵਾਂਗਾ, ਉੱਥੇ ਮੈਨੂੰ ਕੀ ਮਿਲੇਗਾ? ਇੱਥੇ ਨਾਲੇ ਦਾ ਪਾਣੀ ਮੁੱਕ ਗਿਆ, ਤਲਾਅ ਦਾ ਪਾਣੀ ਮੁੱਕ ਗਿਆ। ਉਸ ਔਰਤ ਦੇ ਘਰ 'ਚ ਮੈਨੂੰ ਕੀ ਮਿਲੇਗਾ? ਉਹ ਵੀ ਔਰਤ ਵਿਧਵਾ ਆ, ਮੈਨੂੰ ਕੀ ਮਿਲੇਗਾ? ਕੁਝ ਵੀ ਨਹੀਂ। ਪਰ ਉਹ ਮਿਹਨਤ ਕਰਦਾ ਰਿਹਾ। ਜੋ ਪ੍ਰਭੂ ਨੇ ਕਿਹਾ ਉਹਨੇ ਉਹ ਪੂਰਾ ਕੀਤਾ। ਕਹਿੰਦਾ ਮੈਂ ਇੱਕ ਵਿਧਵਾ ਨੂੰ ਤੇਰੇ ਲਈ ਠਹਿਰਾ ਦਿੱਤਾ, ਉਹ ਤੇਰੀ ਸਾਰ ਲਵੇਗੀ, ਪਾਲਣ ਪੋਸ਼ਣ ਤੇਰਾ ਉਹ ਕਰੇਗੀ। ਤੇ ਵਿਧਵਾ ਕੋਲ ਕੀ ਸੀ? ਇੱਕ ਮੁੱਠੀ ਆਟਾ। ਤੇ ਕਿੱਦਾਂ ਪਾਲਣ ਪੋਸ਼ਣ ਕਰੇਗੀ ਉਸ ਮੇਰੇ ਤੋਂ ਪਰਮੇਸ਼ਰ ਦੇ ਦਾਸ ਏਲੀਆ ਦਾ? ਏਲੀਆ ਨੂੰ ਇਹ ਪਤਾ ਸੀ ਕਿ ਪਰਮੇਸ਼ਰ ਨੇ ਮੈਨੂੰ ਕਿਹਾ ਆ ਕਿ ਇੱਕ ਵਿਧਵਾ ਤੇਰੇ ਪਾਲਣ ਪੋਸ਼ਣ ਲਈ ਮੈਂ ਠਹਿਰਾ ਦਿੱਤੀ ਆ। ਚਲਾ ਗਿਆ, ਉੱਥੇ ਜਾ ਕੇ ਮੇਰੇ ਜੋ ਪਰਮੇਸ਼ਰ ਦੇ ਦਾਸ ਤੇ ਜਿੱਦਾਂ ਵੀ ਉਹਨੂੰ ਕਿਹਾ, ਉਹਨੇ ਉਸ ਔਰਤ ਨੇ ਉੱਤੇ ਕੀਤੀ। ਉਸ ਔਰਤ ਦੇ ਘਰ ਦੇ ਵਿੱਚ ਕਾਲ ਦੇ ਦਿਨਾਂ 'ਚ ਨਾ ਆਟਾ ਮੁੱਕਿਆ, ਨਾ ਤੇਲ ਮੁੱਕਿਆ, ਨਾ ਭੋਜਨ ਮੁੱਕਿਆ। ਉਹ ਵਿਅਕਤੀ ਜਿਹਨੇ ਮੁਸ਼ਕਲ ਸਮੇਂ ਦੇ ਵਿੱਚ ਥੋੜੇ ਪਾਣੀ ਨਾਲ ਗੁਜ਼ਾਰਾ ਕੀਤਾ, ਉਹਦੀ ਮਿਹਨਤ ਦੇ ਸਦਕਾ 3.5 ਸਾਲ ਬਾਅਦ ਉਹਦੀ ਪ੍ਰਾਰਥਨਾ ਦੇ ਨਾਲ ਧਰਤੀ ਦੇ ਉੱਤੇ ਮੀਂਹ ਆਇਆ, ਕਾਲ ਦੇ ਬੰਧਨ ਟੁੱਟੇ। ਤੇ ਜੇ ਅੱਜ ਅਸੀਂ ਮੁਸ਼ਕਲ ਤੇ ਪਰੇਸ਼ਾਨੀ 'ਚ ਰਹਿ ਕੇ ਵੀ ਮਿਹਨਤ ਕਰਾਂਗੇ, ਅਸਥਿਰ, ਅਡੋਲ, ਮਜ਼ਬੂਤ ਤੇ ਵਿਸ਼ਵਾਸ ਦੇ ਵਿੱਚ ਤਕੜੇ ਹੋ ਕੇ ਮਿਹਨਤ ਕਰਾਂਗੇ, ਤੇ ਤੁਸੀਂ ਉਸ ਮਿਹਨਤ ਨਾਲ ਕੇਵਲ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਛਡਾਓਗੇ, ਤੁਸੀਂ ਆਪਣੇ ਨੇੜੇ ਤੇੜੇ ਦੇ ਲੋਕਾਂ ਨੂੰ ਵੀ ਛਡਾਉਣ ਦਾ ਕਾਰਨ ਬਣ ਜਾਓਗੇ। ਆਪਣੇ ਆਪ ਨੂੰ ਨਹੀਂ ਛਡਾਓਗੇ, ਤੁਸੀਂ ਆਪਣੀ ਪੂਰੀ ਫੈਮਿਲੀ ਨੂੰ ਤੇ ਫੈਮਿਲੀ ਦੇ ਵਸੀਲੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਬਚਾਉਣ ਦਾ ਕਾਰਨ ਬਣ ਜਾਓਗੇ।
ਇਸੇ ਲਈ ਪਰਮੇਸ਼ਰ ਤੁਹਾਡੇ ਤੋਂ ਵੱਡੀ ਮਿਹਨਤ ਚਾਹੁੰਦਾ ਆ। ਔਰ ਇਹ ਮਿਹਨਤ ਮੇਰੇ ਤੋਂ ਕਦੀ ਵੀ ਕਾਰਥ ਨਹੀਂ ਜਾਵੇਗੀ, ਵਿਅਰਥ ਨਹੀਂ ਹੋਵੇਗੀ। ਮਿਹਨਤ ਦਾ ਫਲ ਤੁਹਾਡੇ ਲਈ ਚੋਖਾ ਉਤਰੇਗਾ। ਇਹ ਨਮਾਨ ਦੇ ਮਨ ਦੇ ਵਿੱਚ ਪਹਿਲਾਂ ਇਹ ਗੱਲ ਸੀ ਕਿ ਮੈਂ ਕਿਉਂ ਜਾਵਾਂ, ਪਰ ਇਹ ਗੱਲ ਜ਼ਰੂਰ ਕਹੀ ਸੀ ਕਿ ਜਾ ਕੇ ਜਰਦਨ ਦੇ ਵਿੱਚ ਇਸ਼ਨਾਨ ਕਰ, ਚੁੱਪੀਆਂ 7 ਚੁੱਪੀਆਂ ਮਾਰ, ਚੰਗਾ ਹੋ ਜਾਏਗਾ। ਤੇ ਜਿਹੜੀ ਗੱਲ ਕਹਿਤੀ ਇਹ ਹੋਣੀ ਆ, ਪਰ ਉਦੋਂ ਜਦੋਂ ਮੇਰੇ ਜੋ 7 ਚੁੱਪੀਆਂ ਵੱਜਣ, ਜਦੋਂ ਕਹੀ ਹੋਈ ਗੱਲ ਪੂਰੀ ਕੀਤੀ ਜਾਵੇਗੀ। ਅਸੀਂ ਅੱਧੀ ਗੱਲ ਕਰ ਲੈਨੇ ਆ, ਅੱਧੀ ਛੱਡ ਜਾਂਦੇ, ਕਿਉਂਕਿ ਅੱਕ ਜਾਂਦੇ, ਅੱਧ 'ਚ ਅੱਕ ਜਾਂਦੇ ਆ। ਅਸੀਂ ਜਦੋਂ ਤੁਰਦੇ ਆ ਅੱਧ 'ਚ ਅੱਕ ਜਾਂਦੇ ਆ, ਥੱਕ ਜਾਂਦੇ ਆ। ਕਿਉਂ ਅੱਧ 'ਚ ਕਿਉਂ ਅੱਕਦੇ ਤੇ ਥੱਕਦੇ ਆ? ਕਿਉਂਕਿ ਅਸੀਂ ਫਿਰ ਦੁਨੀਆ ਦੇਖਣੀ ਸ਼ੁਰੂ ਕਰ ਦਿੰਦੇ ਆ। ਅਸੀਂ ਸਰੀਰ ਤੋਂ ਸੰਸਾਰ ਦੇਖਣਾ ਸ਼ੁਰੂ ਕਰ ਦਿੰਦੇ ਆ, ਜਿਹਦੇ ਕਰਕੇ ਮੇਰੇ ਜੋ ਅਸਫਲਤਾ ਆ ਜਾਂਦੀ ਆ, ਫੇਲ ਹੋ ਜਾਂਦੇ ਆ, ਜੁੱਧ ਹਾਰ ਜਾਂਦੇ ਆ, ਫਾਈਟ ਹਾਰ ਜਾਂਦੇ ਆ। ਪਰ ਜਿਹੜਾ ਇਨਸਾਨ ਲਾਸਟ ਤੱਕ ਬਣਿਆ ਰਹਿੰਦਾ ਆ, ਕਿਰਪਾ ਉਹਦੇ ਉੱਤੇ ਹੀ ਹੁੰਦੀ ਆ। ਤੀਜੀ ਚੁੱਪੀ 'ਚ ਦੇਖ ਕੇ ਉਹਨੇ ਇਹ ਨਹੀਂ ਕਿਹਾ ਕਿ ਮੈਂ ਠੀਕ ਤਾਂ ਹੋਇਆ ਨਹੀਂਗਾ, ਬੰਦੇ ਨੇ ਐਵੇਂ ਮੈਨੂੰ ਕਹਿਤਾ, ਲਾਰਾ ਜਿਹਾ ਲਾਤਾ, ਮੈਨੂੰ ਮੂਰਖੀ ਬਣਾਤਾ। ਚੌਥੀ 'ਚ ਵੀ ਦੇਖਿਆ ਹੋਣਾ ਬਾਹਰ ਨਿਕਲ ਕੇ ਕੁਛ ਨਹੀਂ ਹੋਇਆ, ਮੈਂ ਤਾਂ ਉਦਾਂ ਹੀ ਆ। ਪੰਜਵੀਂ 'ਚ ਵੀ ਦੇਖਿਆ ਹੋਣਾ ਆ, ਪਰ ਉਹ ਬਣਿਆ ਰਿਹਾ ਕਿ ਜੇ 7 ਕਈਆਂ ਆ ਤੇ 7 ਮਾਰਨੀਆਂ ਹੀ ਮਾਰਨੀਆਂ ਆ। ਤੇ ਲਿਖਿਆ ਜਦੋਂ 7ਵੀਂ ਚੁੱਪੀ ਮਾਰ ਕੇ ਬਾਹਰ ਆਇਆ, ਉਹਦੀ ਦੇਹ ਇੱਕ ਨਿੱਕੇ ਬਾਲਕੇ ਦੇ ਦੇਹ ਜਿਹੀ ਸਾਫ਼ ਹੋ ਚੁੱਕੀ ਸੀ। ਜੇ 7 ਚੁੱਪੀਆਂ ਦੀ ਮਿਹਨਤ ਕੀਤੀ ਆ ਤੇ ਬਰਕਤ ਵੀ ਆਈ ਆ। ਕਿੱਦਾਂ ਦਾ ਸਰੀਰ, ਕਿੱਦਾਂ ਦਾ ਨਿੱਕੇ ਬਾਲਕੇ ਦਾ ਸਰੀਰ। ਤੁਸੀਂ ਆਪਣਾ ਹੱਥ ਫੜੋ ਸਖਤ ਆ, ਬੱਚੇ ਦਾ ਹੱਥ ਫੜੋ ਪੋਲਾ ਹੁੰਦਾ। ਮੀਨਸ ਐਦਾਂ ਦਾ ਉਹਦਾ ਸਰੀਰ ਹੋ ਗਿਆ ਸੀ, ਇੰਨਾ ਸੋਹਣਾ ਸਰੀਰ ਹੋ ਗਿਆ ਸੀ। ਖੁਦਾ ਆਪਣੇ ਲੋਕਾਂ ਦੀ ਮਿਹਨਤ ਦੇ ਸਦਕਾ ਉਹਨੂੰ ਸੁੰਦਰ ਬਣਾਉਂਦਾ, ਉਹਦੇ ਜੀਵਨ ਨੂੰ ਸੁੰਦਰ ਬਣਾ ਦਿੰਦਾ ਜੇ ਮਿਹਨਤ ਕਰਾਂਗੇ। ਔਰ ਯਸ਼ਾਇਆ ਨੇ ਇਸ ਗੱਲ ਨੂੰ ਬਿਆਨ ਕੀਤਾ ਜਦੋਂ 65 ਅਧਿਆਇ ਦੀ 23 ਆਇਤ ਨੂੰ ਪੜ੍ਹਦੇ ਆ, ਪੜਾਂਗੇ, ਧਿਆਨ ਨਾਲ ਸੁਣਾਂਗੇ, ਸਮਾਪਤੀ ਵੱਲ ਜਾਵਾਂਗੇ। ਯਸ਼ਾਇਆ ਦੀ ਕਿਤਾਬ 65 ਅਧਿਆਇ ਉਹਦੀ 23 ਆਇਤ ਪੜ੍ਹੀਏ, ਧਿਆਨ ਦੇ ਨਾਲ ਸੁਣੀਏ। ਉਹ ਵਿਅਰਥ ਮਿਹਨਤ ਨਾ ਕਰਨਗੇ। ਬਾਈਬਲ ਦੇ ਵਿੱਚ ਲਿਖਿਆ ਜਿਹੜੇ ਪਰਮੇਸ਼ਰ ਦੇ ਪ੍ਰੇਮੀ ਨੇ, ਜਿਹੜੇ ਪਰਮੇਸ਼ਰ ਦੇ ਚੁਣੇ ਹੋਏ ਨੇ, ਜਿਹੜੇ ਪਰਮੇਸ਼ਰ ਦੇ ਲਈ ਚੱਲ ਰਹੇ ਨੇ, ਲਿਖਿਆ ਉਹ ਵਿਅਰਥ ਮਿਹਨਤ ਨਹੀਂ ਕਰਨਗੇ। ਉਹ ਜਿੰਨਾ ਵੀ ਕਰਨਗੇ ਉਹਨਾਂ ਦਾ ਫਲ ਆਵੇਗਾ। ਉਹ ਜਿੰਨੀ ਵੀ ਦੌੜ ਲਗਾਉਣਗੇ ਉਹਨਾਂ ਦੀ ਆਸ਼ੀਸ਼ ਹੋਵੇਗੀ। ਲਾਪਰਵਾਹੀ ਦੇ ਨਾਲ ਬੀਜਿਆ ਹੋਇਆ ਬੀਜ ਹੋ ਸਕਦਾ ਅਖੇ ਚ ਮੇਰੇ ਜੋ ਪੈਦਾ ਹੋਵੇ ਤਾਂ ਫਲ ਆਵੇ, ਪਰ ਜਿਹੜਾ ਮੇਰੇ ਜੋ ਸਾਵਧਾਨੀ ਦੇ ਨਾਲ, ਜਿਹੜਾ ਮਿਹਨਤ ਦੇ ਨਾਲ ਬੀਜ ਬੀਜਿਆ ਜਾਂਦਾ ਹੈ, ਉਹਦਾ ਫਲ ਚੋਖਾ ਹੁੰਦਾ ਆ। ਇਸੇ ਤਰ੍ਹਾਂ ਪ੍ਰਭੂ ਚ ਕੀਤੀ ਮਿਹਨਤ ਦਾ ਫਲ ਇੱਕ ਦਿਨ ਜ਼ਰੂਰ ਆਵੇਗਾ। ਪਿਛਲੀਆਂ ਮਿਹਨਤਾਂ ਦਾ ਫਲ ਅੱਜ ਮੈਂ ਲੈ ਰਿਹਾ, ਪਿਛਲੀਆਂ ਮਿਹਨਤਾਂ ਦਾ ਫਲ ਅੱਜ ਮੈਂ ਭੋਗ ਰਿਹਾ। ਤੇ ਮੈਨੂੰ ਇਹ ਪਤਾ ਆ ਜੇ ਪਿਛਲੀ ਮਿਹਨਤ ਦਾ ਫਲ, ਧਿਆਨ ਨਾਲ ਸੁਣੀਏ, ਜੇ ਪਿਛਲੀ ਮਿਹਨਤ ਦਾ ਫਲ ਮੈਨੂੰ ਅੱਜ ਮਿਲ ਰਿਹਾ ਤੇ ਇਹ ਫਲ ਮੈਨੂੰ ਬਹੁਤ ਵਧੀਆ ਲੱਗਾ, ਤੇ ਅਗਲੇ ਸਮੇਂ 'ਚ ਮੈਂ ਕਿੱਦਾਂ ਦਾ ਹੋਰ ਫਲ ਚਾਹੁੰਦਾ ਆ, ਤੇ ਅਗਲੇ ਸਮੇਂ ਦੇ ਫਲ ਲਈ ਮੈਨੂੰ ਹੁਣ ਕਿੰਨੀ ਮਿਹਨਤ ਕਰਨੀ ਪੈਣੀ ਹੈ। ਧਿਆਨ ਦਿਓ, ਮੈਂ ਅੱਜ ਜਿੱਥੇ ਕਿ ਵੀ ਹਾਂ, ਜਿਸ ਵੀ ਪਦਵੀ ਤੇ, ਜਿਸ ਵੀ ਰੁੱਤ ਵਿੱਚ, ਜਿਸ ਵੀ ਆਨੰਦ ਵਿੱਚ ਮੈਂ ਹਾਂ, ਇਹ ਪੱਕਾ ਆ ਕਿ ਮੇਰੀ ਪਿਛਲੇ ਦਿਨਾਂ 'ਚ ਕੀਤੀ ਮਿਹਨਤ ਦਾ ਇਹ ਅਜ਼ਰ ਆ, ਕਿ ਮੈਂ ਜਿੰਨੀ ਮਿਹਨਤ ਪਿਛਲੇ ਸਮੇਂ 'ਚ ਕੀਤੀ ਆ ਉਹਦਾ ਅਜ਼ਰ ਮੈਂ ਅੱਜ ਭੋਗ ਰਿਹਾ। ਤੇ ਜੇ ਮੈਂ ਪਿਛਲੇ ਸਮੇਂ 'ਚ ਮਿਹਨਤ ਨਾ ਕੀਤੀ ਹੁੰਦੀ ਤੇ ਅੱਜ ਵੀ ਮੈਂ ਉਹਦਾ ਫਲ ਭੋਗਣਾ ਸੀ, ਦੁੱਖ 'ਚ, ਪੀੜਾ 'ਚ, ਘਾਟੇ 'ਚ, ਗਰੀਬੀ 'ਚ, ਅਸਫਲਤਾ 'ਚ, ਜ਼ੀਰੋ ਹੋ ਗਈ। ਪਰ ਜੇ ਮੈਂ ਪ੍ਰਭੂ ਦੇ ਵਿੱਚ ਚੰਗੀ ਮਿਹਨਤ ਕੀਤੀ, ਉਹਦਾ ਫਲ ਅੱਜ ਭੋਗ ਰਿਹਾ, ਤੇ ਮੈਨੂੰ ਇਹ ਪਤਾ ਆ ਕਿ ਇਸ ਤੋਂ ਵਧੀਆ ਫਲ ਲੈਣ ਦੇ ਲਈ ਪਿਛਲੀ ਕੀਤੀ ਹੋਈ ਮਿਹਨਤ ਤੋਂ ਡਬਲ ਟ੍ਰਿਪਲ ਮਿਹਨਤ ਮੈਂ ਹੋਰ ਕਰਾਂ, ਤਾਂ ਕਿ ਅਗਲੇ ਸਮੇਂ 'ਚ ਇਸ ਤੋਂ ਵੀ ਵਧੀਆ ਬਰਕਤ ਹੋਵੇ, ਇਸ ਤੋਂ ਵੀ ਵਧੀਆ ਆਨੰਦ ਹੋਵੇ, ਇਸ ਤੋਂ ਵੀ ਵਧੀਆ ਖੁਸ਼ੀ ਹੋਵੇ। ਤੇ ਅਸੀਂ ਕਈ ਵਾਰ ਫਲ ਲੈਣ ਤੋਂ ਬਾਅਦ ਕਮਜ਼ੋਰ ਪੈ ਜਾਂਦੇ, ਨਹੀਂ ਹੁਣ ਤਾਂ ਕੋਈ ਲੋੜ ਹੀ ਨਹੀਂ। ਆਪਣੀ ਮਿਹਨਤ ਵੱਲ ਧਿਆਨ ਦੇ ਕੇ ਦੇਖੋ ਕਿੰਨੀ ਮਿਹਨਤ ਕਰਦੇ ਆ। ਸਟਾਰਟਿੰਗ 'ਚ ਤੁਹਾਡੀ ਕਿੰਨੀ ਮਿਹਨਤ ਸੀ। ਮੈਂ ਅੱਗੇ ਵੀ 2 ਵਾਰ ਇਸ ਵਚਨ ਦੇ ਵਿੱਚ ਮੈਂ ਕਹਿ ਚੁੱਕਾ, ਪਹਿਲੇ ਵਚਨਾਂ ਦੇ ਵਿੱਚ 2021 ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਆਪਣੇ ਲੈਵਲ ਨੂੰ ਚੈੱਕ ਕਰੋ ਕਿ ਜਦੋਂ ਤੁਸੀਂ ਸਟਾਰਟਿੰਗ ਸੀ ਪ੍ਰਭੂ ਦੇ ਵਿੱਚ, ਧੋਖਾ ਤੁਸੀਂ ਆਪਣੇ ਆਪ ਨੂੰ ਦੇ ਸਕਦੇ, ਕਿਸੇ ਨੂੰ ਨਹੀਂ, ਕੋਈ ਲਾਭ ਨਹੀਂ ਹੈਗਾ ਆਪਣੇ ਆਪ ਨਾਲ ਝੂਠ ਬੋਲਣ ਦਾ। ਜਦੋਂ ਤੁਸੀਂ ਸਟਾਰਟਿੰਗ ਕੀਤੀ ਹੈ, ਤੁਸੀਂ 3 ਘੰਟੇ ਪ੍ਰਾਰਥਨਾ ਕਰਦੇ ਸੀ, ਹੌਲੀ 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 ਰੱਬ ਨੇ ਤੁਹਾਨੂੰ ਬਰਕਤ ਦੇਣੀ ਸ਼ੁਰੂ ਕੀਤੀ, ਤੁਹਾਡੀ 3 ਤੋਂ 2.5 ਘੰਟੇ ਤੇ ਆ ਗਈ, 2.5 ਤੋਂ 2 ਘੰਟੇ ਤੇ ਆ ਗਏ, ਤੁਸੀਂ 2 ਤੋਂ ਤੁਸੀਂ ਪੌਣੇ 2 ਘੰਟੇ ਤੇ ਆ ਗਏ।
ਪੌਣੇ 2 ਤੋਂ ਤੁਸੀਂ 1.5 ਤੇ ਆ ਗਏ, 1.5 ਤੋਂ ਤੁਸੀਂ 1.25 ਤੇ ਆ ਗਏ, 1.25 ਤੋਂ ਤੁਸੀਂ 1 ਤੇ ਆ ਗਏ, 1 ਤੋਂ ਤੁਸੀਂ ਅੱਧੇ ਤੇ ਆ ਗਏ, ਅੱਧੇ ਤੋਂ ਤੁਸੀਂ 0 ਹੋ ਗਏ ਆ। ਸੰਸਾਰ ਦੇ ਵਿੱਚ ਦੌੜ ਤੁਹਾਡੀ ਜ਼ਿਆਦਾ ਹੋ ਗਈ ਆ। ਮੇਰੇ ਜੋ ਕਿਹੜਾ ਫਲ ਆ? ਮਿਹਨਤ ਘੱਟ ਹੋਣ ਕਰਕੇ ਦੁੱਖ ਵਾਲਾ ਫਲ ਭੋਗ ਰਹੇ ਆ। ਪੀੜਾ ਤੰਗੀ ਦਾ ਕਾਰਨ ਕੀ ਆ ਕਿ ਅਸੀਂ 3 ਤੋਂ 0 ਤੇ ਆ ਗਏ ਆ, ਅਸੀਂ 10 ਤੋਂ 0 ਤੇ ਆ ਗਏ, ਲੈਵਲ ਡਾਊਨ ਹੋ ਗਿਆ ਆ। ਜਿਹੜਾ ਲੈਵਲ ਡਾਊਨ ਆ, ਲਿਖਿਆ ਬਾਈਬਲ ਦੇ ਵਿੱਚ, ਇੱਕ ਮਨੁੱਖ ਜਰੂਸ਼ਲਮ ਤੋਂ ਜਰੀਹੋ ਨੂੰ ਆਇਆ। ਜਰੂਸ਼ਲਮ ਤੋਂ ਕਿੱਥੇ ਆਇਆ? ਉੱਚੀ ਬੋਲੋ। ਜਰੀਹੋ। ਜਰੂਸ਼ਲਮ ਕਿਹਨੂੰ ਦਰਸਾਉਂਦਾ ਆ? ਪਰਮੇਸ਼ਰ ਦੀ ਹਜ਼ੂਰੀ ਨੂੰ। ਤੇ ਜਰੀਹੋ, ਤੁਸੀਂ ਜਰੀਹੋ ਦੇ ਇਤਿਹਾਸ ਨੂੰ ਪੜੋ, ਜਰੀਹੋ ਦੇ ਇਤਿਹਾਸ ਨੂੰ ਪੜੋ। ਮੇਰੇ ਜੋ ਪੁਰਾਣੇ ਨੇਮ ਤੇ ਨਵੇਂ ਨੇਮ ਦੇ ਵਿੱਚ ਜਰੀਹੋ ਦੇ ਲੋਕ ਅਤ ਮਹਾ ਪਾਪੀ ਕਹਿ ਗਏ ਆ। ਭਾਵ ਜਰੂਸ਼ਲਮ ਚ ਮਿਹਨਤ ਕਰਨ ਵਾਲਾ ਬੰਦਾ, ਰੱਬ ਦੀ ਹਜ਼ੂਰੀ ਨਾਲ ਜੁੜਿਆ ਰਹਿਣ ਵਾਲਾ ਬੰਦਾ ਮੇਰੇ ਜੋ ਡਾਊਨ ਚਲਾ ਗਿਆ। ਭਾਵ ਮਿਹਨਤ ਘਟ ਗਈ ਤਦੇ ਥੱਲੇ ਆਏ ਆ। ਜਦੋਂ ਮਿਹਨਤ ਘਟਦੀ ਆ ਬੰਦਾ ਥੱਲੇ ਆ ਜਾਂਦਾ ਆ। ਇੱਕ ਬੱਚਾ ਫਸਟ ਆਉਂਦਾ ਆ ਹਰ ਸਾਲ 99%, ਹਰ ਸਾਲ 100%। ਮੇਰੇ ਤੋਂ ਜਦੋਂ ਮਿਹਨਤ ਵੱਧਦੀ ਆ 100% ਚਲ ਜਾਂਦਾ ਆ। ਜਦੋਂ ਮਿਹਨਤ ਘਟਦੀ ਆ 100 ਤੋਂ 95, 95 ਤੋਂ 90, 90 ਤੋਂ 75, 75 ਤੋਂ ਮੇਰੇ ਜੋ 65, 65 ਤੋਂ ਮਸਾ ਹੀ 33 ਤੇ ਆ ਜਾਂਦਾ ਆ। ਤੇ ਮੇਰੇ ਜੋ 33 ਤੇ ਆਉਣ ਦਾ ਕਾਰਨ ਕੀ? ਉਹਦੀ ਘੱਟ ਮਿਹਨਤ। 100 ਤੇ 100% ਤੋਂ 33% ਤੇ ਆਉਣ ਦਾ ਮਤਲਬ ਉਹ ਮਿਹਨਤ ਘਟ ਗਈ ਉਹਦੀ। 33 ਤੋਂ 100 ਤੇ ਜਾਣ ਵਾਲੇ ਦੀ ਮਿਹਨਤ ਵੱਧ ਗਈ ਆ। ਆਦਰ 100% ਵਾਲੇ ਦਾ 33% ਵਾਲੇ ਦਾ ਨਹੀਂ। ਮਸਾਂ ਹੀ ਖਿੱਚ ਧੂ ਕੇ ਪਾਸ ਹੋਇਆ ਜੀ। ਇਹ ਤਾਂ ਨਵੇਂ ਕਾਲਜ, ਨਵੇਂ ਸਕੂਲ ਐਡਮਿਸ਼ਨ ਨਹੀਂ ਮਿਲਦਾ, ਨਵੇਂ ਇੰਸਟੀਚਿਊਟ 'ਚ ਐਡਮਿਸ਼ਨ ਨਹੀਂ ਮਿਲਦਾਗਾ। ਜਿਸ ਸਕੂਲ 'ਚ ਤੁਸੀਂ ਹੈਗੇ ਆ 33% ਨਾਲ ਤੁਹਾਨੂੰ ਉੱਥੇ ਲੈ ਲੈਣਗੇ, ਪਰ ਪਿੱਛੇ ਲੰਬੜਾਂ ਦੀ ਲਾਈਨ 'ਚ ਬਿਠਾਉਣਗੇ। ਏਦਾਂ ਹੀ ਹੁੰਦੀ ਆ। ਜਦੋਂ ਅਸੀਂ ਪੜ੍ਹਦੇ ਸੀ ਸਾਨੂੰ ਤਾਂ ਲੰਬੜ ਕਹਿੰਦੇ ਹੁੰਦੇ ਸੀ ਵੀ ਲੰਬੜ ਪਿੱਛੇ ਬਿਠਾ ਦਿਓ, ਇਹਨਾਂ ਨੂੰ ਪੜ੍ਹਨਾ ਹੁੰਦਾ ਨਹੀਂਗਾ। ਤੁਹਾਡੇ ਸਕੂਲਾਂ 'ਚ ਕੀ ਕਹਿੰਦੇ ਆ ਜਿਹੜੇ ਨਲਾਇਕ ਹੁੰਦੇ ਆ? ਬੋਲੋ। ਮੈਨੂੰ ਪਤਾ ਤਾਂ ਨਹੀਂ ਬੋਲਦੇ ਕਿ ਦਰਜਾ ਸਾਨੂੰ ਮਿਲਿਆ ਆ। ਜੇ ਮੈਂ ਬੋਲ ਦਿੱਤਾ ਇਹਨਾਂ ਨੇ ਪਤਾ ਲੱਗ ਜਾਣਾ ਕਿ ਦਰਜਾ ਤੈਨੂੰ ਮਿਲਿਆ ਹੋਣਾ, ਤਦੇ ਤੈਨੂੰ ਤੂੰ ਦੱਸਣਾ। 100 ਤੋਂ 33% ਤੇ ਆਉਣ ਵਾਲਾ ਬੰਦਾ ਜਿਹੜਾ ਆ ਉਹਦੀ ਮਿਹਨਤ ਘੱਟ ਆ। ਤੇ 33% ਵਾਲੇ ਦੀ ਜ਼ਿੰਦਗੀ 'ਚ ਕੋਈ ਆਨੰਦ ਨਹੀਂ, ਕੋਈ ਤਰੱਕੀ ਨਹੀਂ, ਕੋਈ ਰੁਤਬਾ ਨਹੀਂ ਹੁੰਦਾ। 33 ਤੋਂ 100% ਦੇ ਜਾਣ ਵਾਲੇ ਲਈ ਆਨੰਦ ਵੀ ਹੈ, ਤਰੱਕੀ ਵੀ ਹੈ ਤੇ ਰੁਤਬਾ ਵੀ ਹੈ। ਤੇ ਜੇ 33% ਦੇ ਆ ਕੇ ਹੁਣ ਦੁੱਖ ਭੋਗਦੇ ਆ ਤੇ ਮੇਰੇ ਇਹੋ ਹੀ ਝੱਲਣਾ ਪੈਣਾ ਆ, ਇਹ ਭੋਗਣਾ ਪੈਣਾ ਆ। ਪਰ ਪਰਮੇਸ਼ਰ ਦਾ ਦਾਸ ਯਸ਼ਾਇਆ ਕੀ ਕਹਿ ਰਿਹਾ ਕਿ ਉਹ ਵਿਅਰਥ ਮਿਹਨਤ ਨਹੀਂ ਕਰਨਗੇ। ਤੁਹਾਡੀ ਮਿਹਨਤ ਹੁਣ ਵਿਅਰਥ ਨਹੀਂ ਹੋਵੇਗੀ ਜੇ ਤੁਸੀਂ 100% ਤੇ ਜਾ ਰਹੇ ਆ, ਜੇ ਤੁਸੀਂ ਸਹੀ ਢੰਗ ਨਾਲ ਮਿਹਨਤ ਕਰ ਰਹੇ ਆ। ਏਲੀਆ ਨੇ ਆਪਣੇ ਬਾਲਕੇ ਨੂੰ ਕਿਹਾ 7 ਵਾਰੀ ਚੜ ਤੇ ਮੁੜ ਕੇ ਆ। ਏਲੀਆ ਦਾ ਬਾਲਕਾ 100% ਕਰ ਕੰਮ ਕਰਕੇ ਆਇਆ। ਜੇ ਉਹਨੂੰ 7 ਵਾਰੀ ਕਿਹਾ ਤਾਂ 7 ਵਾਰੀ ਹੀ ਗਿਆ। ਤੇ ਜੇ ਨਮਾਨ ਨੂੰ ਕਿਹਾ ਕਿ 7 ਚੁੱਪੀਆਂ ਮਾਰ, ਪਹਿਲਾਂ ਤਾਂ ਉਹ 0% ਤੇ ਹੀ ਰਹਿ ਗਿਆ ਕਿ ਨਹੀਂ ਮੈਂ ਜਾਣਾ ਹੀ ਨਹੀਂ। ਪਰ ਇੱਕ ਨੌਕਰ, ਇੱਕ ਟੈਲੂਏ ਦੇ ਕਹਿਣ ਤੇ ਉਹਨੇ 100% ਕਰਕੇ ਦਿਖਾਇਆ। ਕਹਿੰਦਾ ਜੇ ਮੈਨੂੰ 7 ਕਿਹਾ ਤਾਂ ਮੈਂ 7 ਹੀ ਮਾਰਨੀਆਂ ਆ। 100% ਦੇ ਲੈਵਲ ਤੇ ਪਹੁੰਚ ਕੇ ਬੰਦਾ। ਤੇ ਜਦੋਂ 100% ਹੋਇਆ, ਕੋੜ ਦਾ ਨਾਮੋ ਨਿਸ਼ਾਨ ਨਹੀਂ ਰਿਹਾ। ਤੇ ਅਸੀਂ 30% ਤੇ ਹੀ ਛਾਲਾਂ ਮਾਰਦੇ ਹਾਂ ਕਿ ਪਤਾ ਨਹੀਂ ਅਸੀਂ ਕਿੱਡੀ ਭਗਤੀ ਕਰ ਲਈ ਹੈ, ਕਿੱਡੀ ਲੰਬੀ ਪ੍ਰਾਰਥਨਾ ਹੋ ਗਈ ਮੇਰੀ। ਮੈਂ ਪ੍ਰਾਰਥਨਾ ਦਾ ਟਾਈਮ ਨਹੀਂ ਨੋਟ ਕਰਦਾ ਹੁੰਦਾ। ਮੈਂ ਅੱਜ 4 ਘੰਟੇ ਕੀਤੀ, ਅੱਜ 6 ਘੰਟੇ ਕੀਤੀ, ਅੱਜ 2 ਘੰਟੇ ਕੀਤੀ। ਮੈਂ ਲੈਵਲ ਦੇਖਦਾ ਹੁੰਦਾ ਕਿ ਮੇਰੇ ਤੋਂ ਪਰਮੇਸ਼ਰ ਮੈਨੂੰ ਜੇ ਸਮਾਂ ਦਿੱਤਾ ਤਾਂ ਮੇਰੇ ਤੋਂ ਹੋਰ ਕਿੰਨਾ ਸਮਾਂ ਪਰਮੇਸ਼ਰ ਮੈਨੂੰ ਆਪਣੇ ਅੱਗੇ ਘੁਟਨਿਆਂ ਦੇ ਭਾਰ ਦੇਖਣਾ ਚਾਹੁੰਦਾ ਹੈ। ਮੈਨੂੰ ਪਰਮੇਸ਼ਰ ਨੇ ਜੇ ਦਿਨ ਦਿੱਤਾ ਆ, ਜੇ ਮੈਂ ਰੈਸਟ ਤੇ ਆ, ਜੇ ਮੈਂ ਘਰੇ ਆ, ਤੇ ਮੈਂ ਇਹ ਦੇ ਦਿੰਦਾ ਕਿ ਮੈਨੂੰ ਪਰਮੇਸ਼ਰ ਨੇ ਕਿੰਨਾ ਸਮਾਂ ਦਿੱਤਾ ਆ ਕਿ ਮੈਂ ਉਹਦੀ ਹਜ਼ੂਰੀ 'ਚ ਜਾਵਾਂ, ਮੈਂ ਉਹਦੀ ਹਜ਼ੂਰੀ 'ਚ ਜਾਵਾਂ। ਮੈਂ ਗੁਰਦਾਸਪੁਰ ਚਰਚ ਦੇ ਵਿੱਚ ਇੱਕ ਗੱਲ ਕੀਤੀ, ਲੋਕ ਬੜੇ ਖੁਸ਼ ਹੋਏ। ਮੈਂ ਇੱਥੇ ਵੀ ਕਰਦਾ ਆ ਕਿ ਮਸੀਹ ਦੇ ਵਿੱਚ ਵੱਡਾ ਆਨੰਦ ਆ। ਜਦੋਂ ਦਾ ਮੈਂ ਮਸੀਹ 'ਚ ਆਇਆ ਆ, ਮੈਂ ਵੱਡੇ ਆਨੰਦ ਵਿੱਚ ਆ। ਤੇ ਹੁਣ ਜਦੋਂ ਮੈਨੂੰ ਬੁੱਧ ਆ ਗਈ ਤਾਂ ਮੈਂ ਇਹ ਕਹਿਣਾ ਕਿ ਪਰਮੇਸ਼ਰ ਮੈਨੂੰ ਤੂੰ ਕ੍ਰਿਸਚਨ ਫੈਮਲੀਆਂ 'ਚ ਹੀ ਪੈਦਾ ਕਰਦਾ ਤਾਂ ਕਿ ਮੈਂ ਜਨਮ ਤੋਂ ਹੀ ਤੇਰੇ ਵਿੱਚ ਹੁੰਦਾ ਤੇ ਜਨਮ ਤੋਂ ਹੀ ਮੇਰਾ ਆਨੰਦ ਹੁੰਦਾ।
ਕਿੰਨੇ ਮੰਨਦੇ ਇਸ ਗੱਲ ਨੂੰ ਕਿ ਮਸੀਹ ਦੇ ਵਿੱਚ ਆਨੰਦ ਆ? ਜੋ ਨਾ ਹੱਥ ਪੂਰਾ ਖੜੋ ਕਰੋ। ਕਿਸੇ ਨੂੰ ਨਾ ਦੇਖੋ, ਤੁਸੀਂ ਆਪਣੇ ਕੌਨਫੀਡੈਂਸ ਨਾਲ ਹੱਥ ਖੜਾ ਕੀਤਾ ਕਿ ਹਾਂ ਮਸੀਹ ਚ ਆਨੰਦ ਆ। ਲਗਭਗ ਸਾਰੇ ਹੀ ਆ, ਥੱਲੇ ਕਰ ਲਓ ਹੱਥ। ਲਗਭਗ ਸਾਰੇ ਹੀ ਆ ਕਹਿੰਦੇ ਕਿ ਮਸੀਹ ਚ ਆਨੰਦ ਆ। ਉਹ ਹੱਥ ਖੜੇ ਕਰੋ ਜਿਨ੍ਹਾਂ ਨੇ ਅੱਜ 1 ਘੰਟੇ ਤੋਂ ਥੱਲੇ ਪ੍ਰਾਰਥਨਾ ਕੀਤੀ ਆ। 1 ਘੰਟੇ ਤੋਂ ਥੱਲੇ ਵਾਲੇ, 1 ਘੰਟੇ ਤੋਂ ਥੱਲੇ ਵਾਲੇ ਹੱਥ ਥੱਲੇ ਕਰ ਲਓ। ਸ਼ੇਰ ਪੁੱਤ ਬਣ ਕੇ ਹੁਣ ਉਹ ਦੱਸੋ ਜਿਨ੍ਹਾਂ ਨੇ ਅੱਜ ਪ੍ਰਾਰਥਨਾ ਕੀਤੀ ਹੀ ਨਹੀਂ। ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਨਹੀਂ, ਸ਼ੇਰ ਪੁੱਤ ਬਣ ਕੇ ਉਹ ਹੱਥ ਖੜੇ ਕਰੋ। ਕਰੋ ਹੱਥ ਖੜੇ, ਸ਼ਾਬਾਸ਼, ਵੈਰੀ ਗੁੱਡ। ਆ ਸ਼ੇਰ ਆ, ਕਰੋ ਕਰੋ ਕਰੋ, ਸ਼ਾਬਾਸ਼। ਜਿਨ੍ਹਾਂ ਨੇ ਅੱਜ ਪ੍ਰਾਰਥਨਾ ਕੀਤੀ ਨਹੀਂ, ਜਿਨ੍ਹਾਂ ਨੇ 2 ਘੰਟੇ ਕੀਤੀ ਉਹ ਕਿੰਨੇ ਗਾ? ਜਿਨ੍ਹਾਂ ਨੇ 3 ਘੰਟੇ ਕੀਤੀ ਪ੍ਰਾਰਥਨਾ ਉਹ ਹੱਥ ਖੜੇ ਕਰਨੀ ਗਾ? ਬਸ। ਜਦੋਂ ਮਸੀਹ ਦੇ ਆਨੰਦ ਲਈ ਗੱਲ ਕੀਤੀ ਗਿਆ ਤਾਂ ਮੇਰੇ ਜੋ 400 ਹੱਥ ਖੜਾ ਸੀ। ਜਦੋਂ 1 ਘੰਟੇ ਵਾਲੀ ਪ੍ਰਾਰਥਨਾ ਕੀਤੀ ਤਾਂ 5 ਜਣੇ, 2 ਘੰਟੇ ਵਾਲੀ ਸੀ ਤਾਂ 7-8 ਜਣੇ, ਤੇ ਜੋ 3 ਘੰਟੇ ਵਾਲੇ ਕੋਈ ਵੀ ਨਹੀਂ। ਬਾਕੀ ਕਿੱਥੇ ਗਏ ਹੱਥ? ਤੁਹਾਨੂੰ ਕਿੱਦਾਂ ਪਤਾ ਕਿ ਮਸੀਹ 'ਚ ਜੀਵਨ ਦਾ ਆਨੰਦ ਬਹੁਤ ਵਧੀਆ ਆ? ਮਸੀਹ 'ਚ ਜੀਵਨ ਦਾ ਆਨੰਦ ਦਾ ਮਤਲਬ ਆ ਕਿ ਉਹ ਮਸੀਹ ਦੇ ਨਾਲ ਜੁੜੇ ਰਹਿੰਦੇ ਆ। ਮਸੀਹ ਦੇ ਨਾਲ ਉਹ ਜੁੜੇ ਰਹਿੰਦੇ। ਜੁੜੇ ਰਹਿਣ ਤੋਂ ਬਾਅਦ ਆਨੰਦ ਆ। ਮੂੰਹ ਤੋਂ ਕਹਿਣ ਦਾ ਆਨੰਦ ਨਹੀਂ ਆ ਕਿ ਮਸੀਹ ਦੇ ਵਿੱਚ ਜੀਵਨ ਦਾ ਆਨੰਦ ਆ। ਮੈਂ ਕਿ ਮਸੀਹ ਦੇ ਵਿੱਚ ਜੀਵਨ ਦਾ ਬਹੁਤ ਵੱਡਾ ਆਨੰਦ ਆ। ਕਿਉਂ? ਕਿਉਂਕਿ ਜਿੰਨਾ ਚਿਰ ਮੈਂ ਮਸੀਹ ਦੇ ਵਿੱਚ ਪ੍ਰਾਰਥਨਾ 'ਚ ਬਣਿਆ ਰਹਿਣਾ, ਮੇਰਾ ਆਨੰਦ ਹੋਰ ਹੀ ਹੁੰਦਾ ਆ। ਮੈਂ ਜਦੋਂ ਹੋਰ ਵਧੀਆ ਪ੍ਰਾਰਥਨਾ ਕਰਦਾ ਆ ਮਸੀਹ ਦੇ ਵਿੱਚ, ਉਦੋਂ ਹੋਰ ਆਨੰਦ ਵੱਧ ਜਾਂਦਾ ਆ। ਜਦੋਂ ਹੋਰ ਮਿਹਨਤ ਕਰਦਾ, ਮੇਰਾ ਹੋਰ ਆਨੰਦ ਵੱਧ ਜਾਂਦਾ ਆ। ਮਸੀਹ ਦੇ ਵਿੱਚ ਜੀਵਨ ਦਾ ਆਨੰਦ ਦਾ ਮਤਲਬ ਆ ਕਿ ਜੇ ਅੱਜ ਇੱਕ ਤੁਹਾਨੂੰ ਬੱਚਿਆਂ ਦੇ ਅੱਗੇ ਜੇ ਬਾਹਰ ਆਈਸਕ੍ਰੀਮ ਦਾ ਸਟਾਲ ਲਾ ਦਈਏ, ਜੇ ਆਈਸਕ੍ਰੀਮ ਦਾ ਸਟਾਲ ਲਗਾ ਦਈਏ ਬਾਹਰ, ਬੱਚੇ ਕਿੱਥੇ ਜਾਣਗੇ? ਬਜ਼ੁਰਗ ਕਿੱਥੇ ਜਾਣਗੇ? ਉੱਥੇ ਹੀ। ਕਿਉਂ? ਕਿਉਂਕਿ ਬੱਚਿਆਂ ਦਾ ਆਨੰਦ ਆਈਸਕ੍ਰੀਮ ਸਟਾਲ ਦੇ ਨਾਲ ਆ, ਮਾਂ ਦੀ ਗੋਦ ਨਾਲ ਨਹੀਂ ਆ। ਤੇ ਜੇ ਤੁਹਾਡਾ ਆਨੰਦ ਮਸੀਹ ਦੇ ਨਾਲ ਆ ਤੇ ਤੁਸੀਂ ਮਸੀਹ ਦੇ ਸਟਾਲ ਤੋਂ ਦੂਰ ਕਿਉਂ? ਫਿਰ ਤੁਸੀਂ ਮਸੀਹ ਦੀ ਹਜ਼ੂਰੀ ਚੋਂ ਦੂਰ ਕਿਉਂ? ਫਿਰ ਕਿ ਇਹ ਗੱਲ ਬਾਈਬਲ ਬਿਆਨ ਕਰਦੀ ਹੈ ਕਿ ਮਸੀਹ ਦੇ ਵਿੱਚ ਹੀ ਜੀਵਨ ਦਾ ਆਨੰਦ ਹੈ। ਇਸੇ ਲਈ ਪ੍ਰਭੂ ਦਾ ਦਾਸ ਦਾਊਦ ਇਸ ਗੱਲ ਨੂੰ ਬਿਆਨ ਕਰਦਾ ਆ ਕਿ ਪ੍ਰਭੂ ਦੀ ਹਜ਼ੂਰੀ 'ਚ ਆਨੰਦ ਦੀ ਭਰਪੂਰੀ ਆ, ਕਿਉਂਕਿ ਉਹਦੀ ਹਜ਼ੂਰੀ 'ਚ ਉਹਦੇ ਸਾਹਮਣੇ ਜੀਵਨ ਦਾ ਚਸ਼ਮਾ ਆ। ਤੇ ਜੇ ਜੀਵਨ ਦਾ ਚਸ਼ਮਾ ਮਸੀਹ ਦੇ ਵਿੱਚ ਆ, ਜੇ ਜੀਵਨ ਦੀ ਭਰਪੂਰੀ ਮਸੀਹ ਦੇ ਵਿੱਚ ਆ, ਤਾਂ ਫਿਰ ਮੇਰੇ ਜੋ ਸਾਡਾ ਜੀਵਨ ਵੀ ਮਸੀਹ ਦੇ ਵਿੱਚ ਹੋਣਾ ਚਾਹੀਦਾ। ਫਿਰ ਸਾਡੇ ਜੀਵਨ ਦੇ ਵਿੱਚ ਮਸੀਹ ਦਾ ਆਨੰਦ ਆਵੇਗਾ। ਪ੍ਰਾਰਥਨਾ ਤੋਂ ਦੂਰ ਰਹਿ ਕੇ, ਫਾਸਟਿੰਗ ਤੋਂ ਦੂਰ ਰਹਿ ਕੇ, ਸਬਤ ਤੋਂ ਦੂਰ ਰਹਿ ਕੇ, ਵਚਨ ਤੋਂ ਦੂਰ ਰਹਿ ਕੇ ਤੁਸੀਂ ਕਦੀ ਵੀ ਮੇਰੇ ਤੋਂ ਜੀਵਨ ਦਾ ਆਨੰਦ ਲੈ ਨਹੀਂ ਸਕਦੇ। ਕਦੀ ਵੀ ਜੀਵਨ ਦਾ ਆਨੰਦ ਲੈ ਨਹੀਂ ਸਕਦੇ। ਮੈਂ ਜ਼ਿਆਦਾ ਸਮਾਂ ਮਸੀਹ ਦੇ ਵਿੱਚ, ਭਾਵ ਪ੍ਰਾਰਥਨਾ ਦੇ ਵਿੱਚ ਸਮਾਂ ਬਤੀਤ ਕਰਨ ਦੀ ਕੋਸ਼ਿਸ਼ ਕਰਦਾ। ਜ਼ਿਆਦਾ ਸਮਾਂ ਬਾਈਬਲ ਦੀਆਂ ਗੱਲਾਂ ਦੇ ਵਿੱਚ, ਜ਼ਿਆਦਾ ਸਮਾਂ ਮੇਰੇ ਇਸ ਮੰਨਣ ਦੇ ਵਿੱਚ ਬਤੀਤ ਕਰਦਾ। ਕਿਉਂ? ਕਿਉਂਕਿ ਮੈਨੂੰ ਪਤਾ ਕਿ ਮੇਰੇ ਜੀਵਨ ਦੀ ਤਸੱਲੀ, ਮੇਰੇ ਜੀਵਨ ਦਾ ਰੁਤਬਾ, ਮੇਰੇ ਜੀਵਨ ਦੀ ਸ਼ਾਂਤੀ, ਮੇਰੇ ਜੀਵਨ ਦਾ ਆਨੰਦ ਜਿਹੜਾ ਆ ਮਸੀਹ ਦੀ ਹਜ਼ੂਰੀ ਆ, ਦੁਨੀਆਦਾਰੀ ਨਹੀਂ ਆ। ਬੇਸ਼ੱਕ ਕੋਈ ਮੈਨੂੰ ਇਹ ਕਹੀ ਜਾਵੇ ਕਿ ਤੂੰ ਰਿਸ਼ਤੇਦਾਰ ਛੱਡ ਦਿੱਤੇ ਆ, ਤੁਸੀਂ ਉਹ ਛੱਡ ਦਿੱਤਾ, ਤੁਸੀਂ ਉਹ ਛੱਡ ਦਿੱਤਾ ਆ। ਮੈਂ ਸਾਰੀ ਦੁਨੀਆ ਛੱਡ ਦਿੱਤੀ ਆ ਤੇ ਦੁਨੀਆ ਨੂੰ ਬਣਾਉਣ ਵਾਲਾ ਫੜ ਲਿਆ ਆ। ਸਾਰੀ ਦੁਨੀਆ ਛੱਡ ਦਿੱਤੀ, ਫੜਿਆ ਕਿਹਨੂੰ ਆ? ਦੁਨੀਆ ਨੂੰ ਬਣਾਉਣ ਵਾਲਾ। ਤੇ ਜੇ ਮੈਂ ਦੁਨੀਆ ਨੂੰ ਬਣਾਉਣ ਵਾਲਾ ਹੀ ਫੜ ਲਿਆ, ਪੂਰੀ ਦੁਨੀਆ ਦਾ ਮਾਲਕ ਹੀ ਫੜ ਲਿਆ, ਤਾਂ ਫਿਰ ਕੋਈ ਦੁਨੀਆ ਮੇਰੇ ਤੋਂ ਦੂਰ ਰਹੇਗੀ? ਕਦੇ ਵੀ ਨਹੀਂ। ਉਹ ਵਿਅਰਥ ਮਿਹਨਤ ਨਹੀਂ ਕਰਨਗੇ। ਇਸੇ ਲਈ ਪ੍ਰਭੂ ਦਾ ਦਾਸ ਪੌਲਸ ਕਹਿੰਦਾ ਕਿ ਤੁਹਾਡੀ ਮਿਹਨਤ ਵਿਅਰਥ ਨਹੀਂ ਹੋਵੇਗੀ। ਪਰ ਕਦੋਂ? ਜਦੋਂ ਪੂਰੀ ਤਰ੍ਹਾਂ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੋਗੇ, ਪੂਰੀ ਤਰ੍ਹਾਂ ਮਸੀਹ ਦੇ ਵਿੱਚ ਪਵਿੱਤਰਤਾਈ ਨਾਲ ਚੱਲੋਗੇ, ਆਗਿਆਕਾਰੀ ਅਧੀਨਗੀ ਦੇ ਨਾਲ ਚੱਲੋਗੇ। ਜੇ ਇੱਕ ਵਾਰੀ ਕੋਸ਼ਿਸ਼ ਕੀਤੀ ਹੱਲ ਨਹੀਂ ਨਿਕਲਿਆ, ਦੂਜੀ ਵਾਰ ਕੋਸ਼ਿਸ਼ ਕਰੋ। ਜਦੋਂ ਬੱਚਾ ਖੜਾ ਹੋਣਾ ਸਿੱਖਦਾ ਆ, ਬਾਰ-ਬਾਰ ਮੇਜੋ ਡਿੱਗਦਾ, ਭੁੰਜੇ ਡਿੱਗਦਾ ਆ, ਤੇ ਜੇ ਉਹ ਡਿੱਗਣ ਦੇ ਡਰ ਤੋਂ ਖੜਾ ਹੀ ਨਾ ਹੋਵੇ, ਸਾਰੀ ਉਮਰ ਨਹੀਂ ਚੱਲ ਸਕਦਾ। ਤੇ ਜਦੋਂ ਬੱਚਾ ਸਾਈਕਲ ਚਲਾਉਣਾ ਸਿੱਖਦਾ ਆ ਤਾਂ ਕਈ ਵਾਰੀ ਡਿੱਗਦਾ ਆ,
ਡਿੱਗਣ ਤੇ ਸੱਟ ਚੋਟ ਦੇ ਡਰ ਤੋਂ ਮਾਰਿਆ ਜੇ ਉਹ ਸਾਈਕਲ ਸਿੱਖਿਆ ਹੀ ਨਾ, ਕਦੀ ਸਾਰੀ ਉਮਰ ਸਾਈਕਲ ਨਹੀਂ ਚਲਾ ਸਕਦਾ। ਐਦਾਂ ਹੀ ਮੇਰੇ ਜੋ ਸਾਡਾ ਜੀਵਨ ਆ, ਜੇ ਅਸੀਂ ਬਾਰ-ਬਾਰ ਕੋਸ਼ਿਸ਼ ਨਹੀਂ ਕਰਾਂਗੇ ਤਾਂ ਮੇਰੇ ਜੋ ਫਿਰ ਕਦੀ ਵੀ ਕਿਰਪਾ ਨਹੀਂ ਹੋਵੇਗੀ, ਦਇਆ ਨਹੀਂ ਹੋਵੇਗੀ। ਸਮਾਂ ਪਰਮੇਸ਼ਰ ਦੇ ਵੱਲੋਂ ਸਾਨੂੰ ਦੇ ਦਿੱਤਾ ਗਿਆ ਆ। ਜੇ ਇਸ ਸਮੇਂ ਦੇ ਵਿੱਚ ਮਿਹਨਤ ਕਰਾਂਗੇ ਜ਼ਰੂਰ ਚੰਗਾ ਫਲ ਆਵੇਗਾ। ਤੇ ਜੇ ਅੱਜ ਵੀ ਮਿਹਨਤ ਕਰਨੀ ਨਾ ਸ਼ੁਰੂ ਕੀਤੀ, ਕੱਲ ਦਾ ਚੰਗੇ ਫਲ ਦੀ ਆਸ ਨਾ ਰੱਖਿਓ, ਚੰਗੇ ਕੱਲ ਦੀ ਵੀ ਆਸ ਨਾ ਰੱਖਿਓ। ਕਿਉਂਕਿ ਆਦਮ ਨੇ ਜਿਸ ਦਿਨ ਪਰਮੇਸ਼ਰ 'ਚ ਮਿਹਨਤ ਕਰਨੀ ਛੱਡੀ, ਉਸੇ ਦਿਨ ਤੋਂ ਪਰਮੇਸ਼ਰ ਨੇ ਉਹਨੂੰ ਕਹਿ ਦਿੱਤਾ, ਕਹਿੰਦਾ ਤੂੰ ਮੂੰਹ ਦੇ ਮੁੜ ਕੇ ਨਾ ਹੁਣ ਰੋਟੀ ਖਾਏਂਗਾ, ਰੋਂਦਾ ਹੀ ਰਹੇਗਾ ਹੁਣ, ਕਿਉਂਕਿ ਤੂੰ ਮਿਹਨਤ ਛੱਡ ਦਿੱਤੀ ਆ। ਤੇ ਅਸੀਂ ਮਿਹਨਤ ਛੱਡਣ ਤੋਂ ਬਾਅਦ ਜੇ ਦੁਖੀ ਹੁੰਨੇ ਆ, ਰੱਬ ਦੀ ਕੋਈ ਮਰਜ਼ੀ ਆ। ਹਾਂ, ਮੈਂ ਕਹਿੰਦਾ ਕਿ ਰੱਬ ਦੀ ਮਰਜ਼ੀ ਆ। ਆਦਮ ਉੱਤੇ ਰੱਬ ਦੀ ਮਰਜ਼ੀ ਪਹਿਲਾਂ ਵੀ ਸੀ, ਆਦਮ ਉੱਤੇ ਰੱਬ ਦੀ ਮਰਜ਼ੀ ਬਾਅਦ ਚ ਵੀ ਹੋਈ ਆ। ਪਹਿਲਾਂ ਸੁੱਖ ਦੀ ਮਰਜ਼ੀ ਸੀ ਚੰਗੀ ਮਿਹਨਤ ਕਰਕੇ, ਫਿਰ ਦੁੱਖ ਦੀ ਮਰਜ਼ੀ ਸੀ ਮਾੜੀ ਮਿਹਨਤ ਕਰਕੇ। ਤੇ ਕੋਈ ਇਨਸਾਨ ਨਹੀਂ ਚਾਹੁੰਦਾ ਕਿ ਮੇਰੇ ਉੱਤੇ ਮਾੜੇ ਦਿਨ ਆਉਣ, ਕੋਈ ਨਹੀਂ ਚਾਹੁੰਦਾ ਕਿ ਮੇਰੇ ਬੱਚਿਆਂ ਦੇ ਮਾੜੇ ਦਿਨ ਆਉਣ। ਤਾਂ ਮੇਰੇ ਜੋ ਉਹਦੇ ਲਈ ਜ਼ਰੂਰੀ ਆ ਕਿ ਅਸੀਂ ਪਰਮੇਸ਼ਰ 'ਚ ਚੰਗੀ ਮਿਹਨਤ ਕਰੀਏ। ਪੜ੍ਹੀਏ ਫਿਰ ਇਸ ਆਇਤ ਨੂੰ। ਉਹ ਵਿਅਰਥ ਮਿਹਨਤ ਨਾ ਕਰਨਗੇ, ਉਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ, ਨਾ ਕਲੇਸ਼ ਲਈ ਜਮਾਉਣਗੇ। ਹਾਲੇਲੂਇਆ। ਅੱਜ ਧਿਆਨ ਦੇਖੋ, ਜਿੰਨੀ ਮਿਹਨਤ ਕੀਤੀ ਉਹਨਾਂ ਕਲੇਸ਼ ਕਿੰਨਾ ਹੁੰਦਾ। ਜਿੰਨੀ ਜਿਸ ਮਰਜ਼ੀ ਫੀਲਡ ਨੂੰ ਚਲ ਜਾਓ ਤੁਸੀਂ, ਆਪਣੀ ਲਾਈਫ ਜਿੱਧਰਲੀ ਮਰਜ਼ੀ ਦਿਸ਼ਾ ਨੂੰ ਫੜ ਚਲ ਜਾਓ, ਜਿਹੜੀ ਮਰਜ਼ੀ ਦਿਸ਼ਾ ਨੂੰ ਫੜ ਲਓ ਤੁਸੀਂ ਆਪਣੀ ਜ਼ਿੰਦਗੀ 'ਚ, ਕਿ ਹਰ ਦਿਸ਼ਾ 'ਚੋਂ ਸਾਨੂੰ ਨਿਰਾਸ਼ਾ ਮਿਲਦੀ ਪਈ ਆ। ਸੁਖਣਾ ਸੁੱਖ ਕੇ ਬੱਚੇ ਲਏ, ਤਕੜੇ ਹੋਏ, ਜਵਾਨ ਹੋਏ, ਨਿਰਾਸ਼ਾ ਦਿੱਤੀ ਮਾਪਿਆਂ ਨੂੰ। ਆਪਣਾ ਸਾਰਾ ਕੁਝ ਵੇਚ ਵੱਟ ਕੇ ਵਿਦੇਸ਼ ਚਲੇ ਗਏ, ਫਿਰ ਮਾਪਿਆਂ ਨੂੰ ਨਿਰਾਸ਼ਾ। ਹਰ ਇੱਕ ਚੀਜ਼ ਨਿਰਾਸ਼ਾ ਹੀ ਨਿਰਾਸ਼ਾ। ਆਪਣੀ ਜਮਾ ਪੂੰਜੀ ਪੂਰੀ ਘਰ ਦੇ ਉੱਤੇ ਲਗਾ ਦਿੱਤੀ, ਘਰ 'ਚ ਫਿਰ ਸੁੱਖ ਨਹੀਂ ਆ, ਫਿਰ ਸ਼ਾਂਤੀ ਨਹੀਂ ਆ, ਫਿਰ ਅਧੂਰਾਪਨ ਹਰ ਗੱਲ 'ਚ। ਪਰ ਇੱਥੇ ਕੀ ਲਿਖਿਆ? ਮਸੀਹ ਦੇ ਵਿੱਚ ਕੀਤੀ ਮਿਹਨਤ ਕਦੀ ਵੀ ਵਿਅਰਥ ਨਹੀਂ ਹੋਵੇਗੀ। ਤੁਸੀਂ ਫਿਰ ਵਿਅਰਥ ਮਿਹਨਤ ਨਹੀਂ ਕਰੋਗੇ, ਤੁਸੀਂ ਕਲੇਸ਼ ਲਈ ਨਹੀਂ ਜਮਾਓਗੇ। ਤੁਹਾਡੀ ਕੋਈ ਵੀ ਚੀਜ਼ ਕਲੇਸ਼ ਵਾਲੀ ਨਹੀਂ ਹੋਵੇਗੀ। ਕਾਦੇ ਵਾਲੀ? ਕਲੇਸ਼ ਵਾਲੀ। ਪਤੀ ਕਰਕੇ ਕਲੇਸ਼, ਪਤਨੀ ਕਰਕੇ ਕਲੇਸ਼, ਫਲਾਣੇ ਕਰਕੇ ਕਲੇਸ਼, ਉਹਦੇ ਕਰਕੇ ਕਲੇਸ਼, ਪੈਸੇ ਕਰਕੇ ਕਲੇਸ਼, ਬਿਜ਼ਨਸ ਕਰਕੇ ਕਲੇਸ਼, ਪਸ਼ੂਆਂ ਕਰਕੇ ਕਲੇਸ਼, ਪੱਠੇ ਪਾਉਣ ਲਈ ਕਲੇਸ਼, ਪੱਠੇ ਲਿਆਉਣ ਲਈ ਕਲੇਸ਼, ਪਾਣੀ ਪਿਲਾਉਣ ਲਈ ਕਲੇਸ਼, ਪਾਣੀ ਲਿਆਉਣ ਲਈ ਕਲੇਸ਼, ਨਹਾਉਣ ਲਈ ਕਲੇਸ਼, ਕੱਪੜੇ ਧੋਣ ਲਈ ਕਲੇਸ਼। ਮੇਰੇ ਜੋ ਨਿੱਕੀ ਨਿੱਕੀ ਗੱਲ 'ਚ ਜਾ ਕੇ ਦੇਖੋ, ਆਪਣੀ ਫੈਮਿਲੀ 'ਚ ਕਿਤੇ ਨਾ ਕਿਤੇ ਕਲੇਸ਼ ਹੀ ਕਲੇਸ਼ ਆ। ਉਸ ਕਲੇਸ਼ ਦਾ ਕਾਰਨ ਕੀ ਆ? ਕਿ ਮਿਹਨਤ ਨਹੀਂ ਕਰ ਰਹੇ ਅਸੀਂ। ਆਪਣੀ ਪੂਰੀ ਧਾਰਮਿਕਤਾ ਦੇ ਨਾਲ ਪਰਮੇਸ਼ਰ ਦੇ ਵਿੱਚ ਅਸੀਂ ਮੇਰੇ ਜੋ ਚੱਲ ਨਹੀਂ ਰਹੇ। ਫਿਰ ਪੜ੍ਹੀਏ ਸ਼ੁਰੂ ਤੋਂ। ਉਹ ਵਿਅਰਥ ਮਿਹਨਤ ਨਾ ਕਰਨਗੇ, ਉਹ ਵਿਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ, ਨਾ ਕਲੇਸ਼ ਲਈ ਜਮਾਉਣਗੇ। ਉਹ ਯਹੋਵਾ ਦੀ ਮੁਬਾਰਕ ਅੰਸ਼ ਜੋ ਹੋਣਗੇ, ਉਹ ਯਹੋਵਾ ਦੀ ਮੁਬਾਰਕ ਅੰਸ਼ ਜੋ ਹੋਣਗੇ। ਜਿਹੜੇ ਸਹੀ ਢੰਗ ਨਾਲ ਪਰਮੇਸ਼ਰ ਚੱਲਦੇ ਆ, ਉਹ ਪਰਮੇਸ਼ਰ ਦੀ ਅੰਸ਼ ਆ, ਉਹ ਪਰਮੇਸ਼ਰ ਦੀ ਅੰਸ਼। ਤੇ ਪਰਮੇਸ਼ਰ ਦੀ ਅੰਸ਼ ਅਬਰਾਹਮ ਤੋਂ ਆ, ਭਾਵ ਧਾਰਮਿਕਤਾ ਤੋਂ ਆ। ਅਬਰਾਹਮ ਦੀ ਅੰਸ਼ ਪਵਿੱਤਰਤਾ ਹੀ ਤੋਂ ਆ, ਅਬਰਾਹਮ ਦੀ ਅੰਸ਼ ਨੇਕਨਾਮੀ ਤੋਂ ਆ। ਤੇ ਲਿਖਿਆ ਗਿਆ ਉਹ ਯਹੋਵਾ ਦੀ ਅੰਸ਼ ਹੋਣਗੇ। ਜਿਹੜੇ ਰੱਬ ਦੇ ਲੋਕ ਬਣ ਜਾਂਦੇ ਆ ਤੇ ਉਹਨਾਂ ਦੀ ਮਿਹਨਤ ਸਦਾ ਹੀ ਫਲ ਲੈ ਕੇ ਆਉਂਦੀ ਹੈ, ਪਰ ਹੋਵੇ ਬਾਈਬਲ ਦੇ ਅਨੁਸਾਰ। ਆਪਣੇ ਜੀਵਨ 'ਚ ਜੇ ਮਿਹਨਤ ਕਰਨੀ ਆ, ਪਰਮੇਸ਼ਵਰ ਲਈ ਕਰੋ। ਲਿਖਿਆ ਬਾਈਬਲ ਦੇ ਵਿੱਚ, ਨਾਸ਼ ਹੋਣ ਵਾਲੇ ਭੋਜਨ ਦੇ ਲਈ ਵਿਅਰਥ ਮਿਹਨਤ ਨਾ ਕਰੋ। ਵਿਅਰਥ ਮਿਹਨਤ ਨਾ ਕਰੋ। ਕਿਸੇ ਨੂੰ ਕੋਈ ਜੱਜਮੈਂਟ ਹੋਵੇ, ਕੋਈ ਦਿਹਾੜੀਦਾਰ ਬੰਦਾ ਹੀ ਹੋਵੇ ਜਿਹਨੂੰ ਪਤਾ ਕਿ ਸਾਲ 'ਚ ਮੈਂ ਇੰਨੀ ਕਮਾਈ ਕੀਤੀ ਆ। ਕੋਈ ਬੰਦਾ ਜਿਹਨੂੰ ਗੈਸ ਜਿਹਾ ਹੋਵੇ ਕਿ ਮੈਂ 10,000 ਕਮਾਇਆ ਸਾਲ 'ਚ, 20,000 ਕਮਾਇਆ ਜਾਂ 30,000 ਕਮਾਇਆ ਜਾਂ ਮੈਂ ਲੱਖ ਕਮਾਇਆ ਸਾਲ 'ਚ। ਹੈ ਕਿਸੇ ਨੂੰ ਯਾਦ? ਨਿਗਾਹ ਮਾਰ ਕੇ ਦੇਖੋਗੇ ਤੁਸੀਂ, ਇੱਕ ਸਾਲ ਦੇ ਵਿੱਚ ਦਿਹਾੜੀਆਂ ਲਾ ਲਾ ਕੇ ਜਮਾ ਕਰ ਕਰਕੇ 1 ਲੱਖ ਰੁਪਇਆ ਕਮਾ ਲਿਆ। ਅੱਜ ਚੈੱਕ ਕਰਕੇ ਦੇਖੋ, ਹੈਗਾ ਲੱਖ ਰੁਪਇਆ?
ਸ਼ੁਰੂ ਤੋਂ ਲੈ ਕੇ ਅਸੀਂ ਕਮਾਈ ਕਰੀ ਜਾ ਰਹੇ, ਕਮਾਈ ਕਰੀ ਜਾ ਰਹੇ, ਕਮਾਈ ਕਰੀ ਜਾ ਰਹੇ। ਕੋਈ ਵਿਆਹ ਹੁੰਦਾ ਆ, ਸ਼ਗਨ ਵੀ ਦੇਣ ਜਾਣਾ ਹੋਵੇ ਨਾ, ਤੇ ਗੁਆਂਢੀਆਂ ਕੋਲ ਉਧਾਰ ਮੰਗ ਕੇ। ਫਿਰ ਇੰਨੀ ਉਮਰ ਮਿਹਨਤ ਕਰਨ ਦਾ ਫਾਇਦਾ ਕੀ ਹੋਇਆ? ਵਿਅਰਥੇ ਭੋਜਨ ਦੇ ਲਈ ਮਿਹਨਤ ਨਾ ਕਰੋ, ਉਸ ਭੋਜਨ ਦੇ ਲਈ ਮਿਹਨਤ ਕਰੋ ਜਿਹੜਾ ਸਦੀਪਕ ਜਿਉਣ ਦਿੰਦਾ ਆ। ਤਾਂ ਉਹ ਭੋਜਨ ਨਾ ਪਰਮੇਸ਼ਰ ਦਾ ਪਵਿੱਤਰ ਵਚਨ ਕਹਿੰਦਾ, ਬਾਣੀ ਦੇ ਅਨੁਸਾਰ ਚੱਲ ਕੇ ਵੇਖੋ, ਭੋਜਨ ਪਿੱਛੇ ਪਿੱਛੇ ਆਵੇਗਾ। ਏਲੀਆ ਦੇ ਪਿੱਛੇ ਭੋਜਨ ਕਿੱਦਾਂ ਦਾ ਸੀ? 300 ਰੁਪਇਆ ਕਮਾਉਣ ਵਾਲਾ ਬੰਦਾ ਕਹਿ ਦਿੰਦਾ ਆ ਕਿ ਆਲੂ ਗੰਡੇ ਦੀ ਤਰੀ ਬਣਾ ਲਓ, ਬਸ ਬਹੁਤ, ਉਹਦੇ ਨਾਲ ਹੀ ਬਹੁਤ ਮਹਿੰਗਾਈ ਹੋ ਗਈ ਆ। ਤੇ ਏਲੀਆ ਦੇ ਸਮੇਂ 'ਚ ਜੇ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਨ ਲਈ ਨਿਕਲਿਆ ਤੇ ਪਹਾੜੀ ਕਾਮਾਂ ਦੇ ਹੱਥੀ ਤਾਜ਼ਾ ਫੁਲਕਾ ਤੇ ਤਾਜ਼ਾ ਮੀਟ ਬਣ ਕੇ ਆਉਂਦਾ ਸੀ। ਕਾਮਾਂ ਦੇ ਹੱਥੀ ਭੋਜਨ ਹੁੰਦਾ ਸੀ। ਕੌਣ ਬਣਾਉਂਦਾ ਸੀ ਭੋਜਨ ਉਹਦੇ ਵਾਸਤੇ? ਕਿਹਦੇ ਘਰ ਤੋਂ ਚੁੱਲ੍ਹੇ ਤੋਂ, ਮੇਰੇ ਤੋਂ ਤਸਲੇ ਚੋਂ ਕੱਢ ਕੇ ਮੀਟ ਖੜਦਾ ਸੀ? ਉਹ ਪਰਮੇਸ਼ਰ ਬਣਾਉਂਦਾ ਸੀ ਤੇ ਕਾਂ ਲੈ ਕੇ ਜਾਂਦਾ ਸੀ। ਹਾਲੇਲੂਇਆ, ਕਾਂ ਲੈ ਕੇ ਜਾਂਦਾ ਸੀ। ਤੇ ਕੀ ਖੁਦਾ ਅੱਜ ਨਹੀਂ ਉਹ ਕੰਮ ਕਰ ਸਕਦਾ? ਕਰ ਸਕਦਾ ਆ। ਅੱਜ ਵੀ ਪਰਮੇਸ਼ਰ ਕੰਮ ਕਰਨ ਦੀ ਸਾਮਰਥ ਰੱਖਦਾ ਆ, ਬਸ਼ਰਤੇ ਕਿ ਬੰਦਾ ਏਲੀਆ ਦੇ ਵਾਂਗ ਆਗਿਆਕਾਰੀ ਕਰਨ ਵਾਲਾ ਹੋਵੇ, ਏਲੀਆ ਦੇ ਵਾਂਗ ਚੱਲਣ ਵਾਲਾ ਹੋਵੇ, ਕਹਿਣਾ ਮੰਨਣ ਵਾਲਾ ਹੋਵੇ। ਤੇ ਇੱਥੇ ਅੱਜ ਕਿੱਦਾਂ ਦੇ ਲੋਕ ਹੈਗੇ ਆ ਦੁਨੀਆ ਤੇ? ਪੰਜਾਬੀ ਕਹਾਵਤ ਆ, ਅੱਖਾਂ ਮੋੜਨਾ ਨਹੀਂ ਤੇ ਡੱਖਾ ਤੋੜਨਾ ਨਹੀਂ। ਹਾਂਜੀ ਜੀ, ਰੋਜ਼ ਪ੍ਰਾਰਥਨਾ ਕਰਦੇ ਆ, ਤਾਂ ਘਰ ਜਾ ਕੇ ਦੇਖ ਲਓ, ਪ੍ਰਾਰਥਨਾ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਉਹ ਵਿਅਰਥ ਮਿਹਨਤ ਨਹੀਂ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ। ਕਿਉਂ? ਜੋ ਉਹ ਯਹੋਵਾ ਦੀ ਅੰਸ਼ ਹੋਣਗੇ। ਯਹੋਵਾ ਦੀ ਅੰਸ਼ ਆਦਮ ਸੀ, ਤੇ ਆਦਮ ਨੂੰ ਕਿਸੇ ਚੀਜ਼ ਦੀ ਪਰਮੇਸ਼ਰ ਨੇ ਘਾਟ ਨਹੀਂ ਰਹਿਣ ਦਿੱਤੀ, ਕਿਸੇ ਚੀਜ਼ ਦੀ ਥੋੜ ਨਹੀਂ ਰਹਿਣ ਦਿੱਤੀ। ਨਾ ਆਦਮ ਦੀ ਜ਼ਿੰਦਗੀ 'ਚ ਕੋਈ ਕਲੇਸ਼ ਸੀ। ਪਰ ਜਦੋਂ ਮੇਰੇ ਤੋਂ ਆਦਮ ਨੇ ਹੁਕਮ ਤੋੜਿਆ, ਰੋਣਾ ਤਾਂ ਆਇਆ ਹੀ ਆਇਆ। ਤੁਹਾਨੂੰ ਪਤਾ ਉਹਦੇ ਘਰ 'ਚ ਕਲੇਸ਼ ਕਿੰਨਾ ਸੀ? ਕਿੰਨਾ ਕਲੇਸ਼ ਸੀ ਆਦਮ ਦੇ ਘਰ 'ਚ ਵਚਨ ਟੁੱਟਣ ਤੋਂ ਬਾਅਦ? ਕਿੰਨਾ ਕਲੇਸ਼ ਸੀ? ਇੰਨਾ ਕਲੇਸ਼ ਸੀ ਕਿ ਇੱਕ ਭਰਾ ਦੂਜੇ ਭਰਾ ਨੂੰ ਕਤਲ ਕਰ ਗਿਆ। ਇੰਨਾ ਕਲੇਸ਼ ਸੀ ਉੱਥੇ ਘਰ ਦੇ ਵਿੱਚ। ਇਹ ਨਾਰਮਲ ਗੱਲ ਨਹੀਂ ਹੈ। ਇਹ ਨਾਰਮਲ ਗੱਲ ਨਹੀਂ ਕਿ ਆਦਮ ਦੇ ਘਰ 'ਚ ਸੁੱਖ ਸੀ। ਮੇਰੇ ਤੋਂ ਆਦਮ ਦੇ ਘਰ 'ਚ ਵੀ ਕਲੇਸ਼ ਸੀ। ਇਸੇ ਲਈ ਵੱਡੇ ਨੇ ਛੋਟੇ ਨੂੰ ਮਾਰ ਕੇ ਬਾਹਰ ਹੀ ਦੱਬ ਦਿੱਤਾ, ਪਤਾ ਹੀ ਨਹੀਂ ਲੱਗਣ ਦਿੱਤਾ ਕਿਸੇ ਨੂੰ। ਇੰਨਾ ਕਲੇਸ਼ ਸੀ। ਪਰ ਪਰਮੇਸ਼ਰ ਦੀ ਅੰਸ਼ ਵਿਅਰਥ ਮਿਹਨਤ ਨਹੀਂ ਕਰਨਗੇ, ਕਲੇਸ਼ ਲਈ ਨਹੀਂ ਜਮਾਉਣਗੇ। ਜੋ ਵੀ ਹੋਵੇਗਾ ਸ਼ਾਂਤੀ ਲਈ ਹੋਵੇਗਾ, ਜੋ ਵੀ ਹੋਵੇਗਾ ਆਨੰਦ ਲਈ ਹੋਵੇਗਾ, ਜੋ ਵੀ ਹੋਵੇਗਾ ਕਿਰਪਾ ਦਾ ਹੋਵੇਗਾ, ਜੋ ਵੀ ਹੋਵੇਗਾ ਬਹੁਤਾਇਤ ਨਾਲ ਹੋਵੇਗਾ। ਪਰ ਬਹੁਤਾਇਤ ਨਾਲ ਲੈਣ ਦੇ ਲਈ ਜ਼ਰੂਰਤ ਆ ਕਿ ਉਹਦੀ ਅਧੀਨਗੀ ਦੇ ਵਿੱਚ ਰਹਿ ਕੇ ਉਹਦੀ ਗੱਲ ਨੂੰ ਮੰਨਣਾ ਸ਼ੁਰੂ ਕਰ ਦਈਏ, ਉਹਦੀ ਗੱਲ ਨੂੰ ਮੰਨਣਾ ਸ਼ੁਰੂ ਕਰ ਦਈਏ। हे ਪਿਆਰਿਓ ਭਰਾਵੋ, ਲਿਖਿਆ ਗਿਆ ਬਾਈਬਲ, ਤੁਸੀਂ ਅਸਥਿਰ ਤੇ ਅਡੋਲ ਹੋਵੋ ਤੇ ਪਰਮੇਸ਼ਰ 'ਚ ਕੀਤੀ ਹੋਈ ਮਿਹਨਤ ਕਦੀ ਵੀ ਤੁਹਾਡੀ ਥੋਥੀ ਨਹੀਂ ਹੋਵੇਗੀ। ਵਿਸ਼ਵਾਸ 'ਚ ਮਜ਼ਬੂਤ ਰਹੋ, ਵਿਸ਼ਵਾਸ 'ਚ ਮਜ਼ਬੂਤ ਰਹੋ। ਜਦੋਂ ਵਿਸ਼ਵਾਸ 'ਚ ਤੁਸੀਂ ਮਜ਼ਬੂਤ ਆ, ਜ਼ਰੂਰ ਆ ਤੁਹਾਡਾ ਵਿਸ਼ਵਾਸ ਤੇ ਤੁਹਾਡੇ ਪ੍ਰਭੂ ਪ੍ਰਤੀ ਕੀਤੇ ਹੋਏ ਕੰਮ ਤੁਹਾਡੇ ਲਈ ਵੱਡਾ ਤੇ ਚੋਖਾ ਫਲ ਲੈ ਕੇ ਆਉਣਗੇ। ਆਖਰੀ ਆਇਤ ਪੜਾਂਗੇ, ਯਸ਼ਾਇਆ 26 ਉਹਦੀ 7 ਆਇਤ ਨੂੰ, ਔਰ ਸਮਾਪਤ ਕਰਾਂਗੇ। ਯਸ਼ਾਇਆ 26 ਉਹਦੀ 4 ਆਇਤ। ਸਦਾ ਤੀਕ ਯਹੋਵਾ ਉੱਤੇ ਭਰੋਸਾ ਰੱਖੋ, ਸਦਾ ਤੀਕ ਯਹੋਵਾ ਤੇ ਭਰੋਸਾ ਰੱਖੋ। ਏਲੀਆ ਨੇ ਆਪਣੇ ਬਾਲਕੇ ਨੂੰ ਕਿਹਾ ਕਿ ਜਾ 7 ਵਾਰ। ਉਹਨੇ ਉਹਦੇ ਸ਼ਬਦਾਂ ਉੱਤੇ 7ਵੀਂ ਵਾਰ ਤੱਕ ਭਰੋਸਾ ਰੱਖਿਆ। ਨਮਾਨ ਨੇ, ਮੇਰੇ ਜੇ ਦੇਖੀਏ ਤੇ ਅਲੀਸ਼ਾ ਦੀ ਕਹਿਣ ਦੇ ਅਨੁਸਾਰ 7ਵੀਂ ਚੁੱਪੀ ਤੱਕ ਵੀ ਭਰੋਸਾ ਰੱਖਿਆ ਕਿ 7ਵੀਂ ਵੀ ਮਾਰਨੀ, ਕਿਉਂਕਿ 7ਵੀਂ ਤੋਂ ਬਾਅਦ ਹੀ ਕਿਰਪਾ ਉਤਰਨੀ ਹੈ। ਸਦਾ ਤੀਕ ਯਹੋਵਾ ਤੇ। ਅਲਕਾਨਾ ਵਰੇ ਦੇ ਵਰੇ ਸ਼ਿਲੋਹ ਦੇ ਵਿੱਚ ਆਪਣੀ ਬਾਰੀ ਸਿਰ ਪਰਮੇਸ਼ਰ ਦੇ ਘਰ ਧੂਫ ਦਿਖਾਉਣ ਜਾਂਦਾ ਹੁੰਦਾ ਸੀ। ਉਹਦੀ ਪਤਨੀ ਹੰਨਾ ਉਹਦੇ ਨਾਲ ਵਰੇ ਦੇ ਵਰੇ ਮੇਰੇ ਜੋ ਸ਼ਿਲੋਹ ਦੇ ਵਿੱਚ ਜਾਂਦੀ ਸੀ ਤਾਂ ਕਿ ਪਰਮੇਸ਼ਰ ਦੇ ਘਰ 'ਚ ਬਲੀ ਚੜਾ ਸਕੇ। ਪਰ ਉਹ ਔਰਤ ਬਾਂਝ ਸੀ, ਪਰਮੇਸ਼ਰ ਨੇ ਉਹਦੀ ਕੁੱਖ ਬੰਦ ਕਰ ਦਿੱਤੀ ਸੀ। ਜੇ 1 ਸਾਲ ਗਈ ਉਹਦੀ ਕੁੱਖ ਬੰਦ ਰਹੀ ਹੈ, ਖੁੱਲੀ ਨਹੀਂ, ਤਦ ਦੂਏ ਸਾਲ ਵੀ ਗਈ ਆ। 30 ਸਾਲ ਵੀ ਆਪਣੇ ਪਤੀ ਦੇ ਜਾਣ ਤੋਂ ਪਹਿਲਾਂ, ਤਿਆਰ ਹੋਣ ਤੋਂ ਪਹਿਲਾਂ ਤਿਆਰ ਹੋ ਗਈ ਹੈ ਕਿ ਮੈਂ ਜਾਣਾ ਆ।
ਚੌਥੇ ਸਾਲ ਵੀ, ਤੀਜੇ ਸਾਲ ਵੀ ਕੁਝ ਨਹੀਂ ਮਿਲਿਆ, ਪੂਰੇ 12 ਮਹੀਨੇ ਕੁਝ ਨਹੀਂ ਮਿਲਿਆਗਾ। ਚੌਥੇ ਸਾਲ ਵੀ ਪਤੀ ਦੇ ਨਾਲ ਹੀ ਤਿਆਰ ਹੋ ਕੇ ਗਈ ਆ, ਮੈਂ ਜਾਣਾ ਹੀ ਜਾਣਾ ਆ। ਨਹੀਂ ਮਿਲਿਆ, ਪਤੀ ਨੇ ਦੂਜੀ ਸ਼ਾਦੀ ਕਰਵਾਈ ਆ। ਦੂਜੀ ਸ਼ਾਦੀ ਤੋਂ ਬਾਅਦ ਮੇਰੇ ਜੋ 5ਵੇਂ ਬਰੇ ਦੇ ਵਿੱਚ ਵੀ ਉਹ ਗਈ ਆ, ਫਿਰ ਵੀ ਉਹਨੂੰ ਮਿਲਿਆ ਨਹੀਂ ਆ। 6ਵੇਂ ਬਰੇ ਦੀ ਵੀ ਤਿਆਰੀ ਕੀਤੀ, ਮੈਂ ਜਾਣਾ ਹੀ ਜਾਣਾ ਆ। 6ਵੇਂ ਬਰੇ ਜਾਣ ਤੋਂ ਪਹਿਲਾਂ ਉਹਦੀ ਸੌਂਕਣ ਦੇ ਘਰ ਇੱਕ ਬੇਟਾ, ਦੂਜਾ ਬੇਟਾ, ਤੀਜਾ ਬੇਟਾ, ਚੌਥਾ ਬੇਟਾ, 5ਵਾਂ, 6ਵਾਂ, 7ਵਾਂ, 8ਵਾਂ, 9ਵਾਂ, 10ਵਾਂ, 10 ਸਾਲ ਲਗਾਤਾਰ ਮੇਰੇ ਜੋ 10 ਬੇਟੇ ਪੈਦਾ ਹੋ ਗਏ। ਇਹ 15ਵੇਂ 16ਵੇਂ ਸਾਲ ਵੀ ਉਦਾਂ ਹੀ ਤਿਆਰ ਹੋਈ ਜਿੱਦਾਂ ਪਹਿਲਾਂ ਜਾਂਦੀ ਹੁੰਦੀ ਸੀ, ਪਰ ਇਹਦੀ ਕੁੱਖ ਬੰਦ ਸੀ। ਇਹਨੇ ਮਿਹਨਤ ਕਰਨੀ ਨਹੀਂ ਛੱਡੀ, ਇਹਨੇ ਭਰੋਸਾ ਨਹੀਂ ਛੱਡਿਆ, ਇਹਨੇ ਭਰੋਸਾ ਨਹੀਂ ਛੱਡਿਆ। ਕੀ ਲਿਖਿਆ ਬਾਈਬਲ ਦੇ ਵਿੱਚ? ਸਦਾ ਤੀਕ ਯਹੋਵਾ ਤੇ ਭਰੋਸਾ ਰੱਖ। ਲਗਾਤਾਰ ਜਾਂਦੀ ਰਹੀ। ਸ਼ੌਂਕਣ ਦੇ 10 ਹੋ ਗਏ ਨੇ, ਬੋਲੀਆਂ ਮਾਰਦੀ ਆ, ਨਹੂਰੇ ਮਾਰਦੀ ਆ, ਪਰ ਇਹ ਫਿਰ ਵੀ ਤਿਆਰ ਹੋਈ ਆਪਣੇ ਪਤੀ ਨਾਲ ਉੱਥੇ ਹੀ ਪਹੁੰਚੀ। ਕਹਿੰਦੀ ਮੈਂ ਖੁਦਾ ਦੀ ਹਜ਼ੂਰੀ 'ਚ ਜਾਣਾ ਹੈ, ਖੁਦਾ ਦੀ ਹਜ਼ੂਰੀ 'ਚ ਜਾਣਾ ਆ। ਖੁਦਾ ਨੇ ਕਿਹਾ ਆਉਂਦੇ ਵਾਲੇ ਤੇਰੇ ਘਰ ਪੁੱਤਰ ਪੈਦਾ ਹੋਵੇਗਾ। ਹਾਲੇਲੂਇਆ। ਨਿਰਾਸ਼ਾ 'ਚ ਵੀ ਮੇਰੇ ਜੋ ਪ੍ਰਭੂ ਦੇ ਘਰ ਦਾ ਕੰਮ ਪੂਰਾ ਕਰਦੀ ਰਹੀ ਹੈ। ਨਿਰਾਸ਼ਾ ਦੇ ਵਿੱਚ ਵੀ, ਇਕੱਲੇਪਨ ਦੇ ਵਿੱਚ ਵੀ, ਬੋਲੀਆਂ 'ਚ ਰਹਿ ਕੇ ਵੀ ਪਰਮੇਸ਼ਵਰ ਦਾ ਕੰਮ ਪੂਰਾ ਕਰਦੀ ਰਹੀ ਆ। ਪਿੱਛੇ ਨਹੀਂ ਹਟੀ। ਥੋੜੀ ਜਿਹੀ ਮੁਸ਼ਕਲ ਆਉਂਦੀ ਅਸੀਂ ਘਟ ਜਾਂਦੇ ਆ, ਪਰੇਸ਼ਾਨੀ ਆਉਂਦੀ ਘਟ ਜਾਂਦੇ ਆ, ਕਿਤੇ ਬੁੱਲਾ ਆਉਂਦਾ ਹੈ ਬਰਕਤ ਦਾ ਤਦ ਘਟ ਜਾਂਦੇ ਆ। ਅਸਥਿਰ ਰਹੋ, ਅਸਥਿਰ ਰਹੋ। ਸੁੱਕੇ ਪੱਤਿਆਂ ਵਾਂਗ ਨਾ ਹੋਵੋ, ਧੂੜ ਵਾਂਗ ਨਾ ਹੋਵੋ। ਜਿੱਧਰ ਹਵਾ ਹੁੰਦੀ ਉਧਰ ਨੂੰ ਉਡਾ ਕੇ ਲੈ ਜਾਵੇ। ਧਿਆਨ ਦੇਣਾ, ਇਹ ਧੂੜ ਪਤਾ ਨਹੀਂ ਧੂੜ ਘਟਾ ਕੀ ਉਡਾ ਕੇ ਲੈ ਜਾਵੇ, ਕੀ ਖੋ ਕੇ ਲੈ ਜਾਵੇ, ਇਹ ਨਹੀਂ ਪਤਾ। ਪਰ ਜੇ ਮੇਰੇ ਤੋਂ ਬਚਣਾ ਆ ਤੇ ਫਿਰ ਪ੍ਰਭੂ ਦੇ ਵਿੱਚ ਅਡੋਲ ਤੇ ਸਥਿਰ ਰਹੋ। ਡੋਲੋ ਨਾ ਪਰਮੇਸ਼ਵਰ 'ਚ। ਡੋਲਣ ਵਾਲਾ ਬੇਪਰਤੀਤਾ ਆ, ਇਹ ਪ੍ਰਤੀਤਵਾਨ ਨਹੀਂ ਆ, ਵਿਸ਼ਵਾਸੀ ਨਹੀਂ ਹੋ ਸਕਦਾ। ਤੇ ਰੱਬ ਦੀ ਕਿਰਪਾ, ਬਾਈਬਲ 'ਚ ਲਿਖਿਆ ਯਹੋਵਾ ਦੀ ਆਸ਼ੀਸ਼ ਉਹਦੇ ਵਿਸ਼ਵਾਸੀਆਂ ਨੂੰ ਘੇਰੀ ਰੱਖਦੀ, ਉਹਦੇ ਵਿਸ਼ਵਾਸੀਆਂ ਨੂੰ ਘੇਰੀ ਰੱਖਦੀ। ਤੇ ਪਰਮੇਸ਼ਵਰ ਦੀ ਆਸ਼ੀਸ਼ ਉਹਦੇ ਵਿਸ਼ਵਾਸੀ ਤੇ ਆਉਣੀ ਆ, ਬੇਪਰਤੀਤੇ ਉੱਤੇ ਨਹੀਂ, ਡੋਲਣ ਵਾਲੇ ਉੱਤੇ ਨਹੀਂ। ਪਤਾ ਨਹੀਂ ਰੱਬ ਨੇ ਕੰਮ ਕਰਨਾ ਕਿ ਨਹੀਂ ਕਰਨਾ। ਜੇ ਚੱਲ ਪਏ ਆ ਤੇ ਮੰਨੋ ਕਿ ਰੱਬ ਨੇ ਕੰਮ ਕਰਨਾ ਹੀ ਕਰਨਾ ਆ। ਪਰ ਮੈਨੂੰ ਪਰਮੇਸ਼ਵਰ ਮਿਹਨਤ ਚਾਹੁੰਦਾ ਆ, ਮੈਨੂੰ ਪਰਮੇਸ਼ਵਰ ਦੌੜਦਾ ਹੋਇਆ ਵੇਖਣਾ ਚਾਹੁੰਦਾ ਆ। ਮੇਰੀ ਦੌੜ ਮੇਰੇ ਲਈ ਫਲ ਲੈ ਕੇ ਆਵੇਗੀ। ਇੱਕ ਵਾਰੀ ਬੱਚਾ ਖੇਡ ਦੇ ਵਿੱਚ ਜਾਂਦਾ ਆ, ਹਾਰਦਾ ਆ, ਪਰ ਉਹ ਫਿਰ ਜੋ ਹਾਰਨ ਤੋਂ ਬਾਅਦ ਗੇਮ ਛੱਡਦਾ ਨਹੀਂ ਆ, ਉਹ ਮਿਹਨਤ ਡਬਲ ਕਰ ਦਿੰਦਾ ਆ। ਫਿਰ ਹਾਰਦਾ ਆ, ਫਿਰ ਮਿਹਨਤ ਟ੍ਰਿਪਲ ਕਰ ਦਿੰਦਾ ਆ, ਫਿਰ ਹਾਰਦਾ ਆ, ਫਿਰ ਵਧਾ ਦਿੰਦਾ ਆ। ਕਹਿੰਦਾ ਮੈਂ ਜਿੱਤਣਾ ਹੀ ਜਿੱਤਣਾ ਆ, ਮੇਰਾ ਮਕਸਦ ਜਿੱਤਣਾ ਆ, ਮੇਰਾ ਮਕਸਦ ਹਾਰਨਾ ਨਹੀਂ ਆ। ਤੇ ਜਿੱਤਣ ਦੇ ਲਈ ਮੈਨੂੰ ਮਿਹਨਤ ਕਰਨੀ ਪੈਣੀ ਆ, ਹਾਰਨ ਦੇ ਲਈ ਤਾਂ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਆ। ਹਾਰਨ ਦੇ ਲਈ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਆ। ਕੁਝ ਨਾ ਕਰੋ, ਨਾ ਪ੍ਰਾਰਥਨਾ ਕਰੋ, ਨਾ ਵਚਨ ਪੜੋ, ਨਾ ਵਚਨ ਪੂਰਾ ਕਰੋ, ਸਮਝ ਲਓ ਹਾਰੇ ਹੋਏ ਆ। ਪਰ ਜੇ ਤੁਸੀਂ ਜਿੱਤਣਾ ਆ, ਜੇ ਤੁਸੀਂ ਜਿੱਤਣਾ ਆ, ਫਿਰ ਮਿਹਨਤ ਕਰਨੀ ਪੈਣੀ ਆ। ਜੇ ਇੱਕ ਵਾਰੀ ਮਿਹਨਤ ਕੀਤੀ ਨਹੀਂ ਜਿੱਤੇ ਤਾਂ ਦੂਜੀ ਵਾਰ ਸ਼ੁਰੂ ਕਰ ਦਿਓ, ਦੂਜੀ ਵਾਰ ਨਹੀਂ ਜਿੱਤੇ ਤਾਂ ਤੀਜੀ ਵਾਰ ਸ਼ੁਰੂ ਕਰ ਦਿਓ। ਬੱਚਾ ਸਕੂਲ ਦੀ ਪੜ੍ਹਾਈ ਤੇ ਪਾਸ ਨਹੀਂ ਹੋ ਪਾ ਰਿਹਾ ਤੇ ਮਾਪੇ ਟਿਊਸ਼ਨ ਰਖਾ ਦਿੰਦੇ ਆ। ਜੇ ਸਕੂਲ ਦੀ ਤੇ ਟਿਊਸ਼ਨ ਦੀ ਪੜ੍ਹਾਈ ਦੇ ਨਾਲ ਵੀ ਬੱਚਾ ਨਹੀਂ ਸੈੱਟ ਹੋ ਪਾ ਰਿਹਾ, ਮਾਪੇ ਆਪ ਵੀ ਮਿਹਨਤ ਕਰਦੇ ਆ। ਜੇ ਸਕੂਲ, ਟਿਊਸ਼ਨ ਤੇ ਮਾਪਿਆਂ ਦੀ ਪੜ੍ਹਾਈ ਨਾਲ ਵੀ ਬੱਚਾ ਸੈੱਟ ਨਹੀਂ ਹੋ ਪਾ ਰਿਹਾ, ਮਾਪੇ ਕਹਿੰਦੇ ਇੱਕ ਟਿਊਸ਼ਨ ਹੋਰ ਰਖਾ ਦਿਓ, ਬੱਚਾ ਕਾਮਯਾਬ ਕਰਨਾ ਹੀ ਕਰਨਾ ਹੈ। ਹਾਲੇਲੂਇਆ। ਤੇ ਵਿਸ਼ਵਾਸੀ ਕੀ ਕਰਦੇ ਆ? ਘਰੇ ਹੀ ਬਹਿ ਜਾਂਦੇ ਆ। ਇਹਦੇ ਨਾਲ ਤਾਂ ਚਰਚ ਦਾ ਘਾਟਾ ਨਹੀਂ ਹੋਣਾ, ਕੋਈ ਵੀ ਚਰਚ ਦਾ ਕੋਈ ਘਾਟਾ ਨਹੀਂ ਹੋਣਾਗਾ ਘਰੇ ਬਹਿਣ ਨਾਲ। ਜਿਹੜਾ ਘਰੇ ਬਹਿ ਗਿਆ ਜ਼ਿੰਦਗੀ ਦਾ ਘਾਟਾ ਉੱਥੇ ਹੋ ਜਾਣਾ, ਜ਼ਿੰਦਗੀ ਦਾ ਘਾਟਾ ਉੱਥੇ ਹੋ ਜਾਣਾ ਆ। ਇੱਕ ਵਿਸ਼ਵਾਸੀ ਨੇ ਮੈਨੂੰ ਕਿਹਾ, ਕਹਿੰਦਾ ਫਲਾਣਾ ਬੰਦਾ ਤੁਹਾਡੀ ਚਰਚ ਹੁੰਦਾ ਸੀ, ਮਰ ਗਿਆ। ਮੈਂ ਕਿਹਾ ਮੈਨੂੰ ਨਹੀਂ ਪਤਾ ਲੱਗਾ, ਦੱਸਿਆ ਨਹੀਂ, ਜੇ ਪਤਾ ਲੱਗਦਾ ਸੀ ਵੀ ਜਾਇਆ ਹੁੰਦੇ। ਜਦੋਂ ਅਸੀਂ ਗਏ ਉੱਥੇ, ਮੈਂ ਗੱਲ ਕੀਤੀ, ਮੈਂ ਕਿਹਾ ਗੱਲ ਕੀ ਹੋਈ? ਗੁਆਂਢੀ ਆਇਓ ਸੀ, ਕਹਿੰਦੇ ਜੀ ਇਹਨੇ ਪੁੱਠਾ ਰਸਤਾ ਫੜ ਲਿਆ ਸੀ ਤਾਂ ਮਰ ਗਿਆ। ਮੈਂ ਕਿਹਾ ਪੁੱਠਾ ਰਸਤਾ ਕਿਹੜਾ ਫੜ ਲਿਆ ਉਹਨੇ? ਇਹ ਚਰਚ ਜਾਣ ਲੱਗ ਪਿਆ ਸੀ, ਇਹਨੇ ਪੇ ਬਦਲ ਲਿਆ ਸੀ ਤਾਂ ਮਰ ਗਿਆ। ਹੁਣੇ ਸੀ ਏਦਾਂ ਕਹਿੰਦਾ। ਮੈਂ ਫਿਰ ਜ਼ਬੂਰ 107 ਅਧਿਆਇ ਦੀ 20 ਆਇਤ ਕੱਢ ਕੇ ਪੜ੍ਹਾਈ। ਮੈਂ ਕਿਹਾ ਦੇਖਿਓ ਆ ਕੀ ਆ। ਉਹ ਆਪਣਾ ਵਚਨ ਘੱਲਦਾ ਤੇ ਨਰੋਆ ਕਰਦਾ ਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ।
ਕਹਿੰਦਾ ਜੇ ਤਬਾਹੀ ਤੋਂ ਬਚਾਉਣਾ ਸੀ ਮਰਿਆ ਕਿਉਂ? ਮੈਂ ਕਹਿੰਦਾ ਪੁੱਛ ਕੇ ਦੇਖੋ ਇਹਦੇ ਪਰਿਵਾਰ ਨੂੰ, ਇਹ ਚਰਚ ਆਇਆ ਕਦੋਂ? ਖੁਦਾ ਇਹਨੂੰ ਬਚਾਉਣਾ ਚਾਹੁੰਦਾ ਸੀ, ਇਹ ਪਿੱਛੇ ਹਟ ਗਿਆ, ਮਰ ਗਿਆ। ਇਹ ਬੰਦਾ ਆਪਣੀਆਂ ਗਲਤੀਆਂ ਨਾਲ ਮਰਿਆ ਆ। ਰੱਬ ਨੇ ਜ਼ੋਰ ਲਾਇਆ ਆਪਣੇ ਦਾਸ ਵਿੱਚ ਦੀ, ਰੱਬ ਨੇ ਜ਼ੋਰ ਲਾਇਆ ਬਾਈਬਲ ਦੀਆਂ ਗੱਲਾਂ ਵਿੱਚ ਦੀ, ਇਹ ਬੰਦਾ ਬਚੇ ਹੀ ਬਚੇ, ਬਚਾਉਣਾ ਹੀ ਬਚਾਉਣਾ ਆ। ਪਰ ਇਹ ਬੰਦਾ ਬੈਕ ਹੋ ਗਿਆ ਸੀ ਤਾਂ ਮਰ ਗਿਆ। ਰੱਬ ਬਚਾਉਣਾ ਚਾਹੁੰਦਾ ਹੈ, ਪਰਮੇਸ਼ਰ ਬਚਾਉਣਾ ਚਾਹੁੰਦਾ ਆ, ਤੇ ਉਹ ਮੇਰੇ ਜੋ ਆਪਣੇ ਕੋਲ ਬੁਲਾ ਲੈਂਦਾ ਆ, ਪਰ ਬੰਦਾ ਬੈਕ ਹੋ ਜਾਂਦਾ ਆ, ਕਮਜ਼ੋਰ ਪੈ ਜਾਂਦਾ ਆ, ਮਿਹਨਤ ਘਟਾ ਦਿੰਦਾ ਆ, ਜਿਹਦੇ ਕਰਕੇ ਆਫਤ ਆ ਜਾਂਦੀ ਆ। ਪਰਮੇਸ਼ਰ ਚ ਆਉਣ ਨਾਲ ਕੋਈ ਨਹੀਂ ਮਰਦਾ। ਬਾਈਬਲ ਚ ਲਿਖਿਆ ਗਿਆ ਹੈ, ਕਹਿੰਦਾ ਪਰਮੇਸ਼ਰ ਕਿਸੇ ਦੀ ਵੀ ਮੌਤ ਤੋਂ ਖੁਸ਼ ਨਹੀਂ ਹੈ, ਸਗੋਂ ਉਹ ਉਪਾਅ ਕਰਦਾ ਹੈ ਉਹਦੇ ਬਚਾਅ ਦਾ। ਪਰਮੇਸ਼ਰ ਖੁਸ਼ ਨਹੀਂ ਸੀ ਕਿ ਹਿਜ਼ਕੀਆ ਮਰੇ, ਪਰਮੇਸ਼ਰ ਖੁਸ਼ ਨਹੀਂ ਸੀ ਇਸ ਗੱਲ ਤੋਂ। ਇੰਨੇ ਲੋਕ ਮਰਦੇ ਆ ਤੇ ਮੇਰੇ ਜੋ ਕੀ ਪਰਮੇਸ਼ਰ ਸੰਦੇਸ਼ੇ ਭੇਜਦਾ ਉਹਨਾਂ ਨੂੰ ਕੀ ਮਰ ਜਾਣਾ। ਪਰਮੇਸ਼ਰ ਖੁਸ਼ ਨਹੀਂ ਸੀ ਹਿਜ਼ਕੀਆ ਦੀ ਮੌਤ ਤੋਂ, ਇਸੇ ਲਈ ਪਰਮੇਸ਼ਰ ਨੇ ਯਸ਼ਾਇਆ ਨੂੰ ਭੇਜਿਆ, ਕਹਿੰਦਾ ਜਾ ਉਹਨੂੰ ਦੱਸ ਤੂੰ ਮਰਨਾਊਗਾ ਤੇ ਹੁਣ ਤੂੰ ਬਚੇਗਾ ਨਹੀਂ, ਆਪਣੇ ਘਰ ਦੀ ਜ਼ਿੰਮੇਵਾਰੀ ਆਪਣੇ ਬੱਚਿਆਂ ਉੱਤੇ ਪਾ। ਜਦੋਂ ਇਹ ਗੱਲ ਸੁਣੀ, ਯਸ਼ਾਇਆ ਨੇ ਭਵਿੱਖਬਾਣੀ ਕਰ ਦਿੱਤੀ ਕਿ ਤੂੰ ਮਰਨ ਵਾਲਾ ਆ। ਲਿਖਿਆ ਯਸ਼ਾਇਆ ਉਹਦੇ ਘਰੋਂ ਬਾਹਰ ਨਹੀਂ ਅਜੇ ਗਿਆ ਸੀ, ਉੱਥੋਂ ਨਿਕਲ ਗਿਆ ਤੇ ਹਿਜ਼ਕੀਆ ਮਿਹਨਤ ਕਰਨ ਲੱਗ ਪਿਆ ਪ੍ਰਭੂ ਵੱਲ ਨੂੰ ਮੂੰਹ ਕਰਕੇ। ਹਿਜ਼ਕੀਆ ਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਖੁਦਾ ਨੇ ਉਸੇ ਵੇਲੇ ਆਪਣੇ ਉਸ ਦਾਸ ਨੂੰ ਕਿਹਾ ਜਾ ਮੁੜ ਕੇ ਉਹਨੂੰ ਕਹਿ ਦੇ 15 ਸਾਲ ਤੂੰ ਹੋਰ ਜੀਏਗਾ। ਕਹਿਣ ਦਾ ਮਤਲਬ ਪਰਮੇਸ਼ਰ ਉਪਾਅ ਕਰਦਾ ਆ ਜ਼ਿੰਦਗੀ ਦੇ ਬਚਾਅ ਦਾ, ਪਰਮੇਸ਼ਰ ਮਾਰ ਕੇ ਖੁਸ਼ ਨਹੀਂ ਆ। ਤੇ ਉਹ ਜ਼ਿੰਦਗੀ ਲੈਣ ਲਈ ਸਾਨੂੰ ਲਗਾਤਾਰ ਮਿਹਨਤ ਕਰਨ ਦੀ ਜ਼ਰੂਰਤ ਆ, ਲਗਾਤਾਰ ਪ੍ਰਭੂ ਚ ਬਣੇ ਰਹਿਣ ਦੀ ਲੋੜ ਆ। ਹੇ ਪਿਆਰੇ ਭਰਾਵੋ, ਬਾਈਬਲ ਚ ਕਿਤੇ ਪੜ੍ਹ ਕੇ ਦੇਖੋ, ਕਿਤੇ ਲਿਖਿਆ ਆ ਹੇ ਪਿਆਰਿਓ, ਕਿਤੇ ਲਿਖਿਆ ਆ ਹੇ ਭਰਾਵੋ, ਪਰ ਇੱਥੇ ਇਹ ਦੋਨੇ ਗੱਲਾਂ ਜੋੜ ਦਿੱਤੀਆਂ, ਹੇ ਪਿਆਰੇ ਭਰਾਵੋ। ਇਹ ਦੋਨੇ ਗੱਲਾਂ ਜੋੜਦੀਆਂ ਕਿ ਜ਼ਿਆਦਾ ਪਰਮੇਸ਼ਰ ਦਾ ਦਾਸ ਹਿੱਤ ਕਰ ਰਿਹਾ ਆਤਮਾ ਦੇ ਵਿੱਚ, ਕਿ ਪਰਮੇਸ਼ਰ ਚਾਹੁੰਦਾ ਹੈ ਕਿ ਤੁਹਾਡੀ ਮਿਹਨਤ ਦਾ ਵੱਡਾ ਫਲ ਆਵੇ, ਤੇ ਵੱਡਾ ਫਲ ਉਦੋਂ ਆਵੇਗਾ ਜਦੋਂ ਤੁਸੀਂ ਅਸਥਿਰ ਤੇ ਅਡੋਲ ਹੋਵੋਗੇ। ਕੀ ਲਿਖਿਆ? ਕਹਿੰਦਾ ਸਦਾ ਤੀਕ ਭਰੋਸਾ ਰੱਖੋ ਕਿ ਖੁਦਾ ਮੇਰੇ ਜੀਵਨ 'ਚ ਕੰਮ ਇੱਕ ਦਿਨ ਕੰਮ ਕਰੇਗਾ। ਹਾਲੇਲੂਇਆ। ਸਾਡੇ 'ਚ ਪ੍ਰਭੂ ਦੇ ਪ੍ਰੇਮੀ ਭਾਈ ਬਲਵੀਰ ਸਿੰਘ ਆਇਓ ਆ ਸੋਤਲੇ ਤੋਂ। ਬੇਟਾ ਪਹੁੰਚ ਗਿਆ, ਬੇਟਾ ਚਲਾ ਗਿਆ ਅੱਜ ਸਵੇਰੇ। ਇਹਨਾਂ ਦਾ ਬੇਟਾ ਦੁਬਈ ਗਿਆ ਪਿਛਲੇ ਦਿਨਾਂ 'ਚ। ਜੋ ਦੁਬਈ ਗਿਆ 6 ਮਹੀਨੇ ਦੇ ਵਿੱਚ ਵਾਪਸ ਆ ਗਿਆ। ਇਹ ਪੂਰੀ ਫੈਮਿਲੀ ਦਾਸ ਦੇ ਘਰ ਆਈ, ਇੱਕ ਬਹੁਤ ਵੱਡਾ ਗਿਫਟ ਲੈ ਕੇ, ਗਰਮੀਆਂ ਦਾ ਗਿਫਟ। ਮੈਂ ਕਿਹਾ ਮੈਂ ਹੁਣ ਇਹਨਾਂ ਨੂੰ ਵਧਾਈ ਦਵਾਂ ਜਾਂ ਮੈਂ ਕੀ ਕਵਾਂ ਇਹਨਾਂ ਨੂੰ ਕਿ ਬੱਚਾ ਉੱਥੋਂ ਇਦਾਂ ਹੀ ਆ ਗਿਆ ਤੇ ਇਹ ਏਡਾ ਗਿਫਟ ਲੈ ਕੇ ਆ ਗਏ। ਕਹਿੰਦੇ ਸਾਨੂੰ ਇਹੀ ਖੁਸ਼ੀ ਬਹੁਤ, ਸਾਡਾ ਬੱਚੇ ਨੇ, ਸਾਡੇ ਬੱਚੇ ਨੇ ਜਹਾਜ਼ ਝੂਟ ਲਿਆ, ਸਾਡੇ ਬੱਚੇ ਨੇ ਜਹਾਜ਼ ਝੂਟ ਲਿਆ, ਇਹੀ ਸਾਨੂੰ ਬਹੁਤ ਖੁਸ਼ੀ ਆ। ਇਹਨਾਂ ਨੇ ਨਿਰਾਸ਼ਾ ਨਹੀਂ ਪ੍ਰਗਟ ਕੀਤੀ ਕਿ ਸਾਡੇ ਪੈਸੇ ਲੱਗ ਗਏ ਆ, ਦੁਬਈ ਤੋਂ ਵਾਪਸ ਆ ਗਿਆ ਆ, ਪਰ ਰੱਬ ਦੀ ਏਡੀ ਵੱਡੀ ਕਿਰਪਾ ਕਿ ਪਰਮੇਸ਼ਰ ਨੇ ਪੁਰਤਗਾਲ ਦੇ ਰਸਤੇ ਖੋਲ ਦਿੱਤੇ ਆ ਤੇ ਦੁਬਈ ਉੱਥੇ ਦਿੱਲੀ 에ਅਰਪੋਰਟ ਤੇ ਅੱਜ ਉਹ ਕੀ ਲਿਖਿਆ ਕਿ ਸਦਾ ਤੀਕ ਭਰੋਸਾ ਰੱਖੋ ਕਿ ਉਹ ਕੰਮ ਕਰੇਗਾ ਹੀ ਕਰੇਗਾ। ਅਸੀਂ ਕਿਸੇ ਵੀ ਕੰਮ ਨੂੰ ਲੈ ਪਾਉਣ ਦੇ ਲਈ, ਕੋਈ ਵੀ ਸਫਲਤਾ ਨੂੰ ਪਾਉਣ ਲਈ ਅਸੀਂ ਮਿਹਨਤ ਕਰਨੀ ਛੱਡਦੇ ਨਹੀਂ ਆ। ਜਿਹਨੇ ਬੀਐਡ ਮੇਰੇ ਜੋ ਬੀਐਡ ਦੀ ਸਿਲੈਕਸ਼ਨ ਚਾਹਣਾ ਆ ਜਾਂ ਜਿਹੜਾ ਜੀਬੀਟੀ ਕਰਨੀ ਚਾਹੁੰਦਾ ਆ ਜਾਂ ਕੋਈ ਹੋਰ ਕੋਰਸ ਕਰਨਾ ਚਾਹੁੰਦਾ ਆ, ਉਹ ਵਰੇ ਦੇ ਬਰੇ ਹਰ ਸਾਲ ਟੈਸਟ ਦਿੰਦਾ, ਹਰ ਸਾਲ ਟੈਸਟ ਦਿੰਦਾ ਕਿ ਮੈਂ ਮੇਰੀ ਸਿਲੈਕਸ਼ਨ ਹੋ ਜਾਵੇ, ਮੇਰੀ ਸਿਲੈਕਸ਼ਨ ਹੋ ਜਾਵੇ, ਮੈਂ ਸਿਲੈਕਟ ਹੋਣਾ, ਮੈਂ ਸਿਲੈਕਟ ਹੋਣਾ ਆ। ਮੇਰੇ ਜੋ ਜਦ ਉਮਰ ਹੁੰਦੀ ਆ 18 ਤੋਂ 21 ਸਾਲ ਨੌਜਵਾਨ ਦੀ, ਉਹ ਭਰਤੀ ਦੇ ਲਈ ਦਿਨ ਰਾਤ ਮਿਹਨਤ ਕਰਦਾ, ਕਿ ਮਿਹਨਤ ਕਰਦਾ ਹੀ ਰਹਿੰਦਾ ਕਿ ਮੈਂ ਸਫਲ ਹੋਣਾ, ਸਫਲ ਹੋਣਾ। ਉਹਦੇ ਲਈ ਕਈ ਸੁੱਖ ਤਿਆਗਦਾ, ਕਈ ਵਿਆਹ ਤਿਆਗਦਾ, ਕਈ ਰਿਸ਼ਤੇਦਾਰੀਆਂ ਤਿਆਗਦਾ, ਕਈ ਸਮੇਂ, ਕਈ ਚਾਰ ਦੋਸਤ ਉਹਨਾਂ ਨਾਲ ਬੈਠਣ ਦਾ ਸਮਾਂ, ਕਈ ਤਰ੍ਹਾਂ ਦੇ ਮੇਰੇ ਜੋ ਆਨੰਦ ਦਾ ਸਮਾਂ ਉਹ ਤਿਆਗਦਾ, ਤਾਂ ਕਿ ਮੈਂ ਇੰਨੀ ਕੁ ਮਿਹਨਤ ਕਰਾਂ ਕਿ ਇੱਕ ਦਿਨ ਸਫਲ ਹੋ ਜਾਵਾਂ। ਤੇ ਮੇਰੇ ਜੋ ਉਹਦੀ ਮਿਹਨਤ ਉਹਨੂੰ ਸਫਲਤਾ ਲੈ ਕੇ ਦਿੰਦੀ ਆ। ਏਦਾਂ ਹੀ ਇੱਕ ਮਸੀਹੀ ਦੇ ਲਈ ਆ, ਏਦਾਂ ਹੀ ਇੱਕ ਮਸੀਹੀ ਦੇ ਲਈ ਆ, ਬਹੁਤ ਕੁਝ ਤਿਆਗਣ ਤੋਂ ਬਾਅਦ ਹੀ ਸਾਡੀ ਮਿਹਨਤ ਪ੍ਰਵਾਨ ਹੋਣੀ ਆ। ਜੇ ਕਹੋ ਤਾਂ ਅਸੀਂ ਚਾਰੇ ਪਾਸੇ ਆਪਣਾ ਹੱਥ ਫੈਲਾ ਰੱਖੀਏ ਤੇ ਰੱਬ 'ਚ ਵੀ ਦੌੜੇ ਰਹੀਏ ਤਦ ਕੁਝ ਨਹੀਂ ਹੋਣਾ। ਇੱਕ ਸਾਰ ਖੁਦਾ ਦੇ ਵਿੱਚ ਮਿਹਨਤ ਕਰਨੀ ਸ਼ੁਰੂ ਕਰੋ, ਤੁਹਾਡੀ ਪਹਿਲੀ ਨਹੀਂ ਤਾਂ ਦੂਜੀ ਨਹੀਂ ਤਾਂ ਤੀਜੀ ਮਿਹਨਤ ਜ਼ਰੂਰ ਫਲ ਲੈ ਕੇ ਆਵੇਗੀ। ਤੁਹਾਡੀ ਜ਼ਿੰਦਗੀ 'ਚੋਂ ਮੇਰੇ ਜੋ ਨਿਰਾਸ਼ਾ ਦਾ ਸ਼ਰਾਪ ਖਤਮ ਹੋ ਜਾਏਗਾ, ਗੁਲਾਮੀ ਦਾ ਸ਼ਰਾਪ ਖਤਮ ਹੋ ਜਾਵੇਗਾ। ਪਰ ਉਦੋਂ ਜਦੋਂ ਤੁਸੀਂ ਪਰਮੇਸ਼ਰ ਤੇ ਸਦਾ ਭਰੋਸਾ ਰੱਖ ਕੇ ਅਡੋਲ ਤੇ ਸਥਿਰ ਹੋ ਕੇ ਮੇਰੇ ਜੋ ਪ੍ਰਭੂ 'ਚ ਮਿਹਨਤ ਕਰਦੇ ਰਹੋਗੇ, ਸਫਲਤਾ ਤੁਹਾਡੇ ਕਦਮਾਂ ਨੂੰ ਚੁੰਮੇਗੀ, ਜਿੱਤ ਦਾ ਸਿਹਰਾ ਤੁਹਾਡੇ ਸਿਰ ਦੇ ਉੱਤੇ ਹੋਵੇਗਾ। ਬੋਲੀ ਆਮੀਨ।
ਸੋ ਇੰਨੇ ਬਚਨਾਂ ਦੇ ਨਾਲ ਪਰਮੇਸ਼ਰ